KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:26 ਹੋ ਗਏ। 24 ਮਾਰਚ ਦਾ ਦਿਨ ਹੈ, ਵਰਾ 2021 ਦਾ ਬੁੱਧਵਾਰ ਹੈ। 11 ਚੇਤ ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅਹਲਨ व सहलन। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੋਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਛੋਟੀ ਜਿਹੀ ਇੱਕ ਇੰਟਰਵਿਊ ਹੈ ਤਾਹਿਰ ਮਲਿਕ ਉਹਨਾਂ ਨਾਲ ਕਰਜ਼ੇ ਦੇ ਬਾਰੇ। ਫਿਰ ਮੈਂ ਕਰਜ਼ੇ ਦੇ ਬਾਰੇ ਹੀ 15 ਮਿੰਟ ਗੱਲ ਕਰਨੀ ਚਾਹੁੰਦਾ ਕਿ ਅੱਜ ਫਾਈਨੈਂਸ਼ੀਅਲ ਪੋਸਟ ਨੇ ਇੱਕ ਗੱਲਬਾਤ ਕੀਤੀ ਹੈ ਜਿਹਦੇ ਵਿੱਚ ਉਹਨੇ ਕਿਹਾ ਵੀ ਸਿਰਫ ਤੇ ਸਿਰਫ ਇੱਕੋ ਹੀ ਮਾਰਕੀਟ ਵਧੀਆ ਚੱਲ ਰਹੀ ਹੈ ਕੈਨੇਡਾ 'ਚ, ਉਹ ਆ ਘਰਾਂ ਦੀ ਮਾਰਕੀਟ। ਇਹਦਾ ਕੀ ਮਤਲਬ ਹੈ? ਓਪੀਨੀਅਨ ਆਇਆ ਕਿ ਕੈਨੇਡਾ ਰਿਸਕਸ ਬਿਕਮਿੰਗ ਹਾਊਸ ਰਿਚ ਐਂਡ ਐਵਰੀਥਿੰਗ ਐਲਸ ਪੂਰ। ਤੇ ਅੱਧੇ ਤੋਂ ਵੱਧ ਬਿਜ਼ਨਸ ਦੀ ਇਨਵੈਸਟਮੈਂਟ ਘਰਾਂ ਤੇ ਬਾਕੀ ਸਾਰਾ ਕੁਝ ਹੀ ਡਾਊਨ ਜਾ ਰਿਹਾ ਹੈ। ਇਕੱਲੇ ਘਰ ਜਿਹੜੇ ਚੱਲਣਗੇ ਤੇ ਘਰਾਂ ਨੂੰ ਚਲਾਉਣ ਵਾਲੀਆਂ ਜਾਂ ਨੌਕਰੀਆਂ ਜਾਣਗੀਆਂ ਤੇ ਘਰ ਤੁਹਾਡੇ ਕਿਵੇਂ ਚੱਲਣਗੇ? ਇਹ ਬਬਲ ਬਸਟ ਹੋ ਜੂ, ਇਹ ਹੋ ਜੂ, ਇਹ ਤਾਂ ਗੱਲਾਂ ਨੇ, ਕੁਛ ਨਹੀਂ ਬਸਟ ਹੋਣਾ। ਇਹ ਤਾਂ ਸਪਲਾਈ ਤੇ ਡਿਮਾਂਡ ਦੀ ਗੱਲ ਹੈ। ਪਰ ਇਹ ਜਿਹੜਾ ਕਰਜ਼ਾ ਹੈ $2 ਖਰਬ ਦਾ, $2 ਟ੍ਰਿਲੀਅਨ ਦਾ ਹਾਊਸਿੰਗ ਮਾਰਗੇਜ ਦਾ, ਇਹਦਾ ਸੁਨੇਹਾ ਕੀ ਹੈ ਇਸ ਤੇ? ਕਿਉਂਕਿ ਕੁਝ ਕੁ ਪੇਚੀਦੀਆਂ ਗੱਲਾਂ ਨੇ, ਮੈਂ ਤੁਹਾਡੇ ਤੱਕ ਇਹਨੂੰ ਲਿਆਉਣਾ ਚਾਹੁੰਦਾ ਹੈ। ਬੂਪਰਿਆਂ ਦੇ ਹੋਣ ਤੋਂ ਪਹਿਲਾਂ ਕੋਈ ਨਾ ਕੋਈ ਗੱਲਬਾਤ ਹੁੰਦੀ ਰਹੇ, ਅਸੀਂ ਸਿਆਣਪ ਨਾਲ ਚੱਲੀਏ। ਕਿਉਂਕਿ ਜਿਹੜੇ ਨਵੇਂ ਤੁਹਾਡੇ ਮੇਰੇ ਵਰਗੇ ਲੱਗਿਆ ਨਾ ਬਿਲਡਰ ਬਣਨ, ਉਹੀ ਮਾਂਜੇ ਜਾਣੇ। ਜਿਨ੍ਹਾਂ ਨੇ ਥਈਆਂ ਲਾਈਆਂ ਹੋਈਆਂ ਉਹਨਾਂ ਨੂੰ ਕੁਝ ਨਹੀਂ ਹੁੰਦਾ, ਉਹ ਹੱਸਦੇ ਆ। ਫਿਰ ਉਹ ਕਹਿੰਦੇ ਹੁਣ ਆਈ ਆ ਘਲਾੜੀ 'ਚ ਬਾਂਹ, ਹੁਣ ਬਣਾਵੇਂਗਾ ਦੁਬਾਰਾ? ਉਹ ਕਹਿੰਦਾ ਬਾਈ ਜੀ ਮੈਂ ਨਹੀਂ ਬਣਾਉਂਦਾ, ਮੈਨੂੰ ਲੱਗੀ ਉਹ ਕੀਮਤ ਦੇ ਦਿਓ। ਇਹਦੇ ਤੇ ਗੱਲਬਾਤ ਹੋਏਗੀ ਕਿ ਕੱਲੀ ਹਾਊਸਿੰਗ ਮਾਰਕੀਟ ਕਿਵੇਂ ਅਮੀਰ ਹੋਗੀ, ਕੀ ਕਿਵੇਂ ਗਰੀਬੀ ਵੱਲ ਨੂੰ ਜਾ ਰਹੀ ਹੈ। ਤੇ ਉਹਦੇ ਬਾਅਦ ਸਰਦਾਰ ਜਸਵੰਤ ਸਿੰਘ ਕੰਵਲ ਦੀ ਕਹਾਣੀ ਤੁਹਾਡੇ ਸਨਮੁਖ ਹੋਏਗੀ। 3 ਕਹਾਣੀਆਂ ਸਹੀ ਕੀਤੀਆਂ, ਦੇਖਦੇ ਆ ਕਿਹੜੀ ਉਹਦੀ ਕਹਾਣੀ ਤਿੰਨਾਂ ਦੇ ਵਿੱਚੋਂ ਜਿਹੜੀ ਮਨ ਤੇ ਆ ਗਈ ਉਹ ਸੁਣਾਓ। ਤੇ 1844 247 1550 184424715550 ਆਉਣੇ ਨੰਬਰ ਹੈ। ਤੇ 604 729 1224 604 729 1224 WhatsApp ਤੇ ਟੈਕਸ ਲਈ। ਤੇ ਇਸੇ ਨੰਬਰ ਤੇ ਤੁਸੀਂ ਐਡਵਰਟਾਈਜ਼ਮੈਂਟ ਲਈ ਵੀ ਮੇਰੇ ਨਾਲ ਗੱਲਬਾਤ ਕਰਨੀ ਹੈ। ਮੈਨੇਜਰ ਸਾਹਿਬਾ ਤਾਂ ਹੁਣ ਦੂਜੇ ਪਾਸੇ ਬਿਜੀ ਹੋ ਗਏ। ਇਹ ਇੱਧਰ ਇਹ ਖੁੱਲਾ ਹੀ ਖਾੜਾ ਸਾਡਾ। ਉਧਰੋਂ ਜਦ ਤੁਰਦਾ ਹੁੰਦਾ ਮੈਂ ਕਿਹਾ ਲੈ ਹੁਣ ਤੁਹਾਡੀ ਬੰਨਣਗਿਰੀ ਮੁੱਕ ਗਈ 2 ਘੰਟੇ, ਹੁਣ ਮੈਂ ਆਪਣੇ ਵਾਲੇ ਖਾੜੇ ਤੇ ਚੱਲਿਆ। ਤੁਹਾਡਾ ਆਹ ਨਾ ਮੇਰੇ ਤੋਂ ਸੂਤ ਜਾਂ ਨਹੀਂ ਆਉਂਦਾ, ਇੱਧਰ ਚਲੋ ਜੀ, ਉੱਧਰ ਚਲੋ ਜੀ, ਪ੍ਰੋਡਿਊਸਰ ਆ ਗਿਆ ਜੀ, ਆਹ ਆ ਗਿਆ ਜੀ, ਐਡਾ ਦੀ ਲੇਟ ਹੋ ਗਈਆਂ। ਮੈਂ ਕਿਹਾ ਜਿੱਥੇ ਖੁੱਲਾ ਖਾੜਾ ਉਹ ਸਾਡੀ ਮਰਜ਼ੀ ਹੈ, ਨਾ ਕੋਈ ਅੰਦਰ ਵੜੇ ਨਾ ਕਿਸੇ ਨੂੰ ਦਰ ਖੋਲੀਏ, ਅੰਦਰ ਬੈਠੇ ਹੀ ਗੱਲਾਂ ਸੁਣਾਈ ਦੀਆਂ ਨੇ। 604 729 1224 604 729 1224। ਜੇ ਕੋਈ ਕੰਧ ਟੱਪੂਗਾ ਉਹਦਾ ਵੀ ਇਲਾਜ ਹੈ। ਬਾਹਰ ਤੁਰਿਆ ਫਿਰਦਾ ਸ਼ੇਰ ਤੇ ਊਂ ਵੀ ਕਾਇਮ ਆ ਕੰਮ। ਹੋਈ ਦਸਤਕ ਮੈਂ ਦਰ ਖੋਲੇ, ਮੇਰੇ ਸਾਹਮਣੇ ਖੜਾ ਸੀ ਤੂੰ, ਚਫੇਰੇ ਰਾਤ ਸੀ ਸੰਘਣੀ ਤੇ ਕੱਲਾ ਜਗ ਰਿਹਾ ਸੀ ਤੂੰ। ਮੈਂ ਤੇਰੇ ਰੂਬਰੂ ਸੀ ਇੱਕ ਸੁੰਨੀ ਸ਼ਾਖ ਦੇ ਵਾਂਗੂ, ਤੈਂ ਆਪਣੇ ਸਾਵਿਆਂ ਪੱਤਿਆਂ 'ਚ ਮੈਨੂੰ ਢੱਕ ਲਿਆ ਸੀ ਤੂੰ। ਬੜਾ ਚਿਰ ਲਹਿਰ ਵਾਂਗੂ ਸਿਰ ਤੇ ਪੈਰਾਂ ਤੀਕ ਮੈਂ ਤੜਪੀ, ਸਮੁੰਦਰ ਵਾਂਗ ਫਿਰ ਆਗੋਸ਼ ਦੇ ਵਿੱਚ ਲੈ ਲਿਆ ਸੀ ਤੂੰ। ਮੈਂ ਲੰਮੀ ਔੜ ਦੀ ਮਾਰੀ ਤਿਹਾਈ ਧਰਤ ਸੀ ਕੋਈ, ਤੂੰ ਸ਼ਮ ਸ਼ਮ ਬਸਨ ਨੂੰ ਬਹਿਬਲ ਜਿਵੇਂ ਕੋਈ ਮੇਘਲਾ ਸੀ ਤੂੰ। ਬੱਲਾ ਮੁਹੱਬਤ ਦੀ ਖਮਾਰੀ ਬਣ ਫਿਜ਼ਾ ਵਿੱਚ ਫੈਲ ਗਈ ਸਾਂ ਮੈਂ, ਤੇ ਮੇਰੀ ਆਤਮਾ ਵਿੱਚ ਕਤਰਾ ਕਤਰਾ ਘੁਲ ਰਿਹਾ ਸੀ ਤੂੰ। ਨਜ਼ਰ ਦੀ ਹੱਦ ਤੱਕ ਫੈਲਿਆ ਹੋਇਆ ਕੋਈ ਸਹਿਰਾ ਤੇ ਵਿੱਚ ਬੂਟਾ ਸਰੂ ਦਾ ਸੋਹਣਿਆ ਲਹਿਰਾ ਰਿਹਾ ਸੀ। ਸਿਰੇ ਲੱਗੀ ਉਹਨਾਂ ਪਥਰੀਲੀਆਂ ਅੱਖੀਆਂ 'ਚ ਕਿੰਜ ਉਹ ਜਲ ਉਮੜ ਆਇਆ, ਉਹ ਕੈਸਾ ਗੀਤ ਸੀ ਜੋ ਬੁਤਕ ਦੇ ਵਿੱਚ ਗਾ ਰਿਹਾ ਸੀ। ਤੇਰੀ ਸ਼ੋਹ ਨਾਲ ਬੰਗੀ ਮੈਂ ਕੋਈ ਮੂਰਤ ਮੁਹੱਬਤ ਦੀ, ਤੇ ਬਣਦੀ ਵੀ ਕਿਵੇਂ ਨਾ ਜਦ ਮੁਹੱਬਤ ਦਾ ਖੁਦਾ ਸੀ ਤੂੰ। ਸਿਰੇ ਲੱਗੀ ਉਹ ਮੱਕੇ ਤੋਂ ਪਰਾਏ ਤੇ ਸ਼ਰਾ ਦੀ ਹਰਹੱਦ ਤੋਂ ਬਾਹਰ, ਕੀ ਉਸ ਤੀਰਥ ਦਾ ਨਾਂ ਹੈ ਜਿੱਥੇ ਮੈਨੂੰ ਲੈ ਗਿਆ ਸੀ ਤੂੰ? ਕੀ ਉਸ ਤੀਰਥ ਦਾ ਨਾਂ ਹੈ ਜਿੱਥੇ ਮੈਨੂੰ ਲੈ ਗਿਆ ਸੀ? ਸੁਖਵਿੰਦਰ ਅੰਮ੍ਰਿਤ ਲਿਖਦੀ ਹੈ, ਮੈਨੂੰ ਸੰਪੂਰਨ ਬਣਾ ਦੇ ਸਾਹਿਬ। ਧੰਨਵਾਦ ਜੀ ਸਾਰਿਆਂ ਦਾ। ਤੇ ਬੁੱਧਵਾਰ ਦਾ ਦਿਨ, ਹਫ਼ਤਾ ਅੱਧਾ ਕੁੱਟ ਲਿਆ। ਅਗਲਾ ਮੇਰਾ ਖਿਆਲ ਲੌਂਗ ਵੀਕਐਂਡ ਆ, 2 ਅਪ੍ਰੈਲ ਵਾਲਾ। ਤੇ ਮੋਟਰਸਾਈਕਲਾਂ ਵਾਲੇ ਨਿਸ਼ੋਰਾਂ ਕਰਾਉਂਦੇ ਫਿਰਦੇ ਨੇ, ਕਾਇਮ ਹੋਏ ਫਿਰਦੇ ਨੇ। ਓਇਲ ਪਾਣੀ ਚੇਂਜ ਹੁੰਦਾ ਹੈ ਤੇ ਕਾਇਮ ਚੱਲੂ ਕੰਮ। ਤਾਹਿਰ ਮਲਿਕ ਜੀ ਮੇਰੇ ਨਾਲ ਨੇ। ਤਾਹਿਰ ਮਲਿਕ ਜੀ ਸਵਾਗਤ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ। हरजीत जी बहुत बहुत शुक्रिया ਤੁਹਾਨੂੰ ਵੀ ਜੀ और ਤੁਹਾਡੇ तमाम लिसनर ਨੂੰ ਵੀ अस्सलाम वालेकुम, नमस्कार ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਮੈਂ ਗੱਲ ਮਲਕ ਸਾਹਿਬ ਕਰ ਰਿਹਾ ਸੀ ਹਾਊਸਿੰਗ ਡੈਟ ਦੀ $2 ਟ੍ਰਿਲੀਅਨ ਤੱਕ ਜਾ ਵੜਿਆ। ਫਾਈਨੈਂਸ਼ੀਅਲ ਪੋਸਟ ਨੇ ਅੱਜ ਓਪੀਨੀਅਨ ਦਿੱਤਾ ਹੈ ਕਿ ਬਾਕੀ ਸਾਰੀ ਇੰਡਸਟਰੀ ਡਾਊਨ ਆ, ਕੱਲੀ ਹਾਊਸਿੰਗ ਇੰਡਸਟਰੀ ਹੋਈ ਬੂਮਿੰਗ ਹੈ। ਤੇ ਇਹਦਾ ਤੁਸੀਂ ਇੱਕ ਅਰਥ ਸ਼ਾਸਤਰੀ ਦੇ ਤੌਰ ਤੇ ਤੁਹਾਡੀ ਨਿਗਾਹ ਇੱਧਰ ਨੂੰ ਹੈ, ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਜੀ? ਹਾਂਜੀ ਜੀ, ਦੇਖੋ ਅੱਜ ਕੱਲ ਪ੍ਰਾਪਰਟੀ ਜਿਹੜੀ ਹੈ ਉਹ ਉਂਝ ਵੀ ਹੌਟ ਹੈ ਤੇ ਚਾਰ ਲੋਕੀ ਜਦੋਂ ਬਹਿੰਦੇ ਨੇ ਤੇ ਉਹਦੇ ਵਿੱਚ ਹੌਟ ਟੌਪਿਕ ਜਿਹੜਾ ਪ੍ਰਾਪਰਟੀ ਦਾ ਹੀ ਨਿਕਲਦਾ ਕਿ ਘਰਾਂ ਦੀ ਪ੍ਰਾਈਸਾਂ ਉੱਤੇ ਚੱਲ ਗਈਆਂ, ਕਿੱਥੇ ਲੈਣਾ ਚਾਹੀਦਾ ਹੈ, ਲਾਟ ਚ ਮਿਲਦੀ ਨਹੀਂ ਪਈ ਅੱਜ ਕੱਲ। ਸੋ ਇਹ ਜਿਹੜੀ ਚੀਜ਼ਾਂ ਨੇ ਜੀ, ਇਹ ਇੱਕ ਪੱਖ ਹੈਗਾ ਹੈ ਜਿਹੜੇ ਲੋਕਾਂ ਨੂੰ ਨਜ਼ਰ ਆ ਰਿਹਾ। ਜਿਹੜਾ ਤਸਵੀਰ ਦਾ ਦੂਜਾ ਰੁਖ ਹੈਗਾ, ਕਿਉਂਕਿ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਗਲਾਸ ਜਿਹੜਾ ਅੱਧਾ ਭਰਿਆ ਹੋਇਆ ਦੇਖਣਾ ਹੈ ਕਿ ਗਲਾਸ ਅੱਧਾ ਖਾਲੀ ਦੇਖਣਾ। ਹੁਣ ਤੁਸੀਂ ਦੇਖੋ, ਅਗਰ ਪ੍ਰਾਪਰਟੀ ਦੇ ਵਿੱਚ ਜਿਹੜੀ ਪ੍ਰਾਪਰਟੀਆਂ ਅੱਜ ਕੱਲ ਹੈਗੀਆਂ ਨੇ ਉਹਨਾਂ ਦੀ ਮੌਰਗੇਜਾਂ ਤੁਸੀਂ ਦੇਖ ਲਓ, ਲੋਕਾਂ ਨੂੰ ਪਿਛਲੇ 1 ਸਾਲ ਦੇ ਵਿੱਚ ਉਹਨਾਂ ਦਾ ਅੰਦਾਜ਼ਾ ਸੀ ਕਿ ਪੈਂਡੈਮਿਕ ਆਇਆ ਤਾਂ ਪ੍ਰਾਪਰਟੀ ਦੀ ਵੈਲਿਊ ਥੱਲੇ ਡਿੱਗਣੀ ਹੈ ਤੇ ਫਿਰ ਅਸੀਂ ਪ੍ਰਾਪਰਟੀ ਲੈਣਾ। ਬਟ ਪਿਛਲੇ ਸਾਲ 1.5 ਸਾਲ ਦੇ ਵਿੱਚ ਪ੍ਰਾਪਰਟੀ ਦੀ ਐਵਰੇਜ ਪ੍ਰਾਈਸ ਜਿਹੜੀ ਹੈ ਉਹ ਤਕਰੀਬਨ ਲੱਖ ਤੋਂ ਲੈ ਕੇ $2 ਲੱਖ ਵੱਧ ਚੁੱਕੀ ਹੈ ਲੋਨ ਮੇਨਲੈਂਡ ਦੇ ਵਿੱਚ। ਔਰ ਇਹ ਡੈਟ ਜਿਹੜਾ ਜੀ ਵੱਧਦਾ ਜਾ ਰਿਹਾ ਹੈ ਔਰ ਰਿਸਕ ਇਹਦੇ ਨਾਲ ਕਾਫੀ ਜ਼ਿਆਦਾ ਵੱਧ ਰਿਹਾ ਹੈ। ਉਹ ਕਿਵੇਂ ਹੋ ਰਿਹਾ ਕਿ ਕਈ ਲੋਕਾਂ ਨੂੰ ਜਦੋਂ A ਲੈਂਡਰਸ ਤੋਂ ਪ੍ਰਾਪਰਟੀ ਨਹੀਂ ਮਿਲਦੀ, ਮੌਰਗੇਜ ਨਹੀਂ ਮਿਲਦੀ, ਉਹ B ਲੈਂਡਰ ਵੱਲ ਦੇਖਦੇ ਨੇ। ਜਦੋਂ B ਲੈਂਡਰ ਵੀ ਜਵਾਬ ਦੇ ਜਾਂਦੇ ਨੇ ਤੇ ਉਹਨਾਂ ਨੂੰ ਆਪਣਾ ਹੀਲਾ ਵਸੀਲਾ ਕਰਨ ਦੇ ਲਈ ਪ੍ਰਾਪਰਟੀ ਦੀ ਮੌਰਗੇਜ ਲੈਣ ਲਈ ਪ੍ਰਾਈਵੇਟ ਮੌਰਗੇਜ ਕੋਲ ਜਾਣਾ ਪੈਂਦਾ। ਔਰ ਉਹ ਤੁਹਾਨੂੰ ਪਤਾ ਹਰਜੀਤ ਜੀ, ਉਹ ਬੰਦੇ ਦਾ ਖੂਨ ਚੂਸ ਜਾਂਦੇ ਨੇ ਪਰ ਬਣਦਾ ਕੁਝ ਵੀ ਨਹੀਂ, ਕਿਉਂਕਿ ਕੱਲੀ ਇੰਟਰਸਟ ਔਨ ਦੀ ਪੇਮੈਂਟ ਤੁਸੀਂ ਦੇਣੀ ਹੈ, ਉਹਦਾ ਤੁਹਾਡਾ ਮੂਲ ਕੁਝ ਲੱਥਣਾ ਨਹੀਂ ਹੈ ਔਰ ਤੁਸੀਂ ਆਪਣੇ ਕਰਜ਼ੇ ਦੀ ਕਿਸ਼ਤਾਂ ਦੇ ਦੇ ਕੇ ਫਾਹੇ ਹੋ ਜਾਂਦੇ। ਔਰ ਅੱਜ ਕੱਲ ਪਹਿਲਾਂ ਵੀ ਇਹ ਹੁੰਦਾ ਸੀ ਬਟ ਅੱਜ ਕੱਲ ਲੇਟਲੀ ਕੀ ਹੋ ਰਿਹਾ ਕਿ ਆਪਣੇ ਘਰ ਦੀ ਜਿਹੜੀ ਸਰਵਿਸਿੰਗ ਹੈ, ਮੌਰਗੇਜ ਦੀ ਪੇਮੈਂਟਸ ਨੇ ਜਾਂ ਮੌਰਗੇਜ ਦੇ ਨਾਲ ਜਿਹੜੇ ਬਾਕੀ ਬਿੱਲ ਵਰਤੀਆਂ ਨੇ, ਪ੍ਰਾਪਰਟੀ ਟੈਕਸ ਨੇ, ਉਹਨਾਂ ਨੂੰ ਪੇ ਕਰਨ ਦੇ ਵਿੱਚ ਸਾਡੀ ਇਨਕਮ ਦਾ ਘੱਟੋ ਘੱਟ 60% ਜਿਹੜਾ ਜੇ ਉਹ ਇਨਕਮ ਦਾ ਉਹਦੇ ਵਿੱਚ ਆ ਰਿਹਾ। ਫਾਈਨੈਂਸ਼ੀਅਲੀ ਸਾਨੂੰ ਦੱਸਿਆ ਜਾਂਦਾ ਜੀ ਕਿ ਜਦੋਂ ਵੀ ਘਰ ਦੀ ਸਰਵਿਸਿੰਗ ਲਈ ਸਾਡਾ ਕਰਜ਼ੇ ਦੀ ਸਾਡੀ ਇਨਕਮ ਦੀ 50% ਤੋਂ ਉੱਪਰ ਰੇਸ਼ੋ ਯੂਜ਼ ਹੋਣੀ ਸ਼ੁਰੂ ਹੋ ਜਾਏ, ਇਹਦਾ ਮਤਲਬ ਹੈ ਕਿ ਅਸੀਂ ਰੈਡ ਲਾਈਨ ਦੇ ਬਿਲਕੁਲ ਕ੍ਰਾਸ ਕਰ ਚੁੱਕੇ ਹਾਂ। ਕਿਉਂਕਿ ਹੁੰਦਾ ਕੀ ਪਿਆ ਹਰਜੀਤ ਜੀ, ਪਿਛਲੇ ਸਾਲ ਦੇ ਵਿੱਚ ਅਗਰ ਅਸੀਂ ਦੇਖੀਏ ਘਰਾਂ ਦੀ ਪ੍ਰਾਈਸਾਂ ਤੇ ਵੱਧ ਗਈਆਂ ਬਟ ਕੀ ਸਾਡੀਆਂ ਇਨਕਮਾਂ ਵਧੀਆਂ ਨੇ? ਉਹਦੇ ਵਿੱਚ ਸਾਨੂੰ ਕੁਝ ਵਾਧਾ ਨਜ਼ਰ ਆ ਰਿਹਾ। ਬਹੁਤ ਜ਼ਿਆਦਾ ਲੋਕਾਂ ਦੀ ਇਨਕਮ ਜਾਂ ਤੇ ਘਟ ਗਈ ਹੈ ਜਾਂ ਇਨਕਮ ਉਹਨਾਂ ਦੀ ਖਤਮ ਹੋ ਗਈ ਹੈ। ਬਹੁਤ ਕੋਈ ਲੱਕੀ ਹੋਣਗੇ ਜਿਹੜੀ ਆਪਣੀ ਇਨਕਮ ਸਸਟੇਨ ਕੀਤੀ ਹੋਈ ਹੈ, ਜਿਹੜੀ ਉਹਨਾਂ ਦੀ ਇਨਕਮ ਪਿਛਲੇ 1 ਸਾਲ ਪ੍ਰੀ ਪੈਂਡੈਮਿਕ ਦੇ ਔਰ ਅੱਜ ਦੀ ਉਹੀ। ਬਟ ਇਹ ਜਿਹੜਾ ਬਬਲ ਜਿਹੜੀ ਇਹ ਰਿਪੋਰਟ ਤੁਸੀਂ ਗੱਲ ਕਰ ਰਹੇ ਹੋ, ਇਹ ਬਹੁਤ ਇੰਪੋਰਟੈਂਟ ਹੈ ਔਰ ਇਹ ਬਹੁਤ ਸ਼ੌਕਿੰਗ ਵੀ ਹੈਗੀ ਸਾਡੇ ਸਾਰਿਆਂ ਦੇ ਲਈ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ। ਵੈਨਕੂਵਰ ਨੂੰ ਔਰ ਟੋਰਾਂਟੋ ਦੀ ਮਾਰਕੀਟ ਨੂੰ ਅਗਰ ਦੋਨਾਂ ਨੂੰ ਅਸੀਂ ਬਾਹਰ ਕੱਢ ਦਈਏ ਤੇ ਬਾਕੀ ਕੈਨੇਡਾ ਦੇ ਵਿੱਚ ਪਤਾ ਹੀ ਨਹੀਂ ਹੈ ਕਿ ਹਾਊਸਿੰਗ ਬੂਮ ਕੀ ਹੈ। ਉਹ ਤੇ ਉਸੇ ਤਰ੍ਹਾਂ ਘਰ ਵਿਕਦੇ ਨੇ ਜਿਵੇਂ ਨਾਰਮਲੀ ਵਿਕਦੇ ਨੇ। ਬਟ ਇਹ ਦੋ ਪ੍ਰਾਪਰਟੀਆਂ, 2 ਏਰੀਆ ਨੇ ਜਿਹਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ। ਔਰ ਮੈਂ ਕਈ ਲੋਕਾਂ ਨੂੰ ਜਾਣਦਾ, ਸ਼ਾਇਦ ਤੁਸੀਂ ਵੀ ਜਾਣਦੇ ਹੋ ਹਰਜੀਤ ਜੀ, ਕਿ ਇੱਥੇ ਆਪਣੇ ਘਰ ਲੋਰ ਮੇਨਲੈਂਡ ਦੇ ਵੇਚ ਕੇ ਐਬਸਫੋਰਡ ਤੋਂ ਅੱਗੇ ਮਿਸ਼ਨ ਤੋਂ ਅੱਗੇ ਚਿਲਾਵੈਟ ਤੱਕ ਉਹਨਾਂ ਨੂੰ ਜਾਣਾ ਪੈ ਰਿਹਾ ਕਿਉਂਕਿ ਘਰਾਂ ਦੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਰੇਂਜ ਦੇ ਵਿੱਚ ਨਹੀਂ ਆ ਰਹੀ ਪ੍ਰਾਈਸ, ਜਿਹੜੀ ਕਿ ਅੱਗੇ ਜਾ ਕੇ ਪ੍ਰੋਬਲਮੈਟਿਕ ਕਾਫੀ ਜ਼ਿਆਦਾ ਵੱਧ ਜਾਣੀ ਸਾਰਿਆਂ ਨੂੰ। ਗੱਲ ਇਹੀ ਹੈ, ਅਕਸਰ ਤਾਹਰ ਮਲਕ ਜੀ ਮੈਂ ਕਰਦਾ ਰਹਿਣਾ ਕਮਿਊਨਿਟੀ ਨਾਲ ਵੀ ਸਭ ਕੁਝ ਵਧੀਆ, ਪੈਸੇ ਆਉਂਦੇ ਵਧੀਆ ਲੱਗਦੇ ਨੇ, ਤੁਹਾਨੂੰ ਬਣਦੇ ਨੇ ਪੈਸੇ, ਭਾਈਚਾਰਾ ਖੁਸ਼ਹਾਲ ਹੋਵੇ ਵਧੀਆ, ਪਰ ਕਈ ਵਾਰ ਅਪਸਾਈਡ ਡਾਊਨ ਜਦ ਹੁੰਦਾ ਉਹ ਮੁਸ਼ਕਲ ਹੈ। ਇਹਦਾ ਖਿਆਲ ਰੱਖਣ ਦੀ ਲੋੜ ਹੈ। ਜਿਹੜਾ ਈਵਨ GDP ਦੇ ਹਿਸਾਬ ਨਾਲ ਟੋਟਲ ਕੈਨੇਡਾ ਦੀ GDP ਦੇ ਹਿਸਾਬ ਦੇ ਨਾਲ ਵੇਖਿਆ ਜਾਵੇ 2 ਟ੍ਰਿਲੀਅਨ ਦਾ ਡੈਟ ਬਹੁਤ ਵੱਡਾ ਡੈਟ ਹੈ। ਜੇ ਔਰ ਸਰਕਾਰਾਂ ਨੂੰ ਸੋਚਣਾ ਇਹਦਾ ਅਸੀਂ ਤਾਂ ਇਸ ਗੱਲ ਤੇ ਰੋਸ਼ਨੀ ਪਾ ਸਕਦੇ। ਇਹ ਕੱਲ ਨੂੰ ਅਫੋਰਡੇਬਿਲਿਟੀ ਟੁੱਟ ਗਈ, ਬੰਦੇ 3-3, 4-4 ਲੱਖ ਆ ਰਹੇ ਨੇ, ਉਸ ਤੋਂ ਬਾਅਦ ਟੈਂਪਰੇਰੀ ਫੋਰਨ ਵਰਕਰ ਆ ਰਹੇ ਨੇ, ਬੰਦਿਆਂ ਦੀਆਂ ਨੌਕਰੀਆਂ ਕੋਵਿਡ ਕਰਕੇ ਘਟ ਗਈਆਂ ਤੇ ਬਹੁਤ ਕੁਝ ਇਹਦੇ ਵਿੱਚ ਪਤਾ ਨਹੀਂ ਹੈ, ਰੱਬ ਜਾਣੇ ਕਿਸ ਤਰ੍ਹਾਂ ਕਹਾਣੀ ਚੱਲ ਰਹੀ ਹੈ। ਅੱਗੇ ਚੱਲੀਏ ਜੀ, ਟੈਕਸ ਫਾਈਲਿੰਗ ਟਾਈਮ ਹੈ, ਇਹਦੇ ਵਿੱਚ ਵੀ ਤੁਸੀਂ ਕੁਝ ਸਮਝਾਓ ਵੀ ਟੈਕਸ ਫਾਈਲਿੰਗ ਵੇਲੇ ਕੀ ਖਿਆਲ ਰੱਖਣ ਦੀ ਲੋੜ ਹੈ? ਬਿਲਕੁਲ ਹਰਜੀਤ ਜੀ, ਟੈਕਸ ਫਾਈਲਿੰਗ ਹਰ ਬੰਦੇ ਦੇ ਉੱਪਰ ਇਹ ਫਰਜ਼ ਹੈ ਸਾਡੇ ਸਾਰਿਆਂ ਦੇ ਕਿ ਟੈਕਸ ਅਸੀਂ ਫਾਈਲ ਕਰਨਾ ਹੈ, ਹਰ ਸਾਲ ਫਾਈਲ ਕਰਨਾ ਹੈ। ਔਰ ਕਈ ਲੋਕਾਂ ਨੂੰ ਘਰ ਦੀ ਗੱਲ ਹਲੇ ਅਸੀਂ ਕਰ ਰਹੇ ਸੀ ਤੇ ਕਈ ਲੋਕਾਂ ਨੂੰ ਸ਼ਾਇਦ ਇਹਦਾ ਪਤਾ ਨਾ ਹੋਏ ਕਿ ਅਗਰ ਤੁਸੀਂ ਆਪਣੀ ਬੇਸ਼ੱਕ ਪ੍ਰਾਇਮਰੀ ਰੈਜ਼ੀਡੈਂਸੀ ਵੀ ਵੇਚਦੀ ਹੋ ਤਾਂ ਤੁਹਾਨੂੰ ਟੈਕਸਮੈਨ ਨੂੰ ਦੱਸਣਾ ਪੈਂਦਾ ਹੈ ਕਿ ਭਾਈ ਮੈਂ ਆਪਣਾ ਘਰ ਵੇਚਿਆ। ਪ੍ਰਾਪਰਟੀ ਅਗਰ ਰੈਂਟਲ ਪ੍ਰਾਪਰਟੀ ਸੀ
ਜਾਂ ਤੁਸੀਂ ਫਲਿੱਪ ਅਗਰ ਕੀਤੀ ਹੈ, ਕਿਉਂਕਿ ਲੇਟਲੀ ਦੇਖੋ ਹਰਜੀਤ ਜੀ ਬੜੀ ਪ੍ਰਾਪਰਟੀਆਂ ਫਲਿੱਪ ਵੀ ਲੋਕ ਕਰ ਰਹੇ ਨੇ। ਔਰ ਇਹ ਫਾਈਨੈਂਸ਼ੀਅਲ ਪੋਸਟ ਦੇ ਵਿੱਚ ਇੱਕ ਹੋਰ ਆਰਟੀਕਲ ਸੀ, ਅਗਰ ਤੁਸੀਂ ਉਹਨੂੰ ਦੇਖਿਆ ਹੋਏ, ਕਿ ਫਲਿੱਪਿੰਗ ਜਿਹੜੀ ਹੈਗੀ ਹੈ ਉਹ CMSE ਨੂੰ ਪਤਾ ਕਿ ਫਲਿੱਪਿੰਗ ਬਹੁਤ ਹੋ ਰਹੀ ਹੈ, ਜਿੱਥੇ ਕਰਕੇ ਵੀ ਪ੍ਰਾਈਸਾਂ ਕਾਫੀ ਉੱਪਰ ਜਾ ਰਹੀਆਂ। ਸੋ ਜਿਹੜੀ ਤੁਹਾਡੀ ਟੈਕਸੀ ਟਾਈਮ ਹੈ, ਜਦੋਂ ਟੈਕਸ ਤੁਸੀਂ ਫਾਈਲ ਕਰਨਾ ਹੈ ਤੇ ਆਪਣੇ ਅਕਾਊਂਟੈਂਟ ਨੂੰ ਇਹ ਅਜ਼ਿਊਮ ਨਾ ਕਰੋ ਕਿ ਉਹਨਾਂ ਨੂੰ ਪਤਾ ਹੈ, ਤੁਹਾਡੇ ਪੁਰਾਣੇ ਅਕਾਊਂਟੈਂਟ ਨੇ ਤੇ ਉਹਨਾਂ ਨੂੰ ਪਤਾ ਕਿ ਤੁਸੀਂ ਘਰ ਵੇਚਦਾ। ਤੁਹਾਡਾ ਇਹ ਫਰਜ਼ ਹੈ ਕਿ ਜਦ ਤੁਸੀਂ ਟੈਕਸ ਦੇ ਪੇਪਰ ਫਾਈਲ ਕਰ ਰਹੇ ਹੋ, ਉਹਦੇ ਤੇ ਸਾਈਨ ਕਰ ਰਹੇ ਹੋ, ਤੁਹਾਡਾ ਫਰਜ਼ ਹੈ ਕਿ ਤੁਸੀਂ ਪੇਪਰਾਂ ਨੂੰ ਪੜ੍ਹ ਕੇ ਸਾਈਨ ਕਰੋ ਔਰ ਆਪਣੀ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਜ਼ਰੂਰ ਦੱਸੋ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜਾ ਤੁਹਾਡਾ ਘਰ ਵੇਚਿਆ ਤੁਸੀਂ, ਅਗਰ ਰੈਂਟਲ ਪ੍ਰਾਪਰਟੀ ਸੀ ਜਾਂ ਪ੍ਰਾਇਮਰੀ ਸੀ, ਜ਼ਰੂਰੀ ਨਹੀਂ ਕਿ ਉਹਦੇ ਉੱਪਰ ਤੁਹਾਨੂੰ ਟੈਕਸ ਪੈਣਾ ਹੈ। ਕੈਪੀਟਲ ਗੇਨ ਟੈਕਸ ਦੀ ਮੈਂ ਗੱਲ ਕਰ ਰਿਹਾ, ਬਟ ਅਗਰ ਤੁਸੀਂ ਡਿਸਕਲੋਜ਼ ਨਹੀਂ ਕਰਦੇ, ਤੁਸੀਂ ਦੱਸਦੇ ਨਹੀਂ ਹੋ, ਤੇ ਉਹ ਮਸਲੇ ਜਿਹੜੇ ਨੇ ਅੱਗੇ ਜਾ ਕੇ ਬਹੁਤ ਜ਼ਿਆਦਾ ਵੱਧ ਜਾਣਗੇ ਤੁਹਾਡੇ ਲਈ, ਕਿਉਂਕਿ ਫਿਰ ਰੈਵਨਿਊ ਕੈਨੇਡਾ ਤੁਹਾਡੇ ਉੱਪਰ ਪੈਨਲਟੀ ਵੀ ਲਾਏਗਾ, ਇੰਟਰਸਟ ਵੀ ਲਾਏਗਾ। ਸੋ ਜਿਹੜੀ ਪ੍ਰੋਬਲਮ ਜਿਹੜੀ ਤੁਸੀਂ ਸਿਰਫ ਡਿਸਕਲੋਜ਼ ਕਰਕੇ ਦੱਸ ਕੇ ਉਹਨੂੰ ਖਤਮ ਕਰ ਸਕਦੇ ਸੀ, ਉਹਨੂੰ ਛੁਪਾ ਕੇ ਜਾਂ ਉਹਨੂੰ ਨਾ ਦੱਸ ਕੇ ਤੁਸੀਂ ਆਪਣੇ ਲਈ ਬਹੁਤ ਵੱਡੀ ਜਿਹੜੀ ਪ੍ਰੋਬਲਮ ਖੜੀ ਕਰ ਸਕਦੇ ਹੋ। ਦੂਜੀ ਗੱਲ ਜਿਹੜੀ ਹੈਗੀ ਹੈ ਜਿਹਦੀ ਇਹਦੇ ਨਾਲ ਟੈਕਸ ਦੇ ਵਿੱਚ ਬਹੁਤ ਲੋਕਾਂ ਨੇ ਆਪਣੀਆਂ ਕੰਪਨੀਆਂ ਖੋਲੀਆਂ ਹੋਈਆਂ ਨੇ ਘਰਾਂ ਦੇ ਵਿੱਚ, ਜਿਹਨੂੰ ਅਸੀਂ ਲਿਮਿਟਡ ਕੰਪਨੀ, ਇਨਕੋਰਪੋਰੇਸ਼ਨ ਕੰਪਨੀ ਕਹਿ ਦਿੰਦੇ ਆ। ਅਗਰ ਤੁਸੀਂ ਉਹਦੇ ਉੱਤੇ ਕੰਮ ਕਰ ਰਹੇ ਹੋ ਜਾਂ ਕੰਮ ਨਹੀਂ ਕਰ ਰਹੇ, ਕੰਪਨੀ ਤੁਹਾਡੀ ਐਕਟਿਵ ਹੈ ਜਾਂ ਨਹੀਂ ਐਕਟਿਵ, ਉਹਦਾ ਟੈਕਸ ਜ਼ਰੂਰ ਫਾਈਲ ਕਰੋ, ਕਿਉਂਕਿ ਜਦੋਂ ਨੌਨ ਫਾਈਲਿੰਗ ਤੁਸੀਂ ਕਰਦੇ ਹੋ, ਫਾਈਲ ਤੁਹਾਡਾ ਟੈਕਸ ਨਹੀਂ ਹੁੰਦਾ, ਤੇ ਰੈਵਨਿਊ ਕੈਨੇਡਾ ਆਪਣੇ ਵੱਲੋਂ ਕੁਝ ਸਾਲ ਬਾਅਦ ਜਾਂ 2 ਸਾਲ ਬਾਅਦ, ਡਿਪੈਂਡਿੰਗ ਉਹਨਾਂ ਦਾ ਆਡੀਟਰ ਜਦੋਂ ਕਦੋਂ ਉਹਨੂੰ ਯਾਦ ਆ ਜਾਏ, ਉਹਦਾ ਆਡਿਟ ਕੱਢ ਕੇ ਤੁਹਾਡੇ ਸਿਰ ਜਿਹੜਾ ਕਰਜ਼ਾ ਕੱਢ ਦਿੰਦਾ, ਲਓ ਜੀ ਇਹ ਤੁਹਾਡੀ ਕੰਪਨੀ ਹੈ ਤੇ ਇਹਦੇ ਸਿਰ ਇੰਨਾ ਕਰਜ਼ਾ, ਬੇਸ਼ੱਕ ਉਹਨੇ ਕੰਮ ਨਹੀਂ ਵੀ ਕੀਤਾ। ਸੋ ਉਹਨੂੰ ਬਚਾਉਣ ਦੇ ਲਈ ਕੀ ਹੈ ਕਿ ਆਪਣਾ ਟੈਕਸ ਜ਼ਰੂਰ ਫਾਈਲ ਕਰੋ ਕੰਪਨੀ ਦਾ, ਭਾਵੇਂ ਜ਼ੀਰੋ ਇਨਕਮ, ਉਹਦਾ ਟੈਕਸ ਫਾਈਲਿੰਗ ਜ਼ਰੂਰ ਕਰੋ। ਅਗਰ ਤੁਹਾਨੂੰ ਲੋੜ ਨਹੀਂ ਹੈ, ਤੁਸੀਂ ਕੰਪਨੀ ਯੂਜ਼ ਨਹੀਂ ਕਰ ਰਹੇ ਜਾਂ ਬਿਲਕੁਲ ਫਾਰਕ ਸ਼ੈਲ ਕੰਪਨੀ ਪਈ ਹੈ, ਤੇ ਉਹਨੂੰ ਤੁਸੀਂ ਬੰਦ ਕਰਾ ਸਕਦੇ ਹੋ, ਕਿਉਂਕਿ ਇੱਕ ਇਹੋ ਜਿਹੀ ਲਾਇਬਿਲਿਟੀ ਹੈ, ਇੱਕ ਇਹੋ ਜਿਹੀ ਤਲਵਾਰ ਹੈ ਜਿਹੜੇ ਤੁਹਾਡੇ ਸਿਰ ਤੇ ਕਦੀ ਵੀ ਡਿੱਗ ਕੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ। ਸੋ ਟੈਕਸ ਜ਼ਰੂਰ ਫਾਈਲ ਕਰੋ ਆਪਣੀ। ਅਗਰ ਰੈਵਨਿਊ ਕੈਨੇਡਾ ਵੱਲੋਂ ਕੋਈ ਚਿੱਠੀ ਆਉਂਦੀ ਹੈ, ਆਪਣੇ ਅਕਾਊਂਟਰ ਕੋਲ ਜਾ ਕੇ ਉਹਦਾ ਮਸਲਾ ਜ਼ਰੂਰ ਹੱਲ ਕਰੋ, ਉਹਨੂੰ ਅਣਗਹਿਲਾ ਨਾ ਕਰੋ, ਔਰ ਉਹਨੂੰ ਬਿਲਕੁਲ ਇਹ ਨਾ ਸਮਝੋ ਕਿ ਕੋਈ ਇੱਕ ਚਿੱਠੀ ਹੈ ਤੇ ਕੋਈ ਗੱਲ ਨਹੀਂ, ਆਪੇ ਭੁੱਲ ਜਾਣਗੇ ਜਾਂ ਸਾਈਡ ਤੇ ਹੋ ਜਾਣਗੇ। ਰੈਵਨਿਊ ਕੈਨੇਡਾ ਕਦੀ ਭੁੱਲਦਾ ਨਹੀਂ ਜੀ, ਉਹਨਾਂ ਨੂੰ ਯਾਦ ਰਹਿੰਦਾ, ਔਰ ਅੱਗੇ ਜਾ ਕੇ ਤੁਹਾਡੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਲੇਟਰ ਔਨ। ਸਾਲ ਬਾਅਦ ਅਗਰ ਉਹ ਵਾਪਸ ਆਉਂਦੇ ਨੇ, ਤੇ ਅੱਜ ਅਗਰ ਤੁਹਾਡਾ ਕਰਜ਼ਾ 5000 ਦਾ, ਸਾਲ ਬਾਅਦ ਉਹ ਤੁਹਾਡਾ 20-25,000 ਦਾ ਬਣ ਜਾਏਗਾ। ਸੋ ਇਹਨੂੰ ਛੁਪਾਓ ਨਾ, ਇਹਨੂੰ ਛੱਡੋ ਨਾ, ਟੈਕਸ ਫਾਈਲ ਕਰੋ, ਆਪਣੇ ਘਰਾਂ ਦੇ ਬਾਰੇ ਜ਼ਰੂਰ ਦੱਸੋ। ਔਰ ਦੂਜਾ, ਸਾਡੇ ਸਾਰੇ ਘਰਾਂ ਦੇ ਵਿੱਚ ਹਰਜੀਤ ਜੀ ਮੈਜੋਰਟੀ ਲੋਕਾਂ ਦੀਆਂ ਬੇਸਮੈਂਟਾਂ ਰੈਂਟ ਆਊਟ, ਰੈਂਟਲ ਇਨਕਮ ਜ਼ਰੂਰ ਪਾਓ, ਆਪਣੀ ਇਨਕਮ ਜ਼ਰੂਰ ਦੱਸੋ, ਕਿਉਂਕਿ ਰੈਵਨਿਊ ਕੈਨੇਡਾ ਨੂੰ ਪਤਾ ਹੈ ਕਿ ਤੁਹਾਡੇ ਘਰ ਦੇ ਵਿੱਚ ਅਗਰ ਬੇਸਮੈਂਟ ਹੈ ਤੇ ਉਹਦੇ ਵਿੱਚ ਕੋਈ ਹੋਰ ਬੰਦਾ ਰਹਿ ਰਿਹਾ। ਉਹ ਇਨਕਮ ਛੁਪਾਓ ਨਾ, ਕਿਉਂਕਿ ਜਦੋਂ ਇਨਕਮ ਛੁਪਾਉਣਾ ਸ਼ੁਰੂ ਕਰਦੇ ਹੋ, ਬਾਅਦ ਦੇ ਵਿੱਚ ਉਹ ਬੜੇ ਲੰਬੇ ਪੁਆਰੇ ਪੈ ਜਾਂਦੇ ਨੇ, ਉਹਦੇ ਚ ਨਿਕਲਣਾ ਬੜਾ ਔਖਾ ਹੋ ਜਾਂਦਾ। ਸੋ ਆਪਣੇ ਟੈਕਸ ਵੀ ਫਾਈਲ ਕਰੋ ਔਰ ਪ੍ਰੋਪਰਲੀ ਸਹੀ ਫਾਈਲ ਕਰੋ, ਕੋਈ ਚੀਜ਼ ਛੁਪਾਓ ਨਾ, ਕਿਉਂਕਿ ਸਰਕਾਰਾਂ ਦਾ ਕੋਈ ਚੀਜ਼ ਛੁਪਾ ਕੇ ਫਾਇਦਾ ਨਹੀਂ ਹੈ। ਆਪਣਾ ਹੱਕ ਅਦਾ ਕਰੋ ਚੰਗਾ ਕੈਨੇਡੀਅਨ ਹੋਣ ਦਾ, ਤਾਂ ਕਿ ਅੱਗੇ ਜਾ ਕੇ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅੱਛਾ ਮਲਕ ਜੀ, ਇਹ ਗੱਲ ਕਿਤੇ ਨਾ ਕਿਤੇ ਸਰਕਾਰੀ ਅਦਾਰਿਆਂ ਦੇ ਸਰਕਾਰੀ ਦਫ਼ਤਰਾਂ 'ਚ ਪਿਛਲੇ ਦਿਨਾਂ ਦੀ ਚੱਲ ਰਹੀ ਹੈ ਕਿ ਇਹ ਜਿਹੜਾ ਕੈਪੀਟਲ ਗੇਨ ਤੇ ਅੰਟੈਰੀਓ ਤੋਂ ਵੀ ਮੈਨੂੰ ਇਸ ਗੱਲ ਦਾ ਪਤਾ ਲੱਗਿਆ, ਇੱਥੇ ਵੀ ਕੈਪੀਟਲ ਗੇਨ ਵੱਲ ਨਿਗਾਹ ਸਰਕਾਰ ਮਾਰਦੀ ਫਿਰਦੀ ਆ ਹੁਣ, ਬਈ ਇਹ ਅਸੀਂ ਬਈ ਇਹ ਬਹੁਤ ਕਮਾਈ ਹੈ ਤੇ ਇਹਦੇ ਤੇ ਟੈਕਸ ਲੱਗ ਸਕਦਾ, ਇਹੋ ਜਿਹਾ ਕੁਛ ਤੁਹਾਡੇ ਧਿਆਨ ਗੋਚਰੇ ਹੈ? ਹਰਜੀਤ ਜੀ ਦੇਖੋ, ਸਰਕਾਰਾਂ ਦਾ ਅਗਰ ਅਸੀਂ ਸਾਈਡ ਤੇ ਰੱਖੀਏ, ਅਗਰ ਅਸੀਂ ਆਪਣੇ ਘਰ ਵੱਲ ਝਾਕ ਮਾਰੀਏ, ਅਗਰ ਸਾਨੂੰ ਪਤਾ ਜੀ ਸਾਡਾ ਖਰਚਾ ਬਹੁਤਾ ਹੋ ਗਿਆ ਹੈ ਤੇ ਅਸੀਂ ਆਪਣੀ ਇਨਕਮ ਵਧਾਉਣੀ ਹੈ, ਇਨਕਮ ਵਧਾਉਣ ਦੇ ਲਈ ਅਸੀਂ ਦੂਜੀ ਜੌਬ ਲੱਭਾਂਗੇ ਜਾਂ ਕੋਈ ਐਕਸਟਰਾ ਕੰਮ ਕਰਾਂਗੇ। ਉਵੇਂ ਜਦੋਂ ਦਾ ਸਰਕਾਰ ਦੇ ਇਹ ਪੈਂਡੈਮਿਕ ਆਇਆ, ਸਰਕਾਰ ਜਿਹੜਾ ਦਿਲ ਖੋਲ ਕੇ ਲੋਕਾਂ ਦੀ ਗ੍ਰਾਂਟਸ ਦੇ ਰਹੀ ਹੈ, ਉਹਨਾਂ ਦੀ ਸਰਵ ਦੇ ਰਹੀ ਹੈ, ਬਿਜ਼ਨਸ ਦੇ ਲਈ ਉਹਨਾਂ ਨੂੰ ਹੈਲਪ ਕਰ ਰਹੀ ਹੈ, ਤੇ ਉਹਨਾਂ ਨੇ ਜ਼ਰੂਰ ਦੇਖਣਾ ਕਿ ਜਿੱਥੇ ਉਹਨਾਂ ਦੀ ਕਮਾਈ ਹੋ ਸਕਦੀ ਹੈ ਉੱਥੇ ਉਹ ਜ਼ਰੂਰ ਉਹਨੂੰ ਦੇਖਣ। ਔਰ ਜਿੱਥੇ ਤੱਕ ਤੁਸੀਂ ਗੱਲ ਕਹਿ ਰਹੇ ਹੋ ਜੀ, ਬਿਲਕੁਲ ਇਹ ਚੀਜ਼ਾਂ ਹੋ ਰਹੀਆਂ ਨੇ ਅੰਦਰ ਖਾਤੇ, ਔਰ ਹੋਣਗੀਆਂ ਵੀ ਅੱਗੇ ਜਾ ਕੇ, ਕਿਉਂਕਿ ਇਹਦੇ ਵਿੱਚ ਰੈਂਟਲ ਪ੍ਰਾਪਰਟੀਆਂ ਔਰ ਫਲਿੱਪਿੰਗ ਜਿਹੜੀ ਹੈਗੀ ਹੈ, ਔਰ ਉਹ ਤੋਂ ਇਲਾਵਾ ਲੋਕੀ 3-3 ਮਹੀਨੇ ਬਾਅਦ 6-6 ਮਹੀਨੇ ਬਾਅਦ ਘਰ ਵੇਚ ਰਹੇ ਨੇ ਔਰ ਅੰਦਰੋਂ 2-3 ਲੱਖ ਬਣਾ ਰਹੇ ਨੇ। ਤੇ ਆਫ ਕੋਰਸ ਜਿਹੜਾ ਟੈਕਸਮੈਨ ਹੈ ਉਹ ਤਾਂ ਮੰਗੇਗਾ ਜੀ, ਲਿਆਓ ਜੀ ਮੇਰਾ ਕਰਜ਼ਾ ਦਿਓ, ਮੇਰਾ ਟੈਕਸ ਦਿਓ ਇਹਦੇ ਵਿੱਚ, ਜਿਹੜਾ ਕਿ ਕਿਸੇ ਹੱਦ ਤੱਕ ਠੀਕ ਵੀ ਹੈ ਜੀ। ਅਗਰ ਮੈਂ 2 ਲੱਖ ਇੱਕ ਘਰ ਦੇ ਵਿੱਚ ਬਣਾ ਰਿਹਾ, ਅਗਰ ਮੇਰਾ ਕੈਪੀਟਲ ਗੇਨ ਟੈਕਸ ਲੈਸ ਤੇ ਉਹਦੇ ਵਿੱਚ 20,000 ਜਾਂ 25,000 ਬਣਦਾ ਵੀ ਹੈ, ਤੇ ਮੈਨੂੰ ਉਹ ਦਿੰਦੇ ਹੋਏ ਕੋਈ ਉਹਦੇ ਵਿੱਚ ਹੋਣਾ ਨਹੀਂ ਚਾਹੀਦਾ ਕਿ ਮੈਂ ਕਿਉਂ ਦਾ, ਮੈਨੂੰ ਬਿਲਕੁਲ ਦੇਣਾ ਚਾਹੀਦਾ ਕਿ ਮੈਂ ਮੁਨਾਫਾ ਕਮਾ ਰਿਹਾ
ਤੇ ਮੈਨੂੰ ਦੇਣ ਦੇ ਵਿੱਚ ਕੋਈ ਉਹਦਾ ਨੁਕਸਾਨ ਨਹੀਂ ਹੈ। ਇੰਜ ਜਿਵੇਂ ਇਨਕਮ ਟੈਕਸ ਹੈ, ਅਗਰ ਮੈਂ ਇਨਕਮ ਕਮਾ ਰਿਹਾ ਆਪਣੀ ਤੇ ਉਹਦੇ 'ਚ ਮੇਰਾ ਸਰਕਾਰ ਟੈਕਸ ਮੰਗਦੀ ਹੈ ਤੇ ਮੈਨੂੰ ਬਿਲਕੁਲ ਦੇਣਾ ਚਾਹੀਦਾ ਹੈ, ਕਿਉਂਕਿ ਆ ਜਾ ਕੇ ਉਹੀ ਟੈਕਸ ਸਾਡੇ ਉੱਪਰ ਹੀ ਲੱਗਣਾ ਹੈ। ਜੋ ਬਾਕੀ ਸਾਨੂੰ ਸਹੂਲਤਾਂ ਮਿਲਦੀਆਂ ਨੇ ਉਹਦੇ ਵਿੱਚ ਹੀ ਜਾਣਾ, ਕਿਸੇ ਦੀ ਜੇਬ ਦੇ ਵਿੱਚ ਨਹੀਂ ਜਾਣਾ। ਔਰ ਇਹ ਗੱਲ ਜਿਹੜੀ ਕਰ ਰਹੇ ਜੀ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦੀ ਹੈ। ਅਖੀਰ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੋ ਜੀ? ਬਿਲਕੁਲ ਹਰਜੀਤ ਜੀ, ਅਗਰ ਕਿਸੇ ਤੇ ਵੀ ਸਰ ਤੇ ਕਰਜ਼ਾ ਹੈ, ਪਰੇਸ਼ਾਨੀ ਕੋਈ ਉਹਨਾਂ ਨੂੰ ਹੈ, ਉਹਨਾਂ ਦੇ ਕ੍ਰੈਡਿਟ ਕਾਰਡ ਭਰ ਗਏ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਲੈਕਸ਼ਨ ਕਾਲਾਂ ਆ ਰਹੀਆਂ ਨੇ, ਘਬਰਾਉਣਾ ਨਹੀਂ ਹੈ, ਡਰਨਾ ਨਹੀਂ ਹੈ। ਬਿਲਕੁਲ ਆਪਣੇ ਆਪ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲਾਣੀ। ਸਰਕਾਰ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਯੂਜ਼ ਕਰਦੇ ਹੋਏ ਲੀਗਲੀ ਅਸੀਂ ਤੁਹਾਡਾ ਕਰਜ਼ਾ ਜਿਹੜਾ 75% ਤੱਕ ਮਾਫ ਕਰਾ ਕੇ ਬਾਕੀ ਰਹਿੰਦੀ ਰਕਮ ਦੀਆਂ ਬਿਨਾਂ ਵਿਆਜ ਕਿਸ਼ਤਾਂ ਜਿਹੜੀਆਂ ਨੇ ਉਹ ਬਣਵਾ ਸਕਦੇ ਹਾਂ। ਔਰ ਤੁਹਾਡੇ ਜਿੰਨੇ ਐਸੈਟਸ ਨੇ ਉਹਨਾਂ ਨੂੰ ਬਚਾਉਂਦੇ ਹੋਏ ਇਹ ਸਾਰਾ ਪ੍ਰੋਸੈਸ ਕੀਤਾ ਜਾਂਦਾ ਹੈ। ਮੇਰੇ ਨਾਲ ਅਹਿਮਦ ਮਲਿਕ, ਅਸੀਂ ਦੋਵੇਂ ਗਵਰਨਮੈਂਟ ਸਰਟੀਫਾਈਡ ਕ੍ਰੈਡਿਟ ਕੰਸਲਟੈਂਟ ਹੈਗੇ ਹਾਂ। ਤੁਸੀਂ ਕਦੇ ਵੀ ਸਾਡੇ ਨਾਲ ਆ ਕੇ ਈਵਨਿੰਗ ਔਰ ਵੀਕਐਂਡਸ ਦੇ ਉੱਪਰ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਲ ਓਵਰ ਕੈਨੇਡਾ ਸਾਡੇ ਆਫਿਸਿਸ ਮੌਜੂਦ ਨੇ। ਸਾਡਾ ਨੰਬਰ ਤੁਸੀਂ ਆਪਣੇ ਕੋਲ ਰੱਖ ਲਓ, ਐਨੀ ਟਾਈਮ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਸਾਡਾ ਹੈ 604 909 2277 604 909 2277। ਰੱਬ ਨਾ ਕਰੇ ਸਾਡੇ ਕਿਸੇ ਵੀ ਭੈਣ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਇਸ ਕਰਜ਼ੇ ਸੰਬੰਧੀ ਪ੍ਰੋਬਲਮ ਹੋਏ, ਬਟ ਅਗਰ ਮਸਲਾ ਹੋਏ ਐਨੀ ਟਾਈਮ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਕਰਜ਼ਿਆਂ ਤੋਂ ਮੁਕਤ ਇੱਕ ਨਵਾਂ ਜੀਵਨ ਜਿਹੜਾ ਹਾਸਲ ਕਰਾ ਸਕਦੇ ਹੋ। ਤੇ ਹਰਜੀਤ ਜੀ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ। ਜ਼ਿੰਦਗੀ ਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਗੱਲਬਾਤ ਕਰਾਂਗੇ। ਧੰਨਵਾਦ ਮਲਕ ਸਾਹਿਬ। ਸ਼ੁਭ ਸ਼ਾਮ। ਸਤਿ ਸ਼੍ਰੀ ਅਕਾਲ। ਥੈਂਕ ਯੂ। ਕੱਲ ਤਾਹਰ ਮਲਕ ਉਹਨਾਂ ਨਾਲ ਸੁਣ ਰਹੇ ਸੋ, ਮੈਂ ਜਿਹੜੀ ਗੱਲ ਤੁਹਾਡੇ ਨਾਲ ਹੁਣ ਵੀ ਕਰਨੀ ਚਾਹੁੰਦਾ, ਫਾਈਨੈਂਸ਼ੀਅਲ ਪੋਸਟ ਦਾ ਇੱਕ ਓਪੀਨੀਅਨ ਆਇਆ ਕਿ ਕੈਨੇਡਾ ਹਾਊਸ ਰਿਚ ਹੋ ਰਿਹਾ ਤੇ ਬਾਕੀ ਚੀਜ਼ਾਂ ਪੂਰ ਹੋ ਰਹੀਆਂ ਨੇ। ਇਹ ਜਰਮੀ ਐਮ ਥ੍ਰੋਨਿਕ ਤੇ ਵਿਲੀਅਮ BP ਰੌਬਸਨ ਨੇ ਲਿਖਿਆ, ਜਿਹੜੇ ਸਪੈਸ਼ਲ ਨੇ ਫਾਈਨੈਂਸ਼ੀਅਲ ਪੋਸਟ ਲਈ, ਵਧੀਆ ਲਿਖਦੇ ਆ। ਹਾਊਸਿੰਗ ਮਾਰਕੀਟ ਹੈ ਜਿਹੜੀ, ਨਵੀਂ ਕੰਸਟਰਕਸ਼ਨ, ਰੈਨੋਵੇਸ਼ਨਸ, ਬਹੁਤ ਕੁਝ ਚੱਲ ਰਿਹਾ। ਤੇ ਹੋਰ ਬਿਜ਼ਨਸ ਜਿਹੜੀ ਇਨਵੈਸਟਮੈਂਟ ਆ, ਨਾਨ ਰੈਜ਼ੀਡੈਂਸ਼ੀਅਲ ਸਟਰਕਚਰ ਨੇ ਜਿਹੜੇ, ਮਸ਼ੀਨਰੀ, ਇਕਵਿਪਮੈਂਟ, ਤੇ ਉਹ ਸਭ ਡਾਊਨ ਜਾ ਰਿਹਾ। 2020 ਦੇ ਵਿੱਚ ਬੜੀ ਟਰਬਲਿੰਗ ਹੋਈ। ਅਸਲ ਕਹਾਣੀ ਕੀ ਹੋ ਗਈ ਕਿ 2020 ਚ ਜਿਉਂ ਹੀ ਪੈਂਡੈਮਿਕ ਨੇ ਹਿੱਟ ਕੀਤਾ ਮਾਰਕੀਟ ਨੂੰ, ਬਾਕੀ ਚੀਜ਼ਾਂ ਘਟ ਗਈਆਂ। ਕੰਸਟਰਕਸ਼ਨ ਇੰਡਸਟਰੀ ਜਿਹੜੀ ਬੂਮ ਤੇ ਚਲੇ ਗਈ। ਕਾਰਨ ਭੱਤੇ ਮਿਲਣ ਲੱਗ ਗਏ, ਪੈਸਾ ਧੇਲਾ ਮਿਲਣ ਲੱਗ ਗਿਆ, ਬਿਜ਼ਨਸ ਵਾਲਿਆਂ ਨੂੰ ਜਿਹੜੀ ਸਬਸਿਡੀ ਮਿਲਣ ਲੱਗ ਗਈ। ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਖਰਚੇ ਸੀ, $40,000 $40,000 ਕੰਪਨੀ ਨੂੰ ਮਿਲ ਗਿਆ। ਜੇ 4-5 EMPLOYE ਸੀ, ਕਿਸੇ ਦੀਆਂ 3-3 4-4 ਕੰਪਨੀ ਸੀ, $1.5 ਲੱਖ ਇਕੱਠਾ ਕਿਤੇ ਥੋੜਾ, ਤੇ ਉਹ 3-3 ਸਾਲ ਮੋੜਨੇ, $1.5 ਲੱਖ ਨਾਲ ਘਰ ਆ ਜਾਂਦਾ ਇੱਕ। ਸੋ ਇੱਕ ਘਰ ਤੋਂ ਵੱਧ ਇਨਵੈਸਟਮੈਂਟ ਦੇ ਤੌਰ ਤੇ ਕਿਸੇ ਦੇ ਸਿਰ ਤੇ ਛੱਤ ਨਹੀਂ, ਕਿਸੇ ਨੇ ਉਸ ਨੂੰ ਇਨਵੈਸਟਮੈਂਟ ਤੇ ਉਹ ਮਹੀਨੇ 2 ਨਹੀਂ ਪਏ, $1.5 ਲੱਖ ਡਾਲਰ ਨਾਲ ਬਣ ਗਿਆ। ਜ਼ਿਲ੍ਹਾ ਵੈਕ ਦੇ ਵਿੱਚ 6.5 ਲੱਖ ਦਾ ਘਰ 7 ਲੱਖ ਦਾ ਹੋ ਗਿਆ। ਲੋਕਾਂ ਨੇ 4.5 ਪੌਣੇ 5 ਦੇ ਲਾਏ, 20 ਲੱਖ 20-25 ਹਜ਼ਾਰ ਉੱਪਰ ਲਾਇਆ ਤੇ ਰੈਨੋਵੇਟ ਕੀਤਾ, ਇੱਕ ਬੇਸਮੈਂਟ ਬਣਾਈ, $1.5 ਲੱਖ ਘਰ ਦੇ ਵਿੱਚ ਵੱਧ ਗਿਆ। ਇਹ ਪਹਿਲੀ ਵਾਰ ਸਾਈਕਲ ਨਹੀਂ ਆਇਆ, ਬਹੁਤ ਵਾਰ ਇਸ ਤਰ੍ਹਾਂ ਹੀ ਹੁੰਦਾ। ਮੈਨੂੰ 2005 ਦੀ ਗੱਲ ਯਾਦ ਹੈ, ਪਹਿਲਾ ਹੀ ਬੂਮ ਇਸ ਦੇਸ਼ ਦੇ ਵਿੱਚ ਵੇਖਿਆ। ਅੱਜ ਕੁਛ, ਕੱਲ ਕੁਛ। ਦਿਹਾੜੀ ਦੀ ਗੱਲ, ਸਵਾ 1,60,60 ਹਜ਼ਾਰ ਦੇ ਰੈਂਚਰ, 60x120 ਦੇ ਸਟੈਂਡਰਡ, ਪੌਣੇ 3, 3.5, 4, 5, 7, 11, 12 ਤੱਕ ਢਾਉਣ ਵਾਲਾ ਇੱਕ ਬਹੁਤ ਸਾਡੀ ਟਰਮ ਸੀ, ਢਾਉਣ ਵਾਲਾ ਰੈਂਚਰ 12 ਲੱਖ ਦਾ। ਹੁਣ ਵੀ ਵਾਰ ਜਿਹੜੀ ਹੋ ਰਹੀ ਹੈ, ਬਾਰਗੇਨਿੰਗ ਨਹੀਂ ਹੁੰਦੀ, ਜਿਹੜੀ ਆਪਣੇ ਆਫਰ ਵਾਰ ਉਹਨੇ ਸਿਰੇ ਲਾਈ ਪਈ ਹੈ। 2020 ਦੇ ਵਿੱਚ ਰੈਜ਼ੀਡੈਂਸ਼ੀਅਲ ਇਨਵੈਸਟਮੈਂਟ ਜਿਹੜੀ 20% ਹਾਇਰ ਚਲੀ ਗਈ 2019 ਨਾਲੋਂ, ਤੇ ਅਲਟਰਾ ਲੋ ਇੰਟਰਸਟ ਰੇਟ ਆ ਜਿਹੜਾ ਉਸਨੇ ਹਲਾਇਆ ਪਿਆ। ਨਾਨ ਰੈਜ਼ੀਡੈਂਸ਼ੀਅਲ ਜਿਹੜੇ ਰੈਜ਼ੀਡੈਂਸ਼ੀਅਲ ਸਟਰਕਚਰ ਨੇ 11% ਲੋ ਨੇ, ਮਸ਼ੀਨਰੀ ਤੇ ਇਕਵਿਪਮੈਂਟ 16% ਲੋਅਰ ਹੈ। ਗੱਲ ਇਹ ਆ ਵੀ ਇਵੈਂਚੁਅਲੀ ਹੁਣ ਤਾਂ 2-2 ਹਜ਼ਾਰ ਆਉਂਦਾ, ਵੋਟਾਂ ਤੱਕ ਟਰੂਡੋ ਹੋਰ ਦੇ ਦੂ, ਤੇ ਦੂਜੇ ਬੰਨੇ ਉਹ 2-2 ਹਜ਼ਾਰ ਲਿਆਉਣਾ ਕਿੱਥੇ ਹੈ? ਉਹ ਆਉਣਾ ਕਿੱਥੋਂ ਹੈ? ਉਹ ਕਿੱਥੋਂ ਆਉਣਾ? ਉਹ ਤੁਹਾਡੇ ਤੋਂ ਹੀ ਆਉਣਾ। ਤੇ ਤੁਸੀਂ ਵੇਖਦੇ ਹੋ ਪ੍ਰਾਪਰਟੀ ਟਰਾਂਸਫਰ ਟੈਕਸ, ਚਾਹੇ ਉਹ ਜਿੱਥੋਂ ਮਰਜ਼ੀ ਪੈਸੇ ਲਿਆਓ, ਚਾਹੇ ਉਹ ਕਹਿੰਦੇ ਵੀ
1 ਬਿਲੀਅਨ ਦੀ ਕੋਈ ਮੌਰਗੇਜ ਐਡਵਾਈਜ਼ਰ ਝੂਠੇ ਪੇਪਰ ਬਣਾ ਕੇ $900 ਮਿਲੀਅਨ 900 ਬਿਲੀਅਨ ਡਾਲਰ ਦੇ ਵੇਚ ਦੇਵੇ। ਪਰ ਉਹਦੀ ਕਹਾਣੀ ਜਿਹੜੀ ਖੜੀ ਹੈ ਉਹ ਇਸ ਤੇ ਖੜੀ ਹੈ ਕਿ ਅੱਗੇ ਕਿਵੇਂ ਜਾਣਾ ਉਹਨੇ, ਉਹ ਕਿੱਥੋਂ ਨਿਕਲੂਗਾ, ਕਿੱਥੋਂ ਪੈਸੇ ਪੂਰੇ ਹੋਣਗੇ। ਭੁਲਿੰਦਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਵੇਰੇ ਵੀ ਸੁਣਿਆ ਸੀਗਾ ਜੀ, ਹੁਣ ਵੀ ਜਿਹੜੇ ਹਿਸਾਬ ਨਾਲ ਗੱਲ ਚੱਲ ਰਹੀ ਆ ਮਾਰਕੀਟ ਦੀ ਜਾਂ ਕੰਮਕਾਰ ਕਿਸੇ ਦੇ ਵੱਧ ਗਏ ਕਿਸੇ ਦੇ ਘਟ ਗਏ, तो मैं थोड़ा आपदे बारे दसना चाहना जी भी वैसे तो मैं बहुत विश्वास करदा कि समा अपने आप तुहानू ले जांदा जिथे भी तुसीं तुहाडा दाना पानी लिखिया होया। पर मैं 5 साल 6 साल एबसफोर्ड रहा जी, इक्को ही घर च इक्को ही जॉब कीती आ, मतलब सेम ओही प्रोफैशन ते। पर मैं मेरे मन च सी यार कुछ वधिया जावे, इदू गां कुछ कीता जावे। मैं उत्थे बहुत हत्थ पैर मारे पर मैनू लग्या भी मेरा उत्थे नहीं सी सैट बन रहा, क्योंकि ऑलरेडी एक स्थापित इंडस्ट्री आ। किसी भी बिजनेस च ला लो, कोई फूड ला लो, कुछ किसी भी ढंग का बिजनेस ला लो तुसीं। तो मैनू लग्या मैं मेरा छोटे टाउन दे विच आउण दा सीगा जी, हर एक बंदे दी सिचुएशन इक्को जी नहीं हुंदी। एक तो मैनू ये हो गया मैं जिहड़ी जॉब इत्थे करदा सी सेम उही जॉब मैं इत्थे करदा जी, मेरी बदली हो गई, एक तरह मैं ट्रांसफर ले ली। तो मेरे कहने का मतलब है कि जे कोई बंदा चाहुंदा वा भी मैं यार मैं उही 8 to 5 नहीं करना, कुछ होर करना चाहुंदा आ दिनों च भी बाद ताकि थोड़ा लगे। तो हर बंदा सोच रहा जी, सोचण दा हक हरेक दा ना। तो चलो मैं इत्थे थोड़ा बिजनेस दा देखिया, मैं छोटे टाउन आया, मेरा दिल नहीं सी एक्सेप्ट कर रहा जाण नूं, पर मेरा दिमाग कही जांदा सी नहीं भी तैनूं शायद फायदा वा ना। ये चीज़ां मैनूं बॉडी ते भी असर पिया मेरी ते, इह चीज़ दा। एक तां जी छोटे टाउनां दे विच जिहड़े जिवें तुसीं सवेरे गल कीती सी कि जिहड़े अपने काम हत्थीं करन वाले काम आ उन्हां नूं प्रॉब्लम आऊगी। इन्हां टाउनां दे विच मैं तुहानूं तुहाडे रेडियो माध्यम राਹੀਂ दसना चाहुंदा, हुण भी सरी एबसफोर्ड तो बंदे आउंदे आ लेबर इत्थे काम करन, विच कोई घर बनाउणा या रेनू करनी आ। जे कोई बंदा छोटे टाउन ਭੁਲਿੰਦਰਪਾਲ छोटे टाउन ਇਹ ਦੱਸੋ ਵੀ ਤੁਸੀਂ ਪ੍ਰਿੰਸ ਜਾਰਜ ਹੋ ਜਾਂ ਪ੍ਰਿੰਸ ਰੂਪਰਟ ਹੋ ਜਾਂ ਫੋਰਟ ਨੈਲਸਨ ਹੋ, ਕਿੱਥੇ ਹੋ? ਪ੍ਰਿੰਸ ਰੂਪਰਟ ਆ ਜੀ, ਪ੍ਰਿੰਸ ਰੂਪਰਟ। ਅੱਛਾ ਓਕੇ। ਹੁਣ ਤਜਰਬਾ ਇੱਥੋਂ ਰਹਿ ਕੇ ਗਏ ਹੋ, ਇੱਥੇ ਦਾ ਤਜਰਬਾ ਹੁਣ ਖੁੱਲ ਕੇ ਸਮਝਾਇਓ ਲੋਕਾਂ ਪਲੀਜ਼। ਮੈਂ ਜੀ ਜਿਵੇਂ ਮੇਰੀ ਜੌਬ ਸੀਗੀ ਉੱਥੇ ਉਹ ਵੀ 8 to 5 ਵਾਲਾ ਕੰਮ ਹੀ ਸੀਗਾ ਹਨਾ, ਵਧੀਆ ਚਲੋ ਪੈਸੇ ਪ੍ਰਮਾਤਮਾ ਨੇ ਜਿੰਨਾ ਵੀ ਘਰ ਦਾ ਖਰਚਾ ਚੱਲੀ ਜਾਂਦਾ ਸੀਗਾ ਆਪਣਾ ਵਧੀਆ ਸੀ, ਮਤਲਬ ਚੈੱਕ ਆਈ ਖਰਚੇ ਹੋ ਗਏ ਓਕੇ ਦੈਟਸ ਇਟ ਡਨ ਹਨਾ। ਇਹ ਮੈਨੂੰ ਸ਼ਿਕਾਇਤ ਕੋਈ ਨਹੀਂ ਸੀ, ਪਰ ਮੇਰੇ ਮਨ 'ਚ ਸੀਗਾ ਯਾਰ ਵੀ ਮੈਂ ਥੋੜਾ ਜਿਹਾ ਹੋਰ ਕਰਨਾ ਚਾਹੁੰਦਾ ਵੀ ਇਹ ਨਹੀਂ ਹੈਗਾ ਮੇਰੇ ਲਈ ਸੈੱਟ, ਵੀ ਜਾਂ ਫਿਊਚਰ ਮੈਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਸਮਾਂ ਆ ਰਿਹਾ ਵਾ ਵੀ ਮੈਨੂੰ ਲੱਗਦਾ ਨਹੀਂ ਵੀ ਇਹਦੇ ਨਾਲ ਸਾਡਾ ਗਾਂ ਕੁਝ ਬਣੂਗਾ ਨਾ। तो मैं छोटे मैं बिजनेस फाइंड आउट किया एबसफोर्ड सारी सारे पासे गल की भी मैं कुछ फूड इंडस्ट्री खोलना चाहना या देखा, पर ऑलरेडी जिवें उही दस्सिया भी स्थापित लोग बहुत सीगे, मेरा नहीं सी हत्थ पैर पै रहा उत्ते है ना। चलो इत्थे मेरा जिवें मैं उही कहा भी हरेक बंदे दी सिचुएशन इक्को जी नहीं हुंदी। मैं आपदा देखिया, मेरे कहण दा मतलब ये है कि जे तुहानूं मौका मिलदा तुसीं इंटीरियर वल निकलो, अज मौका वा, क्योंकि आ छोटा टाउन आ इत्थे बाई जी ना तां कोई रेनोवेशन वाला बंदा लभ रहा, ना इत्थे कोई प्लंबर लभ रहा, ना इत्थे कोई इलैक्ट्रीशियन लभ रहा। ये 3-4 तां मुख डिमांडां ने इत्थे। ਉਹ सिर्फ एक ਜਾਂ दो कंपनियां ਹੁੰਦੀਆਂ ਨੇ टाउन च निक्के च जिन्हां नूं मिहनत करके सद्दना पैंदा, सैटरडे संडे ਤਾਂ ਜਾਨੀ ਕਿ ਭੁੱਲ ਹੀ ਜਾਓ, ਜੇ ਕੋਈ ਆ ਗਿਆ डबल चार्ज, ਗੋਰਿਆਂ ਵਾਲਾ ਚਾਰਜ ਦੇਖ ਲਓ ਕਿੰਨਾ ਹੁੰਦਾ ਵਾ ਆਪਣੇ ਆਪ ਬੰਦੇ ਨਾਲੋਂ। मतलब जे कोई बंदा हत्थी काम करदा ਜਿਹੜਾ ਚਾਹੁੰਦਾ ਵੀ ਮੈਂ ਘਰ ਬਣਾ ਸਕਦਾ ਜਾਂ ਮੈਂ ਰੈਨੋਵੇਸ਼ਨ ਕਰ ਸਕਦਾ ਸਾਰੇ ਘਰ ਦੀ, ਉਹਦਾ ਨਹੀਂ ਉਹਦਾ ਚੱਲ ਰਿਹਾ ਜਾਂ ਉਹ ਥੋੜਾ ਕੁਝ ਦੇਖ ਰਿਹਾ। ਮੈਂ ਨਹੀਂ ਕਹਿੰਦਾ ਪ੍ਰਿੰਸ ਰੂਪਰਟ ਕਿਸੇ ਵੀ ਤੁਹਾਡਾ ਕਿਤੇ ਕੋਈ ਯਾਰ ਦੋਸਤ ਹੈਗਾ, ਕੋਈ ਰਿਸ਼ਤੇਦਾਰ ਆ, ਜਾਂ ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਪੱਕੇ ਪੈਰੀ ਉਹਦੇ ਨਾਲ ਢੰਗ ਨਾਲ ਗੱਲ ਕਰਕੇ ਵੀ ਮੈਂ ਆਉਣਾ ਚਾਹੁੰਦਾ ਜਾਂ ਮੈਂ ਗੇੜਾ ਮਾਰੋ ਦੇਖੋ। मतलब मैं खुद गारंटी करदा भी जे मैं इत्थे एक बंदा सद लिया रेनोवेशन वाला, एक घर ने कराई दूजा घर नाल ही रेडी बैठा भी मेरी कर दे भी मैं कराउणी आ, तीजा घर उदू नाल रेडी बैठा। मतलब इत्थे काम बहुत आ जी। थोड़ा जिहा आपां सापणा उही आ भी मैं भी तुहानूं दस्सिया भी दिल तां मेरा भी नहीं सी करदा मैं छड्ड के जावां हना मेला, पर मेरा दिमाग कुछ होर सोच रहा सीगा। वो मेरा जिवें 6 महीने बाद मेरी बॉडी ते थोड़ा स्ट्रेस होया, पर मेरा निकल गया, एक वारी होना ही हुंदा। तो ये जे चीज तुसीं ये सोचदे हो कि सानूं फ्यूचर बैटर चाहिदा पर असीं सरी भी नहीं छड्डना चाहुंदे, वो तां थोड़ा जिहा हैगा औखा, ठीक आ। जां फिर तुसीं मिहनत इंनी करदे होवो,
ਹੁਣ ਮੈਂ ਚਲੋ ਕੀ ਪਤਾ ਪ੍ਰਮਾਤਮਾ ਦੀ ਕਿਰਪਾ ਨਾਲ ਜਿਵੇਂ ਤੁਹਾਡੇ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਮੈਂ ਮੁੜਨਾ ਹੋ ਸਕਦਾ ਮੇਰੇ ਇੱਥੇ ਵੀ ਲੱਗ ਜਾਵੇ, ਪਰ ਮੈਂ ਇੱਕ ਆਪਦੀ ਇਹ ਸੋਚ ਲੈ ਕੇ ਗਿਆ ਵਾਂ ਕਿ ਮੈਂ 5 7 10 ਸਾਲ ਵੀ ਲਾਉਣੇ ਪੈ ਜਾਣ ਮੈਨੂੰ ਵੀ ਮੈਂ ਲਾ ਸਕਦਾ, ਪਰ ਐਪੀਸੋਡ ਤੇ ਰਹਿ ਕੇ ਮੈਂ 10 ਸਾਲ ਜੋ ਮਰਜ਼ੀ ਕਰ ਲੈਂਦਾ, ਮੈਨੂੰ ਜਾਣੀ ਕਿ ਮੈਨੂੰ ਲੱਗਦਾ ਕਿ ਮੈਂ ਉਹ ਸ਼ਾਇਦ ਉਸ ਲੈਵਲ ਤੱਕ ਨਾ ਜਾ ਪਾਉਂਦਾ। तो मैं डिसीजन लिया, मैं आपदे सर्कमस्टांस देख के डिसीजन लिया, मेरी जॉब भी सेम वही है, कंपनी ट्रांसफर ले ली, मेरे रिलेटिव भी सीगे, मैनू को वधिया एक डील मिल गई, तो मैं सारे हालात देख के मूव होया। जेड़ा बंदे दा करदा मूव हो सकदा ओहदे लिए अज बहुत बेस्ट ऑप्शन आ, छोटे टाउन च किते भी सैट आउंदा, घर भी सस्ता, ते खास करके जेड़े बंदे आप हत्थी काम करदे आ, प्लंबर, इलैक्ट्रीशियन, रेनोवेशन वाले, ओदा मुੱਲ 100% पैना इत्थे। ਇਹ ਮਤਲਬ ਮੇਰੀ ਇੱਕ ਰਾਏ ਹੈ ਜੀ ਉਹਨਾਂ ਦੀ। ਧੰਨਵਾਦ। ਧੰਨਵਾਦ ਭੁਲਿੰਦਰ। ਪ੍ਰਿਤਪਾਲ ਸਿੰਘ ਜੀ ਵੇਟ ਕਰਿਓ ਹੁਣੇ। ਸਰ ਪ੍ਰਿਤਪਾਲ ਸੇਖੋ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਤੇ ਸਭ ਤੋਂ ਪਹਿਲਾਂ ਦੇਖੋ ਮਤਲਬ ਕਿ ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ ਘਰਾਂ ਦੀ ਕੀਮਤਾਂ ਨੂੰ ਲੈ ਕੇ, ਇਹ ਅਪਸੈਟਿੰਗ ਸਥਿਤੀ ਬਣ ਗਈ ਹੈ। ਇਹਦੇ ਵਿੱਚ ਫੈਡਰਲ ਸਰਕਾਰ ਬਹੁਤ ਵੱਡੇ ਲੈਵਲ ਦੇ ਜ਼ਿੰਮੇਵਾਰ ਹੈ ਤੇ ਜ਼ਿੰਮੇਵਾਰ ਹੈਗੇ ਕੈਨੇਡੀਅਨ ਹਾਊਸਿੰਗ ਮਾਰਗੇਜ ਕਾਰਪੋਰੇਸ਼ਨ ਦੇ CEO, ਜਿਨ੍ਹਾਂ ਨੇ ਗਲਤ ਪ੍ਰੈਡਿਕਸ਼ਨਾਂ ਕੀਤੀਆਂ ਔਰ ਲੋੜ ਤੋਂ ਪਹਿਲਾਂ ਇੰਟਰਸਟ ਰੇਟ ਲੋ ਕਰਵਾਤੇ ਔਰ ਲੋੜ ਤੋਂ ਪਹਿਲਾਂ ਜਿਹੜੇ ਹਾਊਸਿੰਗ ਬੌਂਡ ਬਾਇਬੈਕ ਕੀਤੇ 400 ਬਿਲੀਅਨ ਦੇ ਕਰੀਬ, ਕਿਉਂਕਿ ਪਹਿਲੇ ਮਹੀਨੇ ਦੇ ਵਿੱਚ ਹੀ 270 ਬਿਲੀਅਨ ਦੇ ਕਰੀਬ ਇਹਨਾਂ ਨੇ ਹਾਊਸਿੰਗ ਬੌਂਡ ਵਾਪਸ ਖਰੀਦ ਲਏ ਸੀਗੇ, ਜਿੰਦੇ ਕਰਕੇ ਬੈਂਕਾਂ ਕੋਲ ਸਰਪਲਸ ਮਨੀ ਹੋ ਗਈ। ਇਸ ਵੇਲੇ ਸਥਿਤੀ ਇਹ ਹੈ ਕਿ ਸਾਡੀ ਜਿਹੜੀ ਟੋਟਲ GDP ਹੈਗੀ ਹੈ, ਕਹਿ ਲਓ ਕਿ ਕੈਨੇਡਾ ਦੇ ਪੂਰੇ ਐਸੈਟ ਦੀ ਕੀਮਤ $3.5 ਟ੍ਰਿਲੀਅਨ ਹੈ ਔਰ ਲੋਕਾਂ ਦੇ ਸਿਰ ਤੇ ਹਾਊਸਿੰਗ ਕਰਜ਼ਾ ਹੀ ਸਿਰਫ ਜਿਹੜਾ ਹੈਗਾ $2.17 ਟ੍ਰਿਲੀਅਨ ਹੋ ਗਿਆ। ਦੇਖੋ ਫਾਈਨੈਂਸ਼ੀਅਲ ਪੋਸਟ ਨੇ ਬਹੁਤ ਇੰਡੀਕੇਸ਼ਨ ਦਿੱਤੀਆਂ ਕਿ ਜਿਸ ਮੁਲਕ ਦੀ GDP ਹਾਊਸਿੰਗ ਬੇਸ ਹੋ ਜਾਏ ਉੱਥੇ ਜਿਹੜੀਆਂ ਹਾਈਲੀ ਪੇਡ ਜੌਬ ਨਹੀਂ ਰਹਿਣਗੀਆਂ, ਬੱਚਿਆਂ ਲਈ ਜੌਬ ਨਹੀਂ ਰਹਿਣਗੀਆਂ ਔਰ ਡਿਵੈਲਪਮੈਂਟ ਨਹੀਂ ਹੋਏਗੀ। ਤੁਸੀਂ ਦੇਖੋ ਕਿ 2020 ਦੇ ਵਿੱਚ ਸਾਰੇ ਸੈਕਟਰ ਡਾਊਨ ਹੋਏ, ਚਾਹੇ ਰਿਟੇਲਿੰਗ ਹੈ, ਚਾਹੇ ਸਟਾਕ ਮਾਰਕੀਟ ਹੈ, ਚਾਹੇ ਇੰਡਸਟਰੀ ਹੈ। ਸਿਰਫ ਇੱਕ ਹਾਊਸਿੰਗ ਸੈਕਟਰ ਹੈ ਜਿਹਦੇ ਵਿੱਚ 25 ਤੋਂ 30% ਬੂਮ ਆਇਆ ਹੈ। ਇਹ ਮੈਂ ਇੱਕ ਗੱਲ ਕਹਿ ਸਕਦਾ ਗਿੱਲ ਸਾਹਿਬ, ਕਹਿੰਦੇ ਨੇ ਅੱਤ ਦਾ ਅੰਤ ਹੁੰਦਾ ਹੈ, ਹੁਣ ਇਹ ਅੰਤ ਆਉਣ ਵਾਲਾ ਹੈ ਕਿਉਂਕਿ ਅੱਤ ਹੋ ਗਈ। ਹੁਣ ਇਹ ਜਿਹੜੀ ਅੱਤ ਹੈਗੀ ਨਾ, ਇਹ ਸਰਕਾਰਾਂ ਨੂੰ ਸੋਚਣਾ ਪੈਣਾ ਔਰ 19 ਤਰੀਕ ਨੂੰ ਬਜਟ ਜਿਹੜਾ ਆ ਰਿਹਾ ਉਹਦੇ ਵਿੱਚ ਇਹਨਾਂ ਨੂੰ ਸਪੈਕੂਲੇਸ਼ਨ ਟੈਕਸ ਲਾਣਾ ਪੈਣਾ। ਜਿਹੜੀ ਇਹਨਾਂ ਨੇ ਵਾਅਦਾ ਕੀਤਾ ਸੀ ਕ੍ਰਿਸਟੀਆ ਫਰੀਲੈਂਡਰ ਨੇ ਕਿ ਮੈਂ ਕੈਨੇਡਾ ਵਾਈਡ ਫੋਰਨਰ ਬਾਇਰ ਦੇ ਉੱਪਰ ਸਪੈਕੂਲੇਸ਼ਨ ਟੈਕਸ ਲੈ ਕੇ ਆਵਾਂਗੀ, ਇਹਨਾਂ ਨੇ ਪਿਛਲੀ ਫਰਵਰੀ ਦੇ ਵਿੱਚ ਵਾਅਦਾ ਨਿਭਾਉਣਾ ਸੀ, ਜਿਹੜੀ ਫਰਵਰੀ ਲੰਘ ਕੇ ਹਟੀ ਹੈ ਇਸੇ ਸਾਲ ਦੀ। ਬਜਟ ਕਿਸੇ ਕਰਕੇ ਲੈ ਕੇ ਨਹੀਂ ਆਏ ਤੇ ਹੁਣ ਇਹਨਾਂ ਨੂੰ ਇਹ ਵਾਅਦਾ ਪੂਰਾ ਕਰਨਾ ਪੈਣਾ। ਇਹ ਜਗਮੀਤ ਸਿੰਘ ਦੇ ਦੋ ਹੀ ਨਾਰੇ ਸੀਗੇ, ਇੱਕ ਮੈਂ ਹਾਊਸਿੰਗ ਅਫੋਰਡੇਬਿਲਟੀ ਕਰੂੰਗਾ, ਦੂਜਾ ਮੋਬਾਈਲ ਫੋਨ ਅਫੋਰਡੇਬਲ ਕਰੂੰਗਾ। ਨਾ ਹੀ ਮੋਬਾਈਲ ਫੋਨ ਅਫੋਰਡੇਬਲ ਹੋਏ, ਨਾ ਹੀ ਹਾਊਸਿੰਗ ਹੋਈ। ਮੈਂ ਜਗਮੀਤ ਸਿੰਘ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਉਹ ਕਿੱਥੇ ਹੈਗਾ, ਕਿਉਂਕਿ 19 ਤਰੀਕ ਨੂੰ ਇਹਨਾਂ ਨੇ ਵੋਟ ਦੇ ਕੇ ਸਰਕਾਰ ਬਚਾਣੀ ਹੈ। ਇਹਨਾਂ ਦੀ ਵੋਟ ਦੇ ਉੱਪਰ ਸਰਕਾਰ ਖੜੀ ਹੈ। ਮੈਂ ਇਹਨਾਂ ਨੂੰ ਦੂਜਾ ਪ੍ਰਾਈਮ ਮਿਨਿਸਟਰ ਸਮਝਦਾ ਜਗਮੀਤ ਸਿੰਘ, ਕਿਉਂਕਿ ਲਿਬਰਲ ਸਰਕਾਰ ਕਰਵਾਉਣਾ ਚਾਹੁੰਦੇ ਨੇ ਔਰ ਲੋਕ ਸਰਕਾਰ ਨੂੰ ਚੱਲਦਾ ਕਰਨਾ ਚਾਹੁੰਦੇ ਆ, ਕਿਉਂਕਿ ਹੋਰ ਬੋਝ ਨਹੀਂ ਲੈਣਾ ਚਾਹੁੰਦੇ ਇਲੈਕਸ਼ਨ ਦਾ। ਉਹ ਕਹਿੰਦੇ ਵੀ ਜਿਵੇਂ ਦੀ ਸਰਕਾਰ ਹੈਗੀ ਆ ਜਾਂ ਤਾਂ ਚੱਲਦੀ ਹੋ ਜੇ ਜਾਂ ਜਿੰਨਾ ਕੰਮ ਚਲਾ ਸਕਦੀ ਚਲਾਵੇ। ਲੋਕਾਂ ਦੀ ਤਹਾ ਹੋਈ ਪਈ ਹੈ। ਤੁਸੀਂ ਦੇਖੋ ਕਿ 5 ਲੱਖ ਬੰਦੇ ਵਰਕ ਪਰਮਿਟਾਂ ਤੇ 8 ਮਹੀਨਿਆਂ ਦੇ ਵਿੱਚ 2020 ਦੇ ਵਿੱਚ ਜਦੋਂ 4 ਮਿਲੀਅਨ ਦੇ ਕਰੀਬ ਲੋਕ ਬੇਰੁਜ਼ਗਾਰ ਹੈਗੇ ਨੇ, ਉਦੋਂ ਇਹਨਾਂ ਨੇ ਬੁਲਾ ਲਏ ਔਰ ਉਹ ਸਾਰੇ ਵਰਕ ਪਰਮਿਟ ਵਿਕੇ ਨੇ LMIਆਂ 40-40, 50-50 ਹਜ਼ਾਰ ਦੀਆਂ। ਔਰ ਉਹ ਪੈਸੇ ਨੇ ਆ ਕੇ ਇੱਥੇ ਜਿਹੜੇ ਮਿਹਨਤਕਸ਼ ਲੋਕ ਨੇ ਉਹਨੇ ਜ਼ਿੰਦਗੀ ਨਰਕ ਬਣਾਈ ਜਾ ਰਹੇ ਨੇ ਔਰ ਇਹ ਬੜਾ ਵੱਡਾ ਮਿਸਮੈਨੇਜ ਹੈ, ਬਹੁਤ ਵੱਡਾ ਮੈਸ ਹੈ। ਤੇ ਫਿਰ ਸੇਖੋਂ ਸਾਹਿਬ ਸਰਕਾਰ ਨੂੰ ਹੁਣ ਪ੍ਰਾਈਮ ਮਿਨਿਸਟਰ ਤਾਂ ਮੰਨ ਗਿਆ ਆ ਕੇ ਵੀ ਸਾਨੂੰ ਪਤਾ 50,000 40,000 ਤੇ ਫਿਰ ਹੁੰਦਾ ਕਿਉਂ ਨਹੀਂ ਜੀ? ਫਿਰ ਹੁਣ ਇਹ ਤਾਂ ਗੱਲਾਂ ਹੀ ਨੇ, ਕਿਹਨੂੰ ਨਹੀਂ ਪਤਾ? ਵਿਕਟੋਰੀਆ ਵਾਲਿਆਂ ਨੂੰ ਨਹੀਂ ਪਤਾ, ਆਟਵਾ ਵਾਲਿਆਂ ਨੂੰ ਨਹੀਂ ਪਤਾ ਵੀ ਕੀ ਕੀ ਹੋ ਰਿਹਾ, ਪਰ ਇਹਦਾ ਕੋਈ ਬੰਨ ਸੁੱਭ ਤੁਸੀਂ ਮੈਂ ਆਪਾਂ ਰੌਲਾ ਤਾਂ ਪਾਈ ਜਾਂਦੇ, ਕੋਈ ਬਣਦਾ ਹੈ ਨਹੀਂ। ਦੇਖੋ ਜੀ, ਜਦੋਂ ਇਹਨਾਂ ਨੂੰ ਇੱਥੇ ਰੇਡੀਓ ਸਟੇਸ਼ਨ ਦੇ ਵਿੱਚ ਪੁੱਛਿਆ ਗਿਆ, ਜਿਹਨੂੰ
ਵੈਨਕੂਵਰ ਸਨ ਔਰ ਪ੍ਰੋਵਿੰਸ ਨੇ ਪ੍ਰਿੰਟ ਕੀਤਾ ਉਸ ਰੇਡੀਓ ਸਟੇਸ਼ਨ ਦੇ ਬਿਆਸ ਤੇ ਕਿ ਪ੍ਰਾਈਮ ਮਿਨਿਸਟਰ ਮੰਨਦਾ ਕਿ 40-40 50-50 ਹਜ਼ਾਰ ਦੀ LMI ਵਿਕ ਰਹੀਆਂ ਜੀ, ਮੈਂ ਕੁਝ ਕਰੂੰਗਾ ਜਾ ਕੇ। ਪਹਿਲੀ ਗੱਲ ਤਾਂ ਜਦੋਂ ਪ੍ਰਾਈਮ ਮਿਨਿਸਟਰ ਕੋਈ ਚੀਜ਼ ਐਕਸੈਪਟ ਕਰਦਾ ਤਾਂ ਉਹਨੂੰ ਰਿਸਪੌਂਸਿਬਿਲਿਟੀ ਲੈਣੀ ਪੈਂਦੀ ਹੈ। ਉਸ ਰਿਸਪੌਂਸਿਬਿਲਿਟੀ ਦੇ ਆਧਾਰ ਤੇ ਇਹਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ, ਜਿਹੜਾ ਕਿ ਨਹੀਂ ਕੀਤਾ, ਕਿਉਂਕਿ ਇਹਨਾਂ ਦਾ ਕੋਈ ਮੋਰਲ ਐਥਿਕ ਹੈ ਨਹੀਂ ਕਿ SNC ਲੈਵਲਿੰਗ 'ਚ ਲੈ ਲਓ। ਸ਼ਰੇਆਮ ਪਤਾ ਹੈ ਕਿ ਇਹਨਾਂ ਨੇ ਉੱਥੇ ਧਾਨੀਆਂ ਕੀਤੀਆਂ, 20 ਚੈਰਿਟੀ ਸ਼ਰੇਆਮ ਪਤਾ ਇਹਨਾਂ ਨੇ ਧਾਨੀਆਂ ਕੀਤੀਆਂ, ਬੇਸ਼ਰਮ ਹੋ ਚੁੱਕੇ ਨੇ, ਬੇਸ਼ਰਮ ਹੋ ਚੁੱਕੇ ਨੇ, ਕਿਉਂਕਿ ਇਹਨਾਂ ਦੇ ਜਿਹੜੇ ਫੰਡ ਰੇਜ਼ਰ ਹੈਗੇ ਨੇ ਉਹ ਜ਼ਿਆਦਾਤਰ ਇਮੀਗ੍ਰੇਸ਼ਨ ਵੱਡੀਆਂ ਲਾਅ ਕੰਸਲਟੈਂਟ ਫਰਮਾਂ ਨੇ ਔਰ ਇਹਨਾਂ ਦੇ ਬੇਸ ਹੀ ਲਿਬਰਲ ਹੈਗੇ ਨੇ। ਔਰ ਜਦੋਂ ਇਹੋ ਜਿਹਾ ਤਾਣਾ ਬਾਣਾ ਹੋਵੇ ਜਿੱਥੇ ਮਤਲਬ ਕਿ ਪਾਰਟੀ ਤੇ ਕਬਜ਼ਾ ਇਮੀਗ੍ਰੇਸ਼ਨ ਕੰਸਲਟੈਂਟਾਂ ਦਾ ਹੋਵੇ, ਪ੍ਰਾਈਵੇਟ ਇੰਸਟੀਚਿਊਟ ਕਾਲਜਿਸ ਦਾ ਹੋਵੇ, ਤਾਂ ਉੱਥੇ ਕੈਨੇਡੀਅਨ ਲੋਕਾਂ ਦਾ ਭਲਾ ਕਿੱਥੇ ਹੋ ਸਕਦਾ ਹੈ? ਕਿਉਂਕਿ ਕੈਨੇਡੀਅਨ ਲੋਕਾਂ ਦਾ ਭਲਾ ਤਾਂ ਉੱਥੇ ਹੋਣਾ ਜਿਹੜੀ ਕੈਨੇਡੀਅਨ ਬਾਰੇ ਸੋਚੇ ਸਰਕਾਰ। ਵੋਟਿੰਗ ਕੈਨੇਡੀਅਨ ਕਰਦੇ ਨੇ ਜੀ, ਤਾਂ ਹੀ ਜਿੱਤਦੇ ਨੇ ਉਹ। ਆ ਤੁਹਾਡੇ ਸਾਹਮਣੇ ਆ, ਹੁਣ ਫੇਰ ਵੋਟਾਂ ਪੈਣੋਂ ਫੇਰ ਵੋਟਿੰਗ ਐਤਕੀ ਦੇਖੋ ਜੀ, ਐਤਕੀ ਇਹਨਾਂ ਨੂੰ ਮੈਜੋਰਟੀ ਨਹੀਂ ਦਿੱਤੀ ਸੀਗੀ। ਇਹ ਸਮਝਣ ਕੇ ਕੈਨੇਡੀਅਨ ਇਹਨਾਂ ਨੂੰ ਨਕਾਰਿਆ ਹੈ, ਪਰ ਸਾਡੇ ਕਾਨੂੰਨ ਦੇ ਵਿੱਚ ਇੱਕ ਕਮੀ ਹੈਗੀ ਹੈ ਕਿ ਜੇ ਸਰਕਾਰਾਂ ਮਿਨੋਰਟੀ ਦੇ ਵਿੱਚ ਆਉਂਦੀਆਂ, ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹੀ ਸਰਕਾਰ ਬਣਾਉਂਦੀ ਹੈ। ਇਹ ਕਾਨੂੰਨ ਦੇ ਵਿੱਚ ਕਮੀ ਹੈ। ਜਦੋਂ ਮਿਨੋਰਟੀ 'ਚ ਆ ਜਾਣ ਤਾਂ ਉਸ ਤੋਂ ਬਾਅਦ ਜਾਂ ਤਾਂ ਮਤਲਬ ਕਿ ਜਿਹਦੇ ਵੱਧ MPs ਹੈਗੇ ਉਹਨੂੰ ਮੌਕਾ ਦੇਣਾ ਚਾਹੀਦਾ ਹੈ। ਕੰਜ਼ਰਵੇਟਿਵ ਦੇ ਵੱਧ MP ਸੀ, ਲਿਬਰਲ ਦੇ ਘੱਟ ਸੀਗੇ। ਬਲੌਕ ਕਿਊਬਿਕ ਦੀ ਮਦਦ ਨਾਲ ਇਹਨਾਂ ਨੇ ਆਪਣੀ ਸਰਕਾਰ ਬਣਾਈ ਸੀਗੀ। ਬਾਅਦ ਦੇ ਵਿੱਚ ਜਗਮੀਤ ਸਿੰਘ ਸਮੇਂ-ਸਮੇਂ ਬਚਾਉਂਦਾ ਆ ਰਿਹਾ। ਇੱਥੇ ਮੈਂ ਜਗਮੀਤ ਸਿੰਘ ਦੀ ਕਮੀ ਮੰਨਾਂਗਾ, ਜਿਹਨੇ ਹਾਊਸਿੰਗ ਦੇ ਤੋਂ ਵੱਧ ਰੌਲਾ ਪਾਇਆ ਸੀ, ਸਭ ਤੋਂ ਵੱਧ ਟੈਲੀਫੋਨ ਬਿੱਲ ਘਟਾਉਣ ਦਾ ਰੌਲਾ ਪਾਇਆ ਸੀ। ਹੁਣ ਉਹ ਕਿਉਂ ਨਹੀਂ ਕੁਝ ਕਰ ਰਿਹਾ? ਹੁਣ ਕਿਉਂ ਨਹੀਂ ਬੋਲਦਾ? ਕਿਉਂ ਨਹੀਂ ਪੁੱਛਦਾ? ਕਿਉਂਕਿ ਉਹ ਵੀ ਬਰਾਬਰ ਦਾ ਇਸ ਵੇਲੇ ਜਵਾਬ ਦੇ ਲੋਕਾਂ ਦਾ, ਕਿਉਂਕਿ ਜਵਾਬ ਦੇਣਾ ਨਾਲ ਗੱਲ ਹੋਈ ਸੀ ਕਿ ਡੈਂਟਲ ਕੇਅਰ ਦੀ ਗੱਲ ਕਰਾਂਗੇ ਜੀ, ਇਹ ਕਰਾਂਗੇ, ਉਹ ਕਰਾਂਗੇ, ਫੋਨ ਘਟਾਵਾਂਗੇ, ਉਹ ਸਭ ਚੋਣ ਵਾਅਦੇ ਸੀ ਜੀ। ਚੋਣ ਵਾਅਦਿਆਂ ਤੋਂ ਅੱਗੇ ਕੁਛ ਨਹੀਂ। ਅੱਛਾ, ਆਪਣੇ ਤੁਹਾਡਾ ਮੈਂ ਹੋਰ ਇੱਕ ਫਾਇਦਾ ਲੈਣਾ ਚਾਹੁੰਦਾ, ਤੁਸੀਂ ਨਾਲ ਹੋ। ਡਗਲਸ ਸਟਾਊਟ ਦਾ ਜਿਹੜਾ ਓਪੀਨੀਅਨ ਆਇਆ ਜਿਹਦੇ ਵਿੱਚ ਉਹ 4-4 ਲੱਖ ਦੇ ਅਗਲੇ 21-22-23 ਦਾ ਟਾਰਗੇਟ ਕਹਿ ਰਿਹਾ ਲਿਬਰਲ ਸਰਕਾਰ ਦੇ, ਅਸੀਂ 1.25 ਮਿਲੀਅਨ ਬੰਦਾ ਲਿਆਉਣਾ ਹੈ, 12 ਲੱਖ। ਉਹਦੇ ਬਾਅਦ ਜਿਹੜੇ ਟੈਂਪਰੇਰੀ ਫੋਰਨ ਵਰਕਰ ਆਉਣੇ ਨੇ ਉਹ ਇਹਦੇ ਨਾਲ ਨੇ। ਇਦੋਂ ਫਰਦਰ ਫਿਰ ਕਿੱਧਰ ਨੂੰ ਗੱਲ ਜਾਏਗੀ? ਜੇ 2020 ਦੇ ਦੇਖੋ ਜੀ, ਤੁਸੀਂ ਇੱਕ ਚੀਜ਼ ਦੇਖੋ ਕਿ ਤੁਹਾਡੇ 2 ਲੱਖ, ਹਾਂਜੀ ਗਿੱਲ ਸਾਹਿਬ ਦੇਖੋ ਜੀ, 2 ਲੱਖ ਬੰਦਾ ਤੁਸੀਂ ਪਿਛਲੇ ਸਾਲ ਇਮੀਗ੍ਰੇਸ਼ਨ ਇਹਨਾਂ ਦੀ ਆਈ ਹੈਗੀ ਹੈ 2,10,000 ਦੇ ਕਰੀਬ, ਜਦੋਂ ਕਿ ਇਹਨਾਂ ਦਾ ਟਾਰਗੇਟ 3,60,000 ਸੀਗਾ ਜੀ। ਇਹ ਟਾਰਗੇਟ ਤੋਂ ਸ਼ਾਰਟ ਰਹੇ ਤਕਰੀਬਨ 1,80,000 ਦੇ ਕਰੀਬ ਜੀ। ਔਰ ਇਹਨਾਂ ਨੇ ਉਸ ਟਾਰਗੇਟ ਤੋਂ ਵੱਧ ਵਰਕ ਪਰਮਿਟਾਂ ਤੇ ਮੰਗਾ ਲਏ 5 ਲੱਖ ਦੇ ਕਰੀਬ। ਤੁਸੀਂ ਦੇਖੋ ਕਿ ਕੈਨੇਡਾ ਦਾ ਕੋਈ ਮਤਲਬ ਕਿ ਸਿਸਟਮ ਹੈਗਾ? ਤੁਸੀਂ 10 ਮਿਲੀਅਨ ਲੋਕਾਂ ਨੂੰ ਮਲਟੀ ਜਰਨੀ ਵੀਜ਼ੇ ਦੇਤੇ ਪਿਛਲੇ 5-6 ਸਾਲਾਂ ਦੇ ਵਿੱਚ, ਜਿਹੜੇ ਇੱਥੇ ਆਉਂਦੇ ਨੇ, ਕੈਸ਼ ਕੰਮ ਕਰਦੇ ਨੇ, ਇਨਵੈਸਟਮੈਂਟਾਂ ਕਰਦੇ ਨੇ, ਪੈਸੇ ਕਮਾਉਂਦੇ ਨੇ, ਵਾਪਸ ਮੁਲਕਾਂ ਨੂੰ ਚਲੇ ਜਾਂਦੇ। 6 ਮਹੀਨੇ ਇੱਥੇ, 6 ਮਹੀਨੇ ਉੱਥੇ। 10 ਮਿਲੀਅਨ ਦੇ ਕਰੀਬ ਲੋਕਾਂ ਦੇ ਕੋਲ ਮਲਟੀ ਜਰਨਲ ਵੀਜ਼ੇ ਮਿਲੇ ਨੇ ਇਹਨਾਂ ਦੀ ਨਲਾਇਕੀਆਂ ਕਰਕੇ। ਹੁਣ ਤੁਸੀਂ ਦੇਖੋ ਕਿ 8 ਮਹੀਨਿਆਂ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 5 ਲੱਖ ਵਿਅਕਤੀ ਆ ਗਏ ਵਰਕ ਪਰਮਿਟਾਂ ਤੇ। ਤੁਹਾਡਾ ਟਾਰਗੇਟ 4,12,000 ਸੀ, ਜਦੋਂ ਕਿ ਪਿਛਲੇ ਸਾਲ 2020 3,60,000 ਸੀ। ਜੇ ਤੁਸੀਂ 3,60,000 ਦਾ ਟਾਰਗੇਟ ਲੋਕਾਂ ਨੂੰ ਦਿਖਾ ਕੇ 5-5 ਲੱਖ ਬੰਦਾ ਤੁਸੀਂ ਬੈਕ ਡੋਰ ਤੋਂ ਐਂਟਰ ਕਰਾ ਲੋਗੇ ਤਾਂ ਮੁਲਕ ਦਾ ਬੇੜਾ ਗਰਕ ਹੋਣਾ, ਹਾਊਸਿੰਗ ਕ੍ਰਾਈਸਿਸ ਆਣਾ ਹੀ ਆਣਾ। ਇਹ ਸਰਕਾਰ ਜਿਹੜੀ ਹੈਗੀ ਹੈ ਇਹ ਬਿਲਕੁਲ ਮਤਲਬ ਕਿ ਨਕੰਮੀ ਹੋ ਚੁੱਕੀ ਹੈ। ਔਰ ਇਹਨੂੰ ਮੈਂ ਨਖਿੱਧ ਸਰਕਾਰ ਹੁਣ ਕਵਾਂਗਾ ਕਿ ਇਹਨਾਂ ਨੇ ਇੱਕ ਐਸਾ ਮੁਲਕ ਬਣਾਤਾ। ਪਹਿਲਾਂ ਅਬਦਾਲੀ ਹਿੰਦੁਸਤਾਨ ਦੇ ਵਿੱਚ ਹਮਲਾ ਕਰਕੇ ਲੁੱਟ ਕੇ ਲਿਆਂਦਾ ਸੀ ਤੇ ਗਜਨੀਵੀ ਦੇ ਬਾਜ਼ਾਰਾਂ ਦੇ ਵਿੱਚ ਰੌਣਕ ਆ ਜਾਂਦੀ ਸੀ, ਪੈਸਾ ਦਿਖਦਾ ਸੀ, ਹੁਸਨ ਦਿਖਦਾ ਸੀ। ਹੁਣ ਕੈਨੇਡਾ ਦਾ ਗਜਨਵੀ ਬਾਜ਼ਾਰ ਐਸਾ ਬਣਾਤਾ ਵੀ LMIਆਂ ਵੇਚੋ, ਨਾਲੇ ਤਾਂ ਹੁਸਨ ਲੁੱਟੋ, ਨਾਲੇ ਉੱਥੇ ਦੇ ਧਨ ਨੂੰ ਲੁੱਟੋ। ਇਸ ਵੇਲੇ ਹਿੰਦੁਸਤਾਨ ਤੋਂ ਬਹੁਤ ਵੱਡਾ ਧਨ ਕੈਨੇਡਾ ਦੇ ਵਿੱਚ ਲੁੱਟਿਆ ਜਾ ਰਿਹਾ LMI ਦੇ ਨਾਂ ਤੇ। ਇਹ ਅਬਦਾਲੀ ਕੌਣ ਹੈ ਇਹਨੂੰ ਸਮਝਣ ਦੀ ਲੋੜ ਹੈ। ਔਰ ਅਬਦਾਲੀ ਦੇ ਜਿਹੜੇ ਕਾਰਕੁਨ ਹੈਗੇ, ਉਹਦੀ ਫੌਜ ਜਿਹੜੀ ਇਸ ਵੇਲੇ ਤਿਆਰ ਹੋ ਚੁੱਕੀ ਹੈ, ਉਹ ਇੱਲਾਂ ਦੀ ਤਰ੍ਹਾਂ ਨੋਚ ਰਹੀ ਹੈ ਸਾਡੇ ਬੱਚਿਆਂ ਨੂੰ। ਅਸੀਂ ਪੰਜਾਬ ਦੇ ਬਹੁਤ ਰਿਹਾਇਸ਼ੀ ਆ, ਅਸੀਂ ਕਿਸਾਨਾਂ ਦੇ ਨਾਲ ਖੜੇ ਆ,
ਪਰ ਅਸੀਂ ਇੱਥੇ ਆਏ ਉਹਨਾਂ ਦੇ ਜਾਏ ਬੱਚਿਆਂ ਨਾਲ ਨਹੀਂ ਖੜਨ ਨੂੰ ਤਿਆਰ। ਉਹਨਾਂ ਦੇ ਅਸੀਂ ਨੋਚਣ ਡਏ ਆ ਇਹਨਾਂ ਦੇ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਕਰਕੇ, ਉਹਨਾਂ ਦੇ ਖੂਨ ਪੀ ਰਹੇ ਆ, ਉਹਨਾਂ ਦੀ ਇੱਜ਼ਤ ਨਾਲ ਲੁੱਟ ਰਹੇ ਆ, ਉਹਨਾਂ ਨੂੰ ਅਸੀਂ ਕੰਮਾਂ ਤੇ ਐਕਸਪਲੋਇਟ ਕਰ ਰਹੇ ਆ। ਇਸ ਤੋਂ ਵੱਡੀ ਲਾਹਨਤ ਔਰ ਸ਼ਰਮ ਦੀ ਗੱਲ ਕੀ ਹੋਏ? ਮੈਂ ਤਾਂ ਬਸ ਇੰਨਾ ਹੀ ਕਹੂੰਗਾ ਕਿ ਅੱਤ ਦਾ ਅੰਤ ਹੁੰਦਾ, ਹੁਣ ਅੱਤ ਹੋ ਰਹੀ ਹੈ, ਅੰਤ ਹੋਣ ਵਾਲਾ ਹੈ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ। ਤਾਂ ਕੁਲਵੀਰ ਸਿੰਘ ਬਿੱਟੂ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਮੈਨੂੰ ਜਿਹੜਾ ਤੁਹਾਡੇ ਪਹਿਲਾਂ ਰੇਟ ਤੇ ਬੋਲ ਕੇ ਗਿਆ ਮੁੰਡਾ ਭਲਵਿੰਦਰ ਸਿੰਘ, ਉਹਦਾ ਨੰਬਰ ਮਿਲ ਸਕਦਾ? ਭੁਲਿੰਦਰਪਾਲ ਦਾ ਜੀ? ਹਾਂਜੀ, ਉਹਦਾ ਨੰਬਰ ਮਿਲ ਸਕਦਾ ਜੀ? ਮੈਨੂੰ ਮੈਸੇਜ ਕਰ ਲਿਓ, ਮੈਂ ਭੇਜ ਦੂੰਗਾ ਤੁਹਾਨੂੰ। ਠੀਕ ਆ, ਓਕੇ, ਥੈਂਕ ਯੂ। ਵਪਾਰਕ ਸੰਦੇਸ਼ ਆਉਣਾ ਬਸ। ਸਤਿੰਦਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ, ਇੱਕ ਗੱਲ ਇਸ ਤਰ੍ਹਾਂ ਹੈ, ਰੌਲਾ ਬਹੁਤ ਜ਼ਿਆਦਾ ਹੋ ਰਿਹਾ, ਪਰ ਵਿੱਚੋਂ ਤੁਸੀਂ ਆਪ ਸੋਚੋ ਵੀ ਜੇਕਰ ਹਾਊਸਿੰਗ ਮਾਰਕੀਟ ਦੇ ਵਿੱਚ ਲੋਕਾਂ ਦੀ ਜੌਬ ਚਲੇ ਗਈ, ਉਹਨਾਂ ਕੋਲ ਪੈਸਾ ਨਹੀਂ ਆ ਰਿਹਾ, ਉਹਨਾਂ ਕੋਲ 2-2000 ਰੁਪਇਆ ਦੇ ਰਹੀ ਗਵਰਨਮੈਂਟ, ਉਹ ਘਰ ਹੋਲਡ ਕਰ ਰਹੇ ਆ ਫੋਰਕਲੋਜ਼ਰ ਲਈ। ਕੋਈ ਘਰ ਗਿਆ? ਨੋ ਵਨ। BC ਤੇ ਟੋਰਾਂਟੋ, ਇਹ ਦੋ ਥਾਂ ਦੀ ਮਾਰਕੀਟ ਸਾਰਿਆਂ ਨਾਲੋਂ ਹਾਈ ਹੋ ਰਹੀ ਆ। ਕਿਉਂ ਹੋ ਰਹੀ ਆ? ਕਿਉਂਕਿ ਜੌਬਾਂ ਵੀ ਇਹਨਾਂ ਦੋ ਥਾਂ ਦੇ ਉੱਤੇ ਸਾਰਿਆਂ ਨਾਲੋਂ ਵੱਧ ਕ੍ਰੀਏਟ ਵੀ ਹੋਈਆਂ ਸੀ। ਇਹ ਸਿਰਫ ਰੌਲਾ ਹੀ ਰਹਿਣਾ ਆ, ਹੋਰ ਕੁਝ ਨਹੀਂ ਹੋਣਾ। ਇਹ ਮਾਰਕੀਟ ਜਿਹੜੀ ਘਰਾਂ ਦੀ ਮਾਰਕੀਟ ਆ, ਅਪ ਹੋ ਗਈ, ਖੜ ਜੂਗੀ, ਪਰ ਡਾਊਨ ਨਹੀਂ ਹੁੰਦੀ। ਦੂਜੇ ਪਾਸੇ ਜੇਕਰ ਹੁਣ 5 ਲੱਖ ਉਹ ਕਹਿੰਦੇ ਆ ਵੀ ਅਸੀਂ ਹੋਰ ਬੰਦਾ ਬਾਹਰੋਂ ਲਿਆਉਣਾ ਆ, ਉਹ ਨਾਲ ਇੱਕ ਹੀ ਗਲਤੀ ਆ ਉਹਨਾਂ ਦੀ, ਉਹ ਨਾਲ ਇਹ ਨਹੀਂ ਦੱਸਦੇ ਵੀ ਮੁੜ ਕੇ ਪੈਨਸ਼ਨ ਤੇ ਕਿੰਨੇ ਜਾ ਰਹੇ ਆ। ਔਰ ਪੈਨਸ਼ਨ ਵਾਲਿਆਂ ਦੀ ਏਜ ਵੱਧ ਰਹੀ ਹੈ, ਘਟ ਨਹੀਂ ਰਹੀ। ਉਹ 90-95 ਸਾਲ ਤੱਕ ਜਾ ਰਹੇ ਆ। ਉਹ ਨਹੀਂ ਦੱਸ ਰਹੇ ਵੀ ਅਸੀਂ 35 ਸਾਲ ਉਹਨਾਂ ਨੂੰ ਪੈਨਸ਼ਨ ਤੇ ਵੀ ਰੱਖਣਾ। ਜਿਹੜੀ ਉਹ ਜਿਹੜੀ ਇਵੈਲੂਏਸ਼ਨ ਆ, ਉਹ ਕਿੱਥੇ ਜਾਣੀ ਆ? ਉਹ ਵੀ ਤਾਂ ਇਹਨਾਂ ਆਪਣੇ ਹੀ ਲੋਕਾਂ ਨੇ ਦੇਣੀ ਆ। ਜੇ ਅਸੀਂ ਟੈਕਸ ਦਿੰਨੇ ਆ ਤਾਂ ਉਹਨਾਂ ਨੂੰ ਉਹ ਪੈਨਸ਼ਨ ਆਉਣੀ ਆ। ਬਿਲਕੁਲ ਠੀਕ। ਪ੍ਰੋਟੈਕਸ਼ਨ ਇੱਕ ਸਾਈਡ ਦੀ ਕਰ ਰਹੇ ਆ ਸਾਰੀ, ਦੂਜੇ ਪਾਸੇ ਦੀ ਪ੍ਰੋਟੈਕਸ਼ਨ ਹੋ ਕਿਉਂ ਨਹੀਂ ਰਹੀ? ਦੋਨੇ ਪਾਸੇ ਦੇਖਣੇ ਚਾਹੀਦੇ ਆ। ਜੇਕਰ ਆਹ ਹੁਣ ਇਹਨੀ 18-20 ਦਾ 40 ਦਾ ਰੌਲਾ ਪਾ ਰਹੇ, 40,000 ਦਾ ਇਹ ਵਿਕ ਰਿਹਾ ਆ, ਇਹ ਵੇਚ ਕੌਣ ਰਿਹਾ ਤੇ ਖਰੀਦ ਕੌਣ ਰਿਹਾ? ਔਰ ਉਹ ਵੀ ਕੈਸ਼ ਦੇ ਵਿੱਚ, ਉਹ ਮਨੀ ਕੈਸ਼ ਦੇ ਵਿੱਚ ਆ। ਕੈਸ਼ ਦੇ ਵਿੱਚ ਕੀ ਮਨੀ ਫੜੀ ਨਹੀਂ ਜਾ ਸਕਦੀ? ਇਹ ਸਭ ਰੌਲੇ ਗੋਲੇ ਆ, MP ਸਾਰੇ ਆਪਸ ਵਿੱਚ ਮਿਕਸ ਆ। ਇੱਕ ਦੀ ਗਲਤੀ ਨਹੀਂ ਇਹ ਸਾਡੀ ਆਪ ਦੀ ਗਲਤੀ ਆ। ਆਪ ਦੀ ਗਲਤੀ ਸਾਡੇ ਉੱਤੇ ਹੀ ਹੋਣੀ ਹੈ, ਕਿਸੇ ਹੋਰ ਦੇ ਉੱਤੇ ਜਾਣੀ ਨਹੀਂ। ਥੈਂਕ ਯੂ ਵੀਰ ਜੀ, ਧੰਨਵਾਦ। ਓਕੇ ਜੀ। ਸਾਖਰਤਾ, ਅਸਲ ਮੈਂ ਹੁਣ ਕਹਾਣੀ ਸੁਣਾਉਣਾ ਤੁਹਾਨੂੰ ਇਹਦੇ ਬਾਅਦ। ਸਾਖਰਤਾ ਦੀਆਂ ਤਾਂ ਗੱਲਾਂ ਨਾ, ਸਾਖਰਤਾ ਇੱਕ ਹੈ ਤੇ ਨਿੱਜ ਮੇਰਾ ਇੱਕ ਆ। ਬਸ ਜੇ ਮੇਰੇ ਨਿੱਜ ਦੇ ਵਿੱਚ ਚੀਜ਼ਾਂ ਫਿੱਟ ਆਉਂਦੀਆਂ ਨੇ, ਫਿਰ ਕੋਈ ਅਵੇਅਰਨੈਸ ਨਹੀਂ। ਬਸ ਜੇ ਮੇਰੇ ਨਿੱਜ 'ਚ ਫਿੱਟ ਨਹੀਂ ਆਉਂਦੇ, ਫਿਰ ਅਵੇਅਰਨੈਸ ਆ। ਗੱਲ ਇਹ ਹੈ ਸਾਡੀ। ਇੱਕ ਬੰਨੇ ਤੁਹਾਡਾ ਆਉਣ ਵਾਲੀਆਂ ਨਸਲਾਂ, ਤੁਹਾਡਾ ਭਵਿੱਖ ਦੀ ਗੱਲ ਆ, ਤੁਹਾਡੇ ਦੇਸ਼ ਦੀ ਗੱਲ ਹੈ। ਇੱਕ ਬੰਨੇ ਅੱਜ ਖੜੇ, ਅੱਜ ਕੀ ਹੈ ਇਹਦੀ ਹੈ ਗੱਲ। ਲੋਕ ਉਸ ਗੱਲ ਤੇ ਲਿਆ ਕੇ ਖੜੇ ਕਰਤੇ ਮਹਿੰਗਾਈ ਨੇ ਕਿ ਉਹ ਹਰ ਦਾ ਜਰਬਾ ਵਰਤਦੇ ਨੇ ਕਮਾਈ ਦਾ। ਕਿਉਂਕਿ ਜੇ ਤੁਸੀਂ ਕਹੋ ਕਿ 70-80 ਹਜ਼ਾਰ ਦੀ ਹਾਊਸ ਹੋਲਡ ਇਨਕਮ ਦੇ ਵਿੱਚੋਂ ਤੁਸੀਂ 14 ਲੱਖ ਦਾ ਘਰ ਲੈ ਲਓਗੇ ਤੇ ਉਹਨੂੰ ਅਫੋਰਡ ਕਰ ਲਓਗੇ, ਭੁੱਲ ਜਾਓ ਤੁਸੀਂ। ਤਾਂ ਕੁਛ ਨਾ ਕੁਛ ਤਾਂ ਚੱਲ ਹੀ ਰਿਹਾ, ਜਿਹੜਾ ਖੱਬਿਓਂ ਸੱਜਿਓਂ ਹੱਥ ਪਲਦਾ, ਜਾਂ ਫਿਰ ਜਿਨ੍ਹਾਂ ਨੇ ਪਹਿਲਾਂ ਸਸਤੇ ਲੈ ਲਏ। ਅੱਜ ਦੀ ਗੱਲ ਜੇ ਕਰੋਗੇ ਤੁਸੀਂ 13 ਲੱਖ ਦਾ ਜਾਂ 8.5 ਲੱਖ ਦਾ ਟਾਊਨ ਹਾਊਸ ਲੈ ਕੇ, ਜਾਂ 4.5 ਲੱਖ ਦੀ 2 ਬੈਡਰੂਮ ਦਾ ਕੌਂਡੋ ਲੈ ਕੇ $70,000 ਦੇ ਨਾਲ ਤੁਸੀਂ ਸਰਵਾਈਵ ਹੋ ਜਾਓਗੇ। 20% ਬ੍ਰੈਕਟ ਕੱਢ ਕੇ ਪਿੱਛੋਂ 55,000 ਨਾਲ। ਉਹ 'ਚ 2 ਗੱਡੀਆਂ ਵੀ ਨੇ ਤੇ ਨਾਲ ਜਵਾਕ ਪੜਾਉਣੇ, ਨਾਲ ਸਿਰ ਤੇ ਛੱਤ। ਉਹ ਪਰ ਕੋਈ ਨਾ ਕੋਈ ਚੀਜ਼ ਚੱਲਦੀ ਰਹਿੰਦੀ ਆ, ਚੱਲਦੀ ਰਹਿੰਦੀ ਆ। ਪੁਰਾਣੀ ਚੀਜ਼, ਪੁਰਾਣਾ ਟਰੈਕਟਰ ਆ ਜਿਹੜਾ, ਉਹ ਚੱਲਿਆ ਰਹਿਣਾ, ਕਹਿੰਦੇ ਖੁੱਲੇ ਨਾ ਵਾ। ਜਿੱਦਣ ਉਹਦਾ ਖੁੱਲਦਾ ਇੰਜਣ, ਫਿਰ ਪਤਾ ਫੇਰ ਲੱਗਦਾ ਨਾ ਵੀ ਇਹ ਤਾਂ ਕੱਖ ਹੈ, ਨਹੀਂ ਪਤਾ ਨਹੀਂ ਕਿਵੇਂ ਚੱਲੀ। ਅਰਥ ਸ਼ਾਸਤਰੀ, ਫਾਈਨੈਂਸ਼ੀਅਲ ਪੋਸਟ ਵਰਗੇ ਇਹ ਐਵੇਂ ਨਹੀਂ ਲੋਕ ਲਿਖਦੇ। ਡਗਲਸ ਸਟਾਰਡ ਵਰਗੇ ਬੰਦੇ ਐਵੇਂ ਨਹੀਂ ਲਿਖਦੇ। ਉਹ ਕਿਸੇ ਦੇ ਅਗੇਂਸਟ ਨਹੀਂ ਹੈਗੇ, ਉਹ ਦੱਸ ਰਹੇ ਨੇ ਵੀ ਦੇਸ਼ ਚੱਲਿਆ ਕਿੱਧਰ ਨੂੰ। ਹਾਂ, ਮਤਲਬ ਟਰੂਡੋ ਹਾਰ ਜੂ ਇਹਦੇ 'ਚ? ਨਹੀਂ, ਉਹਨੇ ਨਹੀਂ ਹਾਰਨਾ, ਕਿਉਂਕਿ ਉਹਨੇ ਪੈਸੇ ਵੰਡੇ ਹੋਏ ਨੇ।
ਉਹਨੇ ਲੋਕਾਂ ਨੂੰ ਜਿਹਦਾ 4 ਲੱਖ ਦੇ ਵਿੱਚੋਂ ਮੇਰੇ 2 ਬੰਦੇ ਆ ਗਏ, ਮੇਰੇ ਤਾਂ ਟਰੂਡੋ ਰੱਬ ਹੈ, ਮੈਂ ਤਾਂ ਫੋਟੋ ਲਾ ਲੈਣੀ ਕੰਧ ਤੇ ਉਹਦੀ, ਕਿਉਂਕਿ ਮੇਰਾ ਨਿੱਜ ਸਰ ਉਹਦੇ ਤੇ ਸਰਵ ਹੋ ਗਿਆ। ਲਿਸਟ ਸਿਟੀਜ਼ਨਾਂ ਦੀ ਲੋਕਲ MP ਨੂੰ ਆ ਜਾਣੀ, ਉਹਨੇ ਘਰੇ ਜਦੇ ਬੁੱਕੇ ਭੇਜ ਕੇ ਤੇ ਲਿਸਟ ਚਾੜ ਲੈਣੀਆਂ ਆਪਣੇ ਨਾਂ, ਜਦੇ ਵੀ ਨਵਿਆਂ ਨੇ ਸਹੁੰ ਕੀ ਚੱਕੀ, ਵਧਾਈਆਂ, ਥੈਂਕ ਯੂ ਆਰ ਪਾਰਟ ਆਫ ਮਾਈ ਕਮਿਊਨਿਟੀ, ਥੱਲੇ ਸਾਈਨ, ਤੇ ਉਹਦੇ ਬਾਅਦ ਉਹਨੂੰ ਫੋਲੋ ਕਰ ਲੈਣਾ। ਕੱਲ ਨੂੰ ਉਹਨੇ ਵਿਜ਼ਿਟ ਵੀਜ਼ੇ ਤੇ ਕੋਈ ਚਿੱਠੀ ਚਾਹੀਦੀ ਹੈ ਮਾਮੇ ਭੂਆ ਦੀ, ਉਹ ਚਿੱਠੀ ਦਾ ਹੀ ਗਲਬੇ ਨੇ ਸਾਰੀ ਜ਼ਿੰਦਗੀ ਲੰਘਾ ਦੇਣੀ ਉਹਨੇ, ਬਸ ਲਿਖਿਆ ਹੀ ਰਹਿਣਾ ਉਹਨੇ। ਸਾਡੀ ਰਾਜਨੀਤੀ ਤਾਂ ਇਸ ਤਰੀਕੇ ਨਾਲ ਚੱਲਦੀ, ਮਤਲਬ ਇਹ ਇਕੱਲੇ ਕੈਨੇਡਾ ਦੇ ਵਿੱਚ ਨਹੀਂ ਜੇ ਤੁਸੀਂ ਕਹੋ, ਪਰ ਜਿਹੜੇ ਸਿਆਣੇ ਦੇਸ਼ ਨੇ ਉਹਨਾਂ ਨੇ ਇਹਦੇ ਤੇ ਕੁੰਡਾ ਲਾਤਾ। ਦੇਖੋ ਨਿਊਜ਼ੀਲੈਂਡ ਵੱਲ ਨੂੰ ਉਹ ਕਹਿੰਦੇ ਨੇ ਅਸੀਂ ਕੋਈ ਨਹੀਂ ਆਉਣ ਦੇਣਾ ਇੱਥੇ, ਕੋਈ ਗੋਸਟ ਹਾਊਸ ਨਹੀਂ, ਕੋਈ ਬਾਹਰੋਂ ਆ ਕੇ ਵਿਜ਼ਿਟ ਵਾਲੇ ਪੈਸੇ ਨਹੀਂ ਖਰਚ ਸਕਦੇ। ਸਪੈਕੂਲੇਸ਼ਨ ਟੈਕਸ ਲੱਗਿਆ ਹੁਣ, ਨਾਨ PR ਤੁਸੀਂ ਨਹੀਂ ਲੈ ਸਕਦੇ, ਇਹ ਗੱਲਾਂ ਚੱਲਦੀਆਂ ਨੇ, ਪਰ ਉਹਨਾਂ ਕੋਲ ਢੰਗ ਬਹੁਤ ਨੇ ਨਾਨ PR ਕੋਲ, ਉਹਨਾਂ ਦੇ PR ਕੋਈ ਨਾ ਕੋਈ ਹੈਗਾ ਘਰ ਦਾ ਇੱਥੇ। ਅਗਲਾ ਕਹਿੰਦਾ ਲੈ ਕਰ ਲੈ, 20% ਕਾਹਨੂੰ ਦੇਣਾ ਆਪਾਂ, ਲੱਖ ਤੇ 10 ਲੱਖ ਤੇ 20% ਬਹੁਤ ਬਣ ਜਾਂਦਾ, ਤੂੰ ਆਪਣੇ ਨਾਮ ਕਰਾ ਲਾ, ਮੈਂ ਤੈਨੂੰ PR ਬਣ ਕੇ ਮੈਂ ਆਪਣੇ ਨਾਮ ਕਰਾ ਲਵਾਂ। ਬੜਾ ਕੁਝ ਇਹ ਤਾਂ ਚੱਲਦਾ ਹੀ ਰਹਿੰਦਾ। ਖੈਰ ਇਹ ਪਰ ਜਿਹੜੀ ਪੇਸ ਨਾਲ ਹੁਣ ਵਧਿਆ, ਜਿਸ ਤਰ੍ਹਾਂ ਸਾਰੇ ਲਿਖ ਰਹੇ ਨੇ, ਇਹਦੇ ਚੋਂ ਮੈਂ ਕਹਾਂ ਬਈ ਇਹ ਮਾਰਕੀਟ ਸਲੋ ਹੋ ਜੂ, ਨਹੀਂ ਕੋਈ ਇਹ ਕੁਛ ਨਹੀਂ ਸਲੋ ਹੋਣਾ, ਇਹਦੇ ਕੋਈ ਬਸਟ ਬੁਸਟ ਨਹੀਂ ਹੋਣਾ। ਬਲੂਨ ਹੈ ਬੜੇ ਚਿਰ ਦਾ ਬਬਲ ਬਸਟ ਪਿਛਲੇ 7 ਸਾਲਾਂ ਦਾ ਸੁਣਦੇ ਸਾਨੂੰ, ਤਾਂ ਇੱਥੇ ਰਿਸੈਸ਼ਨ ਦਾ ਪਤਾ ਵੀ ਨਹੀਂ ਲੱਗਦਾ। ਤੇ ਆਵੇ ਵੀ ਨਾ ਰਿਸੈਸ਼ਨ ਕਿਉਂ ਆਵੇ, ਕੁਛ ਕੀਮਤਾਂ ਸਹੀ ਰਹਿਣ, ਕੁਛ ਕਾਨੂੰਨ ਸਹੀ ਰਹਿਣ, ਤੇ ਇਹਦੇ ਤੇ ਬਸ ਚੱਲੀ ਜਾਵੇ ਕੰਮ। ਥੰਮਣ ਹੁਣ ਐ ਤਾਂ ਹੈ ਨਹੀਂ, ਕੋਈ ਥੰਮਣਾ ਤਾਂ ਚਾਹੁੰਦਾ ਨਹੀਂ, ਪਰ ਰਾਜਨੀਤੀ ਤੋਂ ਪ੍ਰੇਰਿਤ ਜਿਹੜੇ ਡਿਸੀਜ਼ਨ ਨੇ ਉਹ ਹੁਣ ਤੁਸੀਂ ਜਿਹੜੇ ਬੰਦੇ ਪਿਛਲੇ 20 22 25 ਸਾਲਾਂ ਦੇ ਵਿੱਚੋਂ 4ਵਾਂ 5ਵਾਂ ਘਰ ਫ੍ਰੀ ਕਰੀ ਬੈਠੇ ਨੇ, ਕਿਹੜੇ ਸਿਰ ਤੇ ਕਰਿਆ? ਪ੍ਰਿੰਸੀਪਲ ਜਿਹੜਾ ਕੈਪੀਟਲ ਗੇਨ ਤੇ 8 ਲੱਖ ਦਾ ਘਰ 14 ਲੱਖ ਦਾ ਵਿਕ ਗਿਆ, 6 ਲੱਖ ਤੇ ਕੋਈ ਟੈਕਸ ਨਹੀਂ, ਦੱਬ ਲਿਆ ਉਹ। ਤੇ ਜਿੱਦਣ ਉਹਦੇ ਤੇ ਕੁੰਡਾ ਪਾ ਲਿਆ ਫਿਰ ਦੇਖੋ ਫਿਰ ਕੀ ਬਣਨੀ ਹੈ ਗੱਲ, ਕਿਉਂਕਿ ਉਹਨੇ ਫਿਰ ਉਹਦੀ ਰਾਜਨੀਤਿਕ ਤੌਰ ਤੇ ਖੁਦਕੁਸ਼ੀ ਆਪ ਕਿਸੇ ਪੋਲੀਟੀਕਲ ਪਾਰਟੀ ਦੀ ਉਹ ਤਾਂ ਨਹੀਂ ਹੱਥ ਪਾਉਂਦੇ, ਕਹਿੰਦੇ ਆਪਾਂ ਕਾਹਨੂੰ ਪਹਿਲੇ 4 ਸਾਲ ਵਾਲੇ ਕਦੀ ਕੀਤਾ, ਤੁਸੀਂ ਵੀ ਲੰਘ ਜਾ। ਪਰ ਇੱਕ ਦਿਨ ਕਿਸੇ ਨਾ ਕਿਸੇ ਨੂੰ ਤਾਂ ਕੁਝ ਕਰਨਾ ਪੈਣਾ, ਕਿਉਂਕਿ ਜੇ ਘੱਟ ਗਿਣਤੀ ਦੀਆਂ ਵੋਟਾਂ ਲੂਜ਼ ਕਰਦੇ ਨੇ, ਮੇਨ ਸਟ੍ਰੀਮ ਦੀਆਂ ਵੋਟਾਂ ਉਨੀਆਂ ਮਿਲਦੀਆਂ ਨੇ ਉਹਨਾਂ ਨੂੰ, ਤਾਂ ਕਿਸੇ ਨੇ ਕੈਲਕੂਲੇਸ਼ਨ ਕਰਕੇ ਆਉਣ ਬੰਦੇ। ਇਹ ਦੇਸ਼ ਸਸਟੇਨ ਨਹੀਂ ਹੋਣਾ 5-4 ਲੱਖ ਬੰਦਾ ਸਾਲ ਦਾ ਆਉਣ ਤੋਂ ਬਿਨਾਂ, ਪਰ ਉਹ 4 ਲੱਖ ਕਿਹੜੇ ਆਉਣ ਜਾਂ ਉਹ ਕਿਹੜੇ ਹਾਲਤਾਂ ਚ ਆਉਣ। ਜੇ ਕੋਈ ਪੜ੍ਹਨ ਵੀ ਆਉਂਦਾ, ਇਹੀ ਦੇਸ਼ ਸੀ 20 ਸਾਲ ਪਹਿਲਾਂ PhD ਦੇ ਵਿੱਚ ਐਡਮਿਸ਼ਨ ਨਹੀਂ ਸੀ ਹੁੰਦੀ। ਹੁਣ ਕਿਉਂਕਿ ਕਿਸੇ ਪਾਸਿਓਂ ਘਾਟੇ ਨੂੰ ਸਰਕਾਰਾਂ ਨੇ ਪੂਰਾ ਕਰਨਾ, ਉਹਨਾਂ ਨੂੰ ਇਹ ਹੋ ਗਿਆ ਵੀ ਲੰਬਰ ਇੰਡਸਟਰੀ ਤੋਂ ਤਾਂ ਵੱਧ ਇੰਟਰਨੈਸ਼ਨਲ ਸਟੂਡੈਂਟ ਪੈਸਾ ਲਿਆ ਰਹੇ ਨੇ, 30-40 ਹਜ਼ਾਰ ਇੱਕ ਜਵਾਕ ਲੈ ਕੇ ਆ ਰਿਹਾ, ਵੀ ਖੋਲ ਦੋ ਇਧਰੋਂ ਲਿਆ ਕੇ ਪੈਸੇ ਬਰਾਬਰ ਕਰੀ ਚੱਲੋ। ਜਿਵੇਂ ਸਤਿੰਦਰ ਹੋਣੀ ਕਹਿ ਗਏ ਨੇ, ਜਿਹੜੇ ਸਾਡੇ ਜਿਨ੍ਹਾਂ ਨੇ ਕੰਮ ਕੀਤਾ 65 ਤੋਂ ਉੱਪਰ ਵਾਲੇ, ਉਹਨਾਂ ਨੂੰ 30 ਸਾਲ ਜਿਹੜਾ ਜਾਣਾ 1400-1200 ਮਹੀਨੇ ਦਾ ਸਾਡਿਆਂ ਨੂੰ ਵੀ ਆਉਂਦਾ, ਉਹ ਵੀ ਇਹ ਦੇਣਗੇ। ਸੋ ਕੈਲਕੂਲੇਸ਼ਨਸ ਨੇ, ਥਿੰਕ ਟੈਂਕ ਨੇ ਜਿਹੜੇ, ਇੱਕ ਇਹ ਮੰਗ ਹੈ ਵੀ ਇਹ ਚੱਲਦਾ ਰਹੇ, ਇੱਕ ਇਹ ਮੰਗ ਹੈ ਕਿ ਇਹਦੀ ਸੁਧਾਰ ਆਵੇ। ਹੁਣ ਦੇਖਦੇ ਆ ਇਹਦੀ ਸੁਣੀ ਦੀ ਹੈ। ਵਪਾਰਕ ਸੰਦੇਸ਼ ਆ ਕੇ ਸਰਦਾਰ ਕਮਲ ਦੀ ਕਹਾਣੀ, ਸਰਦਾਰ ਜਸਵੰਤ ਸਿੰਘ ਕਮਲ ਹੋਰਾਂ ਦੀ ਕਹਾਣੀ ਪੁੰਨਿਆਵਤੀ ਅਜੀਤਵਾਲ ਦੇ ਪਿੰਡ ਦੀ ਕੁੜੀ, ਅਜੀਤਪਾਲ ਦੇ ਪਿੰਡ ਦੀ ਤੇ ਜਵਾਨ ਤੇ ਬਹੁਤ ਖੂਬਸੂਰਤ। ਬਾਪ ਉਹਦਾ ਪਾਕਿਸਤਾਨ ਬਣਨ ਸਮੇਂ ਪੱਛਮੀ ਪੰਜਾਬ ਚ ਉੱਜੜ ਗਿਆ, ਜਾਤ ਦਾ ਰੋੜਾ ਖੱਤਰੀ ਸੀ। ਝੰਗ ਦੇ ਵਿੱਚੋਂ ਉਹ ਉੱਜੜ ਗਿਆ। ਅਜੀਤਪਾਲ ਦਾ ਬਾਪ ਵੀ ਜਾਤ ਦਾ ਝਿਊਰ ਸੀ, ਹੱਥ ਨਾਲ ਕੇ ਲਾਉਂਦਾ ਤੇ ਬੋਰਾਂ ਦਾ ਕੰਮ ਕਰਦਾ। ਦੋਨੇ ਘਰ ਜਾਤਾਂ ਦੇ ਫਰਕ ਨਾਲ ਗੁਆਂਢੀ ਤੇ ਗੁਰਦੁਆਰੇ ਦੇ ਇੱਕ ਸ਼ਰਧਾਲੂ ਸੀ। ਅਜੀਤਪਾਲ ਜਦ 5ਵੀਂ ਸੀ, ਪੁੰਨੋ 3 ਪੜ੍ਹਦੀ, ਤੇ 8ਵੀਂ ਤੱਕ ਉਹ ਇੱਕ ਤਰ੍ਹਾਂ ਕੁੜੀ ਨੂੰ ਪੜ੍ਹਾਉਂਦਾ ਰਿਹਾ। ਪੁੰਨੋ ਦੇ 8ਵੀਂ ਕਰ ਲੈਣ ਤੋਂ ਅਚਾਨਕ ਬਾਪੂ ਸ਼ਹਿਰੋਂ ਸੌਦਾ ਲੈਣ ਗਿਆ, ਬੱਸ ਦੇ ਫੇਟ ਚ ਆ ਗਿਆ। ਕੁੜੀ ਆਪਣੇ ਬਾਪ ਦੀ ਇਕਲੌਤੀ ਸੀ, ਧਾਤੜ ਪਿੱਟ ਬੁਰਾ ਹਾਲ ਕਰਤਾ। ਮਾਂ ਗੁਰਦੇਈ ਜਿਹੜੀ ਮੁੱਦੀ ਹੋ ਗਈ। ਅਜੀਤ ਨੇ ਆਪ ਵੀ ਰੋਂਦਿਆਂ ਕੁੜੀ ਨੂੰ ਸਾਂਭਿਆ। ਦੁੱਖ ਦੇ ਦਿਨਾਂ ਵਿੱਚ ਮੁੰਡੇ ਨੇ ਸਾਰੇ ਕੰਮ ਸਮੇਟ ਲਏ। ਉਹ ਪਤਾ ਨਹੀਂ ਕਿਉਂ ਪੁੰਨੋ ਦੇ ਵਿੱਚ ਉਹਨੂੰ ਕੀ ਦਿਖਦਾ। ਪੁੰਨੋ ਨੂੰ ਰੋਂਦੀਆਂ ਵੇਖ ਕੇ ਅਜੀਤਪਾਲ ਆਪਣੇ ਆਪ ਨੂੰ ਪਾੜ ਸੁੱਟ। ਹਲੇ ਆਪ ਵੀ ਹਲੇ ਅਲੂਣਾ ਹੀ ਸੀ, 12-13 ਵਰ੍ਹਿਆਂ ਦਾ, ਪਰ ਪਤਾ ਨਹੀਂ ਕਿਹੜੀ ਕੜੀ ਸੀ। ਮਾਲਕ ਦੇ ਮਰਨੇ ਗੁਰਦੇਈ ਨੇ ਕੰਨਾਂ ਦੀਆਂ ਬਾਲੀਆਂ ਵੇਚਦੀਆਂ। ਇਹ ਬਾਲੀਆਂ ਨੇ ਮਾਂ ਦੇ ਪਾਈਆਂ। ਉਹ ਚਾਹੁੰਦੀ ਸੀ ਵੀ ਪੁੰਨੋ ਨੂੰ ਵਿਆਹ ਤੇ ਦੇਵੇ, ਪਰ 15-20 ਦਿਨ ਹੱਟੀ ਬੰਦ ਹੋਈ। 250
ਭੋਗ ਤੱਕ ਲੱਗ ਗਿਆ ਤੇ ਵਾਲੀਆਂ ਵੇਚਣੀਆਂ ਪੈ ਗਈਆਂ। ਝਾਈ ਹੁਣ ਆਪਾਂ ਕੀ ਕਰਾਂਗੇ? ਕੁੜੀ ਨੇ ਘਰ ਦੀ ਹਾਲਤ ਗੁੱਜੀ। ਰੱਬ ਹੀ ਰਾਖਾ ਧੀਏ, ਹੁਣ ਕੇ ਹੋਣਾ, ਮਰਵੰਜਣਾ ਹੈ, ਕਰਨਾ ਕੀ ਹੈ, ਕੁਝ ਨਹੀਂ ਹੋਣਾ ਹੁਣ। ਗੁਰਦੇਈ ਨੇ ਕਿਹਾ। ਗੁਰਦੇਈ ਦੀ ਆਖਰੀ ਗੱਲ ਆਉਂਦੇ ਅਜੀਤਪਾਲ ਨੇ ਸੁਣੀ, ਬੇਜੀ ਮੈਂ ਇੱਕ ਗੱਲ ਕਹਾਂ, ਦਿਲ ਨਾ ਛੱਡੋ, ਤੁਸੀਂ ਪੱਥਰਾਂ ਦੇ ਵਿੱਚ ਵੀ ਪੈਦਾ ਕੀਤਾ ਜੀ ਨੂੰ ਰਿਜ਼ਕ ਦਿੰਦਾ, ਹੋਰ ਨਾ ਸਹੀ ਤੁਸੀਂ ਹੱਟੀਓ ਚਲਾ ਲਓ। 13 ਵਰਿਆਂ ਦੇ ਅਜੀਤਪਾਲ ਨੂੰ ਵੇਖ ਕੇ ਜਦੋਂ ਉਹਨੇ ਗੱਲ ਕੀਤੀ ਤਾਂ ਝਾਈ ਹੈਰਾਨ। ਗੁਰਦੇਈ ਨੇ ਆਖਰੀ ਗੱਲ ਜਦ ਉਹਨੂੰ ਕਹੀ ਵੀ ਪੁੱਤਰਾ ਕੋ ਵਕਤ ਪਾਇਆ ਗਿਆ ਹੈ, ਸਾਡਾ ਕੋਈ ਹਾਲ ਨਹੀਂ, ਤੂੰ ਹਾਲੇ ਸਾਰਾ ਦੇਈ ਜਾਂਦਾ ਸੋ, ਹੁਣ ਮੈਂ ਕੀ ਕਰਵੰਜਾਂ, ਕੱਖ ਨਹੀਂ ਹੋਵਣਾ, ਹੁਣ ਬਸ ਮਰ ਜਾਵਣਾ ਹੈ। ਇਹਦਾ ਪਿਤਾ ਚਲੇ ਗਿਆ ਤੇ ਮੈਂ ਮਰ ਜਾਵਣਾ, ਇਹ ਇਕੱਲੀ ਰੂਹ ਰਹਿ ਜਾਵਣੀ। ਨਹੀਂ ਨਹੀਂ, ਇਹ ਕੀ ਗੱਲ ਕਰਤੀ ਤੁਸੀਂ? ਆ ਕਿਉਂ ਕਹਿੰਦੇ ਹੋ ਤੁਸੀਂ? ਮੈਂ ਸ਼ਹਿਰੋਂ ਲਿਆ ਕੇ ਲਿਆ ਕਰੂ ਸੌਦਾ, ਦੁਕਾਨ ਤੋਂ ਰੋ ਤੁਸੀਂ। ਉਹਨਾਂ ਨੂੰ ਪੜ੍ਹਨੋਂ ਨਹੀਂ ਹਟਾਉਣਾ, 10ਵੀਂ ਕਰਾ ਕੇ ਆਪਾਂ ਇਹਨੂੰ ਕੋਈ ਟਾਈਪ ਸ਼ਾਈਪ ਸਿਖਾ ਲੈਣੀ ਆ, ਆਪੇ ਕਿਤੇ ਲੱਗ ਜੂਗੀ। ਮੈਂ ਆਲੇ ਦਾਲੇ ਆ। ਗੁਰਦੇਈ ਨੂੰ ਸਿਆਣੀ ਵਾਂਗੂ ਮੱਤਾਂ ਦਿੰਦਾ, ਹੱਥ ਕੱਢ ਕੱਢ ਕੇ ਜਿਵੇਂ ਵਡੇਰਾ ਵਕੀਲ ਬੋਲਦਾ ਹੋਵੇ ਕਾਲਾ ਕੋਟ ਪਾ ਕੇ। ਗੁਰਦੇਈ ਨੇ ਦੇਖਿਆ ਮੁੰਡਾ ਖਾਦਾ। ਗੁਰਦੇਈ ਨੇ ਵੀ ਆਪ ਸੋਚਿਆ ਕੁਝ ਕਰਾਂਗੀ ਤਾਂ ਹੀ ਆ, ਜਵਾਨ ਹੋ ਰਹੀ ਧੀ ਨੂੰ ਕਿਵੇਂ ਭੇਜਾਂਗੀ। ਆਖਰ ਰੱਬ ਦਾ ਨਾਮ ਲੈ ਕੇ ਦੁਕਾਨ ਖੋਲਤੀ, ਸੁੰਬਰੀ ਪੋਚਾ ਦਿੱਤਾ, ਅਗਰਬੱਤੀ ਨੂੰ ਸੀਖ ਲਾ ਕੇ ਤੱਕੜੀ ਬੱਟੇ ਧੋਤੇ। ਅਜੀਤਪਾਲ ਸ਼ਹਿਰੋਂ ਸਮਾਨ ਲਿਆ ਕੇ ਦਿੰਦਾ। ਗੁਰਦੇਈ 2 ਜੱਟਾਂ ਦੇ ਘਰੋਂ ਮੂੰਹ ਨੇਰੇ ਦੁੱਧ ਲਿਆਉਂਦੀ। ਮਾਮਾ ਧੀਆਂ ਨੇ ਹਿੰਮਤ ਕਰਕੇ ਗੁਜ਼ਾਰਾ ਤੋਰ ਲਿਆ। ਸਮਾਂ ਇਕਸਾਰ ਨਹੀਂ ਚੱਲਦਾ, ਉਸਨੂੰ ਉਤਰ ਪੁਤਰ ਕਰਨ ਦੀ ਖੋਟੀ ਆਦਤ ਹੈ। ਜਵਾਨ ਮੁੰਡਿਆਂ ਨੇ ਅਜੀਤ ਤੇ ਪੁੰਨੂ ਦੀਆਂ ਗੱਲਾਂ ਪਿੰਡ 'ਚ ਤੋਰ, ਖੰਭਾਂ ਦੀਆਂ ਡਾਰਾਂ ਬਣ ਗਈਆਂ। ਇੱਕ ਜੱਟ ਮੁੰਡਾ ਗੁਰਦੇਈ ਦੀ ਗੈਰ ਹਾਜ਼ਰੀ 'ਚ ਪੁੰਨੂ ਤੋਂ ਸੌਦਾ ਲੈਣ ਆਉਂਦਾ। ਤੀਰਾ ਕਾਣਾ ਝਾਕਦਾ, ਮੁੱਛ ਮਰੋੜਦਾ। ਉਹ ਅਜੀਤਪਾਲ ਨੂੰ ਵਜਾ ਵਜਾ ਨਾਲ ਰੋਕਿਆ, ਪਰ ਆਪਣਾ ਜੱਟ ਅਜੀਤ ਤੇ ਗਲ ਪੈ ਗਿਆ। ਅਜੀਤਪਾਲ ਨੇ ਉਹਨੂੰ ਕਿਹਾ, ਸਰਦਾਰਾ ਇਉਂ ਚੰਗਾ ਨਹੀਂ ਲੱਗਦਾ, ਅਸੀਂ ਚਾਹੇ ਕਮੀ ਕਮੀਣ ਹੈ ਪਰ ਆਪਣਾ ਖਿਆਲ ਰੱਖੀ। ਕਿਉਂ? ਮਾਸੀ ਦੀ ਕੁੜੀ ਲੱਗਦੀ ਆ ਤੇਰੀ। ਮੂਹਰੋਂ ਜੱਟ ਵਿਗੜ ਗਿਆ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਕਿਉਂਕਿ ਮਾਸੀ ਤੇ ਤਾਏ ਚਾਚੇ ਦੀਆਂ ਕੁੜੀਆਂ ਕਹਿ ਕੇ ਤਾਂ ਨਹੀਂ ਵੱਧ ਹੁੰਦੀਆਂ। ਪਿੰਡ ਦੀ ਕੁੜੀ ਹੈ, ਫੇਰ ਵੀ ਤੁਹਾਡਾ ਹੱਥ ਉੱਚਾ ਹੈ, ਤੁਹਾਡੇ ਘਰਾਂ ਦੇ ਅਸੀਂ ਕੰਮ ਕਰਦੇ ਹਾਂ, ਥੋੜਾ ਬਹੁਤਾ ਦੇਖੀਦਾ। ਅਜੀਤਪਾਲ ਨੇ ਗੱਲ ਕੀਤੀ, ਤੂੰ ਆਪਣੇ ਬਾਅਦ ਤੂੰ ਸ਼ਹਿਰੋਂ ਸੌਦੇ ਲਿਆ ਲਿਆ ਦਿੰਨਾ ਹੈ, ਤੈਨੂੰ ਭਲੇ ਮਾਨਸ ਨੂੰ ਮੈਂ ਵੀ ਜਾਣਦਾ। ਜੱਟ ਨੇ ਕਿਹਾ, ਤੂੰ ਮੈਂ ਦਾ ਬੋਲ ਬੁਲਾਰਾ ਜਦ ਗਰਮ ਹੋ ਗਿਆ, ਅਜੀਤਪਾਲ ਨੇ ਬਾਹਾਂ ਚਾੜ ਕੇ ਜੱਟ ਮੁੰਡੇ ਦੇ ਗਲ ਨੂੰ ਹੱਥ ਪਾ ਲਿਆ। ਪਿੰਡ 'ਚ ਰੌਲਾ ਪੈ ਗਿਆ, ਬੁਰੇ ਹਾਲ। ਚੋਰਾਂ ਦੇ ਮੁੰਡੇ ਨੇ ਜੱਟਾਂ ਦੇ ਮੁੰਡੇ ਦੇ ਹੂਰੇ ਮਾਰੇ। ਜਦ ਬੰਨੋ ਬੰਨਿਆ ਕੇ ਪੁੱਛਣਾ, ਕੀ ਕਰਦੇ ਤੁਸੀਂ? ਇਹ ਤੈਨੂੰ ਐ ਕਹਿੰਦਾ, ਇਹ ਮੈਂ ਨਹੀਂ ਇਹਨੂੰ ਕਹਿਣ ਦਿੰਦਾ, ਸਾਲਾ ਲੱਗਦਾ ਇਹ, ਖਬਰਦਾਰ ਜੇ ਮੁੜ ਕੇ ਆਇਆ ਹੱਟੀ ਤੇ ਸਾਡੀ ਤੇ। ਇੰਨੀ ਜਦ ਗੱਲ ਕਹੀ, ਪੁੰਨੋ ਨੂੰ ਇਸ ਗੱਲ ਤੇ ਮਾੜਾ ਲੱਗਿਆ। ਤੇ ਦੂਜੇ ਦਿਨ ਜਦ ਉਹ ਗੱਲ ਨਿਬੜ ਗਈ, ਪੰਚਾਇਤ 'ਚ ਰੌਲਾ ਪੈ ਗਿਆ ਵੀ ਅੱਛਾ ਝੋਰ ਹੋ ਕੇ ਜੱਟਾਂ ਦੇ ਮੁੰਡੇ ਦੇ ਹੂਰੇ ਮਾਰੇ। ਜੱਟਾਂ ਨੇ ਮੁੱਛਾਂ ਮਰੋੜ ਕੇ ਵੱਡੀਆਂ ਗੱਲਾਂ ਕੀਤੀਆਂ, ਇਹਨਾਂ ਦਾ ਹੁੱਕਾ ਪਾਣੀ ਬੰਦ ਕਰੋ, ਓਏ ਨਾ ਸਾਨੂੰ ਲਾਂਗਾ ਨਹੀਂ ਦੇਣਾ, ਖਬਰਦਾਰ ਹੋਈ ਜੇ ਆਇਆ ਇੱਧਰ। ਸਰਪੰਚ ਦੀ ਸਵੇਰ ਦੀ ਪੀਤੀ ਕੈੜੀ ਚਾਹ ਦਾ ਤਹਿਕ ਸੀ। ਮੁੱਛ ਹੋੜ ਹੋੜ ਕੇ ਉਹਨੇ ਦਲੀਪੇ ਦੇ ਪਿਓ ਵੱਲ ਹੱਕ ਬੁਲਾਈ। ਵੇਖ ਮੈਂ ਦੂਜੇ ਦਿਨ ਆਇਆ, ਜੀਤ ਤਾਂ ਪੁੰਨੋਂ ਹੱਥ ਜੋੜੇ, ਤੂੰ ਮੈਂ ਤੈਨੂੰ ਮਿਹਨਤ ਕਰਦੀ ਆ, ਦਲੀਪੇ ਨਾਲ ਲੜੀ, ਮੈਂ ਤੇਰੀ ਮਿਹਨਤ ਕਰਦੀ। ਮੈਂ ਸਾਲੇ ਦੇ ਪੀਜੂ ਸੀਰ ਮੇ ਜੇ ਤੇਰੇ ਵੱਲ ਝਾਕਿਆ, ਤੂੰ ਕੀ ਸਮਝਦੀ ਐ? ਮੁੰਡਾ ਜਾਨ ਦੀ ਬਾਜੀ ਲਾਉਣ ਤੱਕ, ਨਹੀਂ ਨਹੀਂ ਇਹ ਨਾ ਕਰ, ਇੰਨਾ ਉਹ ਜਾਨ ਦੀ ਲੜਨਗੇ ਤਾਂ 2 ਮਿੰਟ ਮੈਂ ਬਦਨਾਮ ਹੋਊਂਗੀ। ਤੇ ਤੂੰ ਐ ਕਰ, ਮੈਂ ਮਿਹਨਤ ਕਰਦੀ ਆ, ਸੌਦਾ ਝਾਈ ਲੈ ਕੇ ਆਇਆ ਕਰੂ, ਤੂੰ ਵੀ ਨਾ ਆਇਆ ਕਰ। ਜ਼ਿਆਦਾ ਗੱਲ ਕੀਤੀ, ਅਜੀਤਪਾਲ ਖੜਾ ਧਰਤੀ 'ਚ ਗਰਕ, ਵਿਸ਼ਵਾਸ ਦੇ ਥੰਮ ਹਿੱਲ ਗਏ। ਉਹਨੂੰ ਐਂ ਲੱਗਦਾ ਸੀ ਵੀ ਆਹ ਕੀ ਹੋ ਗਿਆ, ਪਰਲੋ ਕਿੱਥੇ ਆ ਗਈ। ਉਹਨੇ ਪਿਛਲੇ 5-7 ਸਾਲਾਂ ਤੋਂ ਜਦ ਤੋਂ ਸਕੂਲ 'ਚ ਉਹਨੂੰ ਛੋਟੀ ਹੁੰਦੀ ਨੂੰ ਪੜ੍ਹਾਉਂਦਾ, ਆਲੇ ਦੁਆਲੇ ਰਹਿੰਦਾ, ਜਦ ਪਿਓ ਮਰਿਆ ਉਹਨੂੰ ਇਉਂ ਸੀ ਮੇਰਾ ਪਿਓ ਮਰਿਆ। ਆਹ ਕੀ ਗੱਲ ਕਹਿ ਦਿੱਤੀ, ਕਿਉਂਕਿ ਵਿਸ਼ਵਾਸ ਦੇ ਥੰਮ ਹਿੱਲ ਗਏ। ਸਾਰਾ ਕੁਝ ਸਾਫ਼ ਸੀ, ਉਹਦੇ ਦਿਲ 'ਚ ਮੈਲ ਕੋਈ ਨਹੀਂ ਸੀ, ਪਤਾ ਨਹੀਂ ਪਰ ਕਿਹੜੀ ਗੱਲੋਂ ਪੁੰਨੋਂ ਦੇ ਹਰ ਦਾ ਤਾਲੇ ਰਹਿੰਦਾ ਤੇ ਉਹਦੀ ਮਦਦ ਕਰਨਾ ਚਾਹੁੰਦਾ। ਠੀਕ ਹੈ, ਫਿਰ ਮੁੰਡੇ ਨੇ ਗੁੱਸੇ ਹੋ ਕੇ ਲਪੇਟ ਲਿਆ, ਸੀਸ ਵੱਟ ਕੇ ਰੁੱਖੇ ਬਾਣਾ ਨੇ ਚਾਹ। ਕਿਹੋ ਜਿਹੀ ਦੁਨੀਆ ਯਾਰ, ਇਹਨੂੰ ਕਿਹਨੂੰ ਸਿਖਾਵੇ। ਇੱਥੇ ਸਾਰਾ ਕੁਝ ਸਿੱਖ ਕੇ, ਗੱਲਾਂ ਬਾਤਾਂ ਸਿੱਖ ਕੇ
ਟਿਕੜਮਬਾਜੀ ਸਿੱਖ ਕੇ ਦੁਨੀਆ ਆਉ ਜਾਂਦੀ ਪਤਾ ਨਹੀਂ ਲੱਗਦਾ ਕਦ ਉੱਡਣ ਕਟੋਲੀਆਂ ਲਾਉਂਦੇ ਕਬੂਤਰੀਆਂ ਕਿਤੇ ਜਾ ਕੇ ਬਹਿੰਦੀਆਂ ਨੇ, ਫਿਰ ਉਹ ਮੱਤਾਂ ਦਿੰਦੀਆਂ। ਢੱਕੀ ਟ੍ਰੇਨਿੰਗ ਦਿੱਤੀ ਯਾਰ, ਮੈਂ ਤਾਂ ਮੇਰੇ ਤਾਂ ਹੱਥੋਂ ਹੀ ਨਿਕਲ ਗਿਆ ਸਾਰਾ ਕੁਝ। ਮੈਂ ਕਾਹਦੀ ਇਹਦੀ ਇੱਜ਼ਤ ਕੀਤੀ? ਗੱਲਾਂ ਕਰਦਾ ਆਪਣੇ ਮਾਸਟਰ ਕੋਲ ਜਾ ਕੇ ਬਹਿ ਗਿਆ, ਜਿਹੜਾ ਮਾਸਟਰ ਕਰਤਾਰ ਉਹਨੂੰ ਸਮਝਦਾ। ਮਾਸਟਰ ਜੀ, ਜੇ ਸਿੱਧੀ ਨੀਅਤ ਨਾਲ ਬੰਦੇ ਜਿਉਣੇ ਦਿੰਦੇ ਚੰਦਰੀ ਦੁਨੀਆ ਕਰੂਗੀ ਕੀ? ਮੈਂ ਆਪਣੀ ਜਗ੍ਹਾ ਮੈਂ ਜਮਾਂ ਹੀ ਸਹੀ ਆ ਜੀ, ਮੈਂ ਕੁਝ ਨਹੀਂ ਕੀਤਾ ਮਾਸਟਰ ਜੀ, ਮੈਨੂੰ ਪੁੰਨੋ ਨੇ ਇਹ ਕਿਉਂ ਕਹਿਤਾ? ਦੁਨੀਆ ਨੂੰ ਜਿੱਤਣਾ ਚਾਹੀਦਾ ਪੁੱਤ, ਦੁਨੀਆ ਨੂੰ ਜਿੱਤਣਾ ਚਾਹੀਦਾ। ਕਾਇਮ ਹੋ, ਹਲੇ ਤਾਂ ਕੱਖ ਵੀ ਨਹੀਂ, ਹਲੇ ਤਾਂ ਪੂਣੀ ਵੀ ਨਹੀਂ ਕੱਤੀ ਸ਼ੋਪ ਚੋਂ, ਹਲੇ ਤਾਂ 20 ਤੋਂ ਥੱਲੇ ਆ, ਹਲੇ ਤਾਂ ਭੂਰੇ ਵਾਲ ਆਉਂਦੇ ਆ ਲਵਾਂ ਤੇ। ਕਾਇਮ ਰਿਹਾ ਕਰ ਤੂੰ ਯਾਰ ਪੁੱਤ ਸਾਡਾ ਹੋ ਕੇ। ਦੁਨੀਆ ਦਾ ਜੀ ਮੈਂ ਕੀ ਕਰੂੰ? ਐ ਤਾਂ ਫਿਰ ਇਹ ਮਾਸੀ ਮੈਂ ਤਾਂ ਫਿਰ ਇਸ ਤਰ੍ਹਾਂ ਦੁਨੀਆ ਨੂੰ ਪੁੱਤ ਸਮਝਣਾ ਪੈਂਦਾ। ਦੁਨੀਆ ਇਉਂ ਨਹੀਂ ਸਮਝਦੀ ਜਿਵੇਂ ਤੂੰ ਸਮਝਾਉਣਾ, ਦੁਨੀਆ ਨੂੰ ਦਿਖਾਉਣਾ ਪੈਂਦਾ। ਦੁਨੀਆ ਜਦੇ ਮੰਨਦੀ ਹੈ ਜਦ ਤੂੰ ਦੁਨੀਆ ਨੂੰ ਦਿਖਾਉਣਾ। ਜਦ ਤੂੰ ਤੁਰੇ ਧਰਤੀ ਦੇ ਤੇਰਾ ਪੈਰ ਤੁਰੇ ਤਾਂ ਮੂਹਰੇ ਬੰਦਿਆਂ ਨੂੰ ਪਤਾ ਲੱਗੇ ਵੀ ਖੜਾਕ ਹੁੰਦਾ, ਹੁਣ ਪੈਰ ਖੜਕਦਾ। ਤੇਰੇ ਖੰਗੂਰੇ ਦੇ ਵਿੱਚ ਐਡੀ ਜਾਨ ਹੋਵੇ, ਸੋ ਕਾਲ ਜੱਟ ਜੁੱਟ ਜੇ ਤਾਂ ਕੰਧਾਂ ਨਾਲ ਲੱਗ ਜਾਣ ਤੂੰ ਤੁਰੇ ਵਿੱਚ। ਮਾਸੀ ਫਿਰ ਜਿਸਮਾਨੀ ਤਾਕਤ ਨਹੀਂ, ਜਿਸਮਾਨੀ ਤਾਕਤ ਵੀ ਚਾਹੀਦੀ ਆ ਮੱਲਾ, ਜਿਸਮਾਨੀ ਵੀ ਚਾਹੀਦੀ ਆ, ਪਰ ਰੂਹ ਨੂੰ ਕਾਇਮ ਕਰ। ਰੂਹ ਚ ਗੁਲਜ਼ਾਰ ਕੀ ਕੋਈ ਗੱਲ ਨਹੀਂ। ਜੇ ਪੁੰਨੋ ਨੇ ਨਹੀਂ ਸੁਣੀ ਜ਼ਿੰਦਗੀ ਮੁੱਕ ਗਈ, ਕਾਇਮ ਰਹਿ। ਪੁੰਨੋ ਤਾਂ ਤੇਰੀ ਆ, ਤੇਰੇ ਕੋਲ ਹੋਣੇ ਮਰਜ਼ੀ, ਉਹਨੇ ਮੈਨੂੰ ਐ ਕਹਿਤਾ। ਪਰ ਇਹ ਮਰਜ਼ੀ ਲੰਮੇ ਵੱਟ ਨਾ ਪਾਓ, ਤੱਤ ਵੱਟ ਗੁਰਮੰਤਰ ਦੱਸ। ਤੱਤ ਵੱਟ ਕੋਈ ਨਹੀਂ ਪੁੱਤ, ਜਾਦੂ ਨਹੀਂ ਹੈ, ਮਿਥਿਹਾਸ ਦੀਆਂ ਬਾਤਾਂ ਨੇ। ਆਰਥਿਕ ਪੱਖੋਂ ਟੁੱਟੀ ਜਮਾਤ ਦਾ ਬੰਦਾ ਤੂੰ, ਛਾਲ ਮਾਰ ਕੇ ਪੌੜੀ ਦਾ ਉਤਲਾ ਡੰਡਾ ਨਹੀਂ ਤੇਤੋਂ ਫੜ ਹੋਣਾ। ਸੁਣ ਲੈ ਗੱਲ, ਲੰਮੇ ਸਿਦਕ ਨਾਲ ਘੋਲ ਕਰਨਾ ਪੈਣਾ ਤੇ ਆਖਰੀ ਗੁਰਮੰਤਰ ਸੁਣ। ਇੱਧਰ ਝਾਕ ਮੇਰੇ ਬਾਦ ਹੁਣ ਫੇਰ। ਹਾਂਜੀ ਹਾਂ ਦੱਸੋ ਜੀ। ਹੌਸਲਾ ਛੱਡ ਦੇਣ ਵਾਲੇ ਸੂਰਮੇ ਨਹੀਂ ਹੁੰਦੇ ਕਦੇ। ਜਿਉਣਾ ਤਾਂ ਸਬਰ ਨਾਲ ਰਹਿ ਤੇ ਜੰਗ ਬਾਹਾਂ ਚਾੜ ਕੇ ਲੜਨੀ ਪੈਣੀ ਹੈ। ਅੱਛਾ ਵੀ ਜਾਵੇਂ ਪਰ ਬਾਹਾਂ ਦਾ ਦਰਦ ਨਾ ਕਿਸੇ ਨੂੰ ਦਿਖਾਈ, ਮਾਸ ਉੱਚੜਿਆ ਬਾਹ ਨਾ ਜਾਂਦੀ ਦੇਖ ਕੇ ਅਜੀਤਪਾਲ ਨੇ ਮਾਸਟਰ ਯਾਰ ਨਾਲ ਸਮਝੌਤੀਆਂ ਚ ਕਰ ਲਿਆ। ਪਿੰਡ ਚ ਹਾਈ ਸਕੂਲ ਚ ਡਰਾਮੇ ਵਾਲੇ ਆ ਗਏ। ਅਜੀਤ ਨੇ ਮਾਸਟਰ ਦੇ ਆਖਣ ਤੇ ਡਰਾਮੇ ਵਾਲੇ ਦੀ ਰੋਟੀ ਦਾ ਬੰਦੋਬਸਤ ਕਰਤਾ। ਸਟੇਜ ਲਈ ਲੋੜੀਂਦਾ ਸਮਾਨ ਇਕੱਠਾ ਕਰਤਾ। ਡਾਇਰੈਕਟਰ ਗੁਪਤੇ ਨੂੰ ਅਜੀਤਪਾਲ ਦੀ ਫੁਰਤੀ ਭਾਗੀ, ਭੱਜਿਆ ਫਿਰੇ ਸਾਰਾ ਕੁਛ। ਅਖੀਰ ਗੁਪਤਾ ਕਹਿੰਦਾ, ਗੱਲ ਸੁਣ ਉਰੇ, ਹੋਰ ਵੀ ਕੀ ਕਰ ਸਕਦਾ ਦੱਸ? ਕੌੜਾ ਕਸੈਲਾ ਵੀ ਮਿਲਦਾ ਇੱਥੋਂ। ਦੱਸੋ ਬਾਦਸ਼ਾਹ ਜੀ, ਦੱਸੋ ਡਾਕਟਰ ਸਾਹਿਬ ਕੀ ਚਾਹੀਦਾ? ਲੈ ਕੇ ਆਈ ਹੱਥ ਨੇ ਭੋਰਾ, ਮੈਂ ਇੱਥੇ ਪੀ ਖਾ ਲੈਣਾ, ਤੂੰ ਹੀ ਹੋ ਨਾ ਮੈਨੂੰ ਸਮਝੀ ਜਾਈ ਬਾਨੀ ਆ। ਮੈਂ ਤਾਂ ਕੁੱਟ ਪੀ ਕੇ ਵੀ ਪੀ ਗੱਲ ਵੀ ਕਰ ਲੈਣਾ। ਹੱਥੜੇ ਲਿਆ ਜਾਈ, ਠੇਕਾ ਡੂਕਾ ਨਹੀਂ ਹੈਗਾ ਆਪਣੇ ਡਾਕਟਰ ਸਾਹਿਬ, ਇੱਥੋਂ ਲੱਭ ਜਾਂਦੀ ਹੈ ਮੱਕੀ ਦੇ ਗੁੱਲ ਨਾਲ ਹੀ ਲਿਆਉਂ। ਹੱਥ ਨੇ ਡਾਕਟਰ ਨੂੰ ਲਿਆ ਕੇ ਪਊਆ ਜਾ ਦਿੱਤਾ। ਗੁਫਤੇ ਨੇ ਪੀ ਕੇ ਗੁਫਤਾ ਰਾਠ ਬਣਿਆ ਬੈਠਾ। ਕੰਮ ਕੀ ਕਰਦਾ ਹੁੰਦਾ ਤੂੰ? ਬਸ ਜੀ ਕੁਛ ਨਹੀਂ, ਆ ਸੇਵਾ ਚ ਹੀ ਆ, ਬਸ 10ਵੀਂ ਕਰਕੇ ਹਟਿਆ। ਮੈਨੂੰ ਚੌਥੇ ਦਰਜੇ ਦੇ ਮੁਲਾਜ਼ਮ ਦੀ ਲੋੜ ਹੈ, ਤੂੰ ਮੇਰੇ ਆ ਕੇ ਕੰਮ ਕਰਨਾ ਦਫ਼ਤਰ ਚ। ਉਹਨੋਂ ਤੋਂ ਮੁੱਖ ਮੋੜ ਲੈਣ ਤੇ ਅਜੀਤ ਉਦਾਸੀ ਸੀ, ਸਰਕਾਰੀ ਚਪੜਾਸੀ। ਉਹਨੇ ਕਿਹਾ ਵੀ ਇਹ ਨਾ ਬਣੀਏ ਪਿੰਡ ਦੇ, ਨਹੀਂ ਤਾਂ ਪਿੰਡੋਂ ਬਾਹਰ ਚੱਲੀ। ਨਾ ਹੀ ਉਹ ਮਿਲਣਾ ਚਾਹੁੰਦਾ ਸੀ। 2 ਸਾਲ ਦੀ ਕਰੜੀ ਤੇ ਆਗਿਆਕਾਰ ਸੇਵਾ ਨਾਲ ਉਹਨੇ ਵਿਭਾਗ ਦੇ ਅਧਿਕਾਰੀਆਂ ਦੇ ਸਾਰਿਆਂ ਦੇ ਕਰਮਚਾਰੀਆਂ ਨੂੰ ਮੋਹ ਲਿਆ। ਪੂਰੀ ਵਾਂਗੂ ਫਿਰਦਾ ਮੁੰਡਾ ਦਫ਼ਤਰ ਚ ਕੰਮ ਕਰਦਾ। ਗੁਪਤੇ ਨਾਲ ਉਹਦਾ ਖਾਸਾ ਮਿਹਰਬਾਨ ਸੀ ਤੇ ਅਜੀਤ ਉਹਦੇ ਘਰ ਦਾ ਵੀ ਕੰਮ ਕਰਿਆ ਆਉਂਦਾ, ਜਵਾਕਾਂ ਨੂੰ ਖੜਾ ਲਿਆਉਂਦਾ, ਉਹਦੀ ਘਰ ਵਾਲੀ ਦੇ ਕੰਮ ਕਰ ਦਿੰਦਾ, ਤੁਰਿਆ ਫਿਰਦਾ। ਅਖੀਰ 2 ਸਾਲਾਂ ਚ ਪੜ੍ਹਦੇ ਜਾਨੂੰ ਨਾਲ ਹੀ ਉਹਨੇ BA ਕਰ ਲਿਆ। ਗੁਪਤੇ ਨੇ ਕਹਿ ਕੇ ਕਲਰਕ ਲਵਾਤਾ ਅਜੀਤ, ਕਲਰਕ ਬਣ ਕੇ ਟੌਰ ਚ ਆ ਗਿਆ, ਕੋਟ ਪੈਂਟ ਪਾ ਕੇ ਪਿੰਡ ਆਇਆ। ਹੁਣ ਕੱਦਾਵਰ ਹੋ ਗਿਆ। 10ਵੀਂ ਨਾਲ ਕਰਕੇ ਘਰੇ ਪੁੰਨਿਆ ਬੇਲੀ ਬੈਠੀ ਪੁੰਨੋ ਤੇ ਉਹ ਹੁਣ ਪੋਜੀਸ਼ਨ ਸੀ। ਸਭ ਤੋਂ ਪਹਿਲਾਂ ਮਾਸਟਰ ਕਰਤਾਰ ਦੇ ਪੈਰੀ ਹੱਥ ਲਾਇਆ ਜਾ। ਕਿਉਂ ਕਿਵੇਂ ਪੁੱਤ? ਮਾਸਟਰ ਜੀ ਸਿਰੇ ਲੱਗੀ ਪਈ ਆ ਗੱਲ। ਆ ਦੇਖੋ ਤੁਸੀਂ ਦੋਸਤ ਤੇ ਗੁਰੂ ਦੇ ਜ਼ਿੰਦਗੀ ਦੇ ਦਾਤਾ ਹੀ ਹੋ, ਤੁਹਾਡਾ ਨਾਂ ਕਿਤੇ ਵੀ ਨੀਵਾਂ ਨਹੀਂ ਹੋਣ ਦਿੰਦਾ। ਦੇਖ ਲਓ ਮੈਂ ਤੁੱਕੀ ਕਰਦੀ ਜਾ ਕੇ ਇੰਨਾ ਕੰਮ ਕੀਤਾ। ਪੁੱਤਰਾ ਇਮਾਨਦਾਰੀ ਤੇ ਸਿਦਕ ਤੋਂ ਬਿਨਾਂ ਬੰਦਾ ਕੱਖੋਂ ਹੌਲਾ ਹੋ ਜਾਂਦਾ। ਜ਼ਿੰਦਗੀ ਤਾਂ ਵਾਰਿਆਂ ਨੂੰ ਵੀ ਇਹ ਚੀਜ਼ਾਂ ਨਹੀਂ ਮਿਲਦੀ। ਕਾਇਮ ਰਹੀ। ਫਿਰ ਪਤਾ ਨਹੀਂ ਕਿਉਂ ਕਾਇਮ ਸ਼ਬਦ ਵਧੀਆ ਲੱਗਦਾ ਬਹੁਤ ਅਜੀਤ।
ਬਸ ਜੀ ਫਿਰ ਅੱਗੇ ਬਸ ਹੁਣ ਸਿੱਖਿਆ ਦੀ ਨਹੀਂ ਲੋੜ, ਬਸ ਹੁਣ ਤਾਂ ਮੰਜ਼ਲਾਂ ਪੁੱਤ ਲੱਭ ਲੈਣੀਆਂ ਨੇ, ਹੁਣ ਪੱਟ ਜਾਣਾ। ਦੇਖੀ ਮਾਸਟਰ ਜੀ ਤੋਂ ਤੁਰ ਕੇ ਗੁਰਦੇਈ ਦੇ ਘਰੇ ਆ ਗਿਆ ਸਿੱਧਾ। ਗੁਰਦੇਈ 2 ਸਾਲਾਂ ਦੇ ਵਿੱਚ ਚਿਹਰੇ ਦੀ ਰੰਗਤ ਬਟਾ ਕੇ ਜਮਾਂ ਹੀ ਬੁੱਢੀ ਹੋ ਗਈ, ਅੱਖਾਂ ਨੂੰ ਐਨਕ ਲੱਗੀ। ਅਜੀਤਪਾਲ ਨੂੰ ਵੇਖ ਕੇ ਹੌਕਾ ਨਿਕਲਿਆ ਕੋਟ ਪੈਂਟ ਵਿੱਚ। ਗੁਰਦੇਈ ਨੇ ਉਹਨੂੰ ਪਛਾਣਿਆ, ਬੇਜੀ ਮੱਥਾ ਟੇਕਦਾ। ਕੌਣ ਹੈ ਵੇ ਸਦਕੇ ਪੁੱਤਰਾ, ਵੇ ਕੌਣ ਹੈ? ਮੈਂ ਅਜੀਤਪਾਲ ਆ ਬੇਬੇ, ਅਜੀਤਪਾਲ ਆ। ਵੇ ਤੇਰਾ ਮੁੜ ਮੈਂ ਬੋਲ ਪਛਾਣਿਆ ਨਾ ਸੋ ਪੁੱਤ, ਕਿੱਥੇ ਵੰਜ ਗਿਆ ਸੈਂ? 2 ਸਾਲ ਹੋ ਗਏ ਤੂੰ ਮੁੜ ਕੇ ਸਾਡੇ ਵੱਲ ਕਰਮਣਿਆਂ ਵੱਲ ਵੇਖਿਆ ਹੀ ਨਹੀਂ ਪੁੱਤਰ ਜੀ। ਗੁਰਦੇਈ ਨੇ ਮੁੰਡੇ ਦਾ ਮੋਢਾ ਥਾਪਿਆ। ਅੰਦਰ ਆਵਾਜ਼ ਮਾਰੀ, ਪੁੰਨਿਆ ਆ ਵੇਖ ਕੌਣ ਜੈਂਟਲਮੈਨ ਬਣ ਕੇ ਆਇਆ। ਅਜੀਤ ਦੀ ਹੱਟੀ ਵਿੱਚੋਂ ਦੀ ਬਾਰੀ ਰਾਹ ਆਉਂਦੀ ਉਹਨਾਂ ਨੂੰ ਤੱਕਿਆ। ਉਹਦਾ ਦਿਲ ਕਿਸੇ ਨਵੀਂ ਸ਼ੱਕ ਸੀ ਵੀ ਹੁਣ ਜੇ ਕੁੜੀ ਨੇ ਐਤਕੀ ਮੂੰਹ ਮੋੜ ਲਿਆ ਬਸ ਫਿਰ ਇਹਦੇ ਬਾਅਦ ਧਿਰਗ ਕੋਈ। ਨਾਲੇ ਮਾਸਟਰ ਯਾਦ ਆ ਗਿਆ, ਮਾਸਟਰ ਜੀ ਦੀ ਗੱਲ ਕਹੀ ਮੁੜ ਕੇ ਉਹਦੇ ਦਿਮਾਗ 'ਚ ਆ ਗਈ, ਕਾਇਮ ਰਹਿ ਕਾਇਮ, ਗੱਲੇ ਨਹੀਂ ਕੋਈ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹੁਣ ਤੂੰ ਪੁੱਤ ਕਿੱਥੇ ਵੰਜ ਗਿਆ ਸੈਂ? ਬੇਬੀ ਨੇ ਫੇਰ ਗੱਲ, ਮੈਨੂੰ ਕਲਰਕ ਦੀ ਪੋਸਟ ਮਿਲ ਗਈ ਬੀਬੀ, 350 ਰੁਪਇਆ, ਹਾਲ ਮੈਂ ਪੜ੍ਹੀ ਜਾਂਦਾ। ਨਾਲੇ ਬੜਾ ਚੰਗਾ ਕੀਤਾ ਲੋਕ ਬੰਦ ਪੁੱਤਰ ਤੇਰੇ ਵਰਗੇ ਹੋਣ, ਘਰਦਿਆਂ ਦੀਵੜਿਆ ਤੇਰੇ ਕਰਕੇ ਸਾਨੂੰ ਚਾਨਣਾ ਹੋ ਜਾਂਦਾ। ਤੇ ਪੁੰਨਿਆਂ ਨੂੰ ਵੀ ਬਚੜਿਆ ਕਿਤੇ ਲਵਾ ਦੇ ਉੱਥੇ। ਮੈਂ ਇਹਨੂੰ ਪਿੰਡ ਨਹੀਂ ਪੁੱਤ ਰੱਖ ਸਕਦੀ, ਹੱਟੀ ਤੇ ਸੌਦੇ ਬਿਨਾਂ ਬੰਦ ਹੋਣ ਪਈਏ ਤੇ ਹੁਣ ਸਮਾਨ ਬਹੁਤ ਵਿਕਣ ਲੱਗ ਗਿਆ, ਲੋਕ ਖੱਚਰਾਂ ਰੇੜਿਆਂ ਵਾਲੇ ਆਣ ਲੱਗੇ ਨੇ ਤੇ ਹੁਣ ਦੁਕਾਨਾਂ ਤੋਂ ਕੋਈ ਖਰੀਦਦਾ ਕੋਈ ਨਹੀਂ ਪੁੱਤਰ, ਤੇ ਇਹਦਾ ਮੈਨੂੰ ਬਹੁਤ ਔਖਾ, ਫਿਕਰ ਬਹੁਤ। ਅਜੀਤਪਾਲ ਨੂੰ ਜਾਂ ਮਾਈ ਦੀ ਫਰਿਆਦ ਕੀਤੀ। ਅਜੀਤਪਾਲ ਦਾ ਗੱਠ ਦੀ ਮਾਂ ਉੱਚਾ ਹੋ। ਮੁੰਡੇ ਨੇ ਗੱਲ ਦੇਖੀ ਵੀ ਗੱਲ ਸੀ ਵੀ ਜੀ ਮੇਰਾ ਸਾਹਿਬ ਬਹੁਤ ਮਿਹਰਬਾਨ ਹੈ, ਜੇ ਇਹ ਡਰਾਮੇ ਵਿੱਚ ਕੰਮ ਕਰ ਲਊਗੀ ਤਾਂ ਮੈਂ ਗੱਲ ਕਰ ਲੈਣ। ਡਰਾਮੇ ਸ਼ਰਾਮੇ ਦਾ ਕੰਮ ਕੋਈ ਨਹੀਂ ਪੁੱਤਰ ਜੀ। ਗੁਰਦੇਈ ਨੇ ਝੱਟ ਹਾਲਾ, ਨਹੀਂ ਵੀ ਜੀ ਹੋਰ ਵੀ ਕੁੜੀਆਂ ਉੱਥੇ ਕੰਮ ਕਰਦੀਆਂ ਨੇ ਤੇ ਇਕੱਠੀਆਂ ਕੁਆਟਰ 'ਚ ਰਹਿੰਦੀਆਂ ਨੇ। ਨਾ ਭਾਈ ਮੈਂ ਇਸ ਕੁੜੀ ਨੂੰ ਡਰਾਮੇ ਸ਼ਰਾਮੇ ਤਾਂ ਕੋਈ ਨਹੀਂ ਘੱਲਣਾ, ਮੈਂ ਨਹੀਂ ਇਹਨੂੰ ਭੇਜ। ਬੇਬੇ ਵਿਗੜ ਗਈ। ਹਾਲੇ ਨੌਕਰੀ ਕਿਹੜਾ ਮਿਲੀ ਜਾਂਦੀ ਹੈ ਬੇ ਜੀ, ਬੇਰੁਜ਼ਗਾਰੀ ਦਾ ਹਾਲ ਤਾਂ ਪੁੱਛੋ। ਇੱਕ ਪੋਸਟ ਲਈ ਹਜ਼ਾਰਾਂ ਅਰਜ਼ੀਆਂ, ਮਿੰਟਾਂ, ਤਰਲੇ, ਸਿਫਾਰਸ਼ਾਂ ਦਿੱਤਾ। ਮੈਂ ਤੁਹਾਨੂੰ ਕੀ ਦੱਸਾਂ? ਝਾਈ ਦੀ ਗੱਲ ਛੱਡੋ, ਇੱਜ਼ਤ ਵਾਲਾ ਕੰਮ ਹੋਵੇ ਮੈਂ ਕਰਾਂ। ਉਹਨਾਂ ਨੇ ਮਨ ਬਣਾ ਗਿਆ। ਅਜੀਤ ਨੇ ਖੜਕਵੇਂ ਬੋਲਾਂ ਨੇ ਜਦ ਉਹਨੇ ਗੱਲ ਕੀਤੀ ਅਜੀਤਪਾਲ ਉੱਡਣ ਲੱਗਿਆ। ਮੈਂ ਸ਼ਾਮ ਨੂੰ ਜਾ ਕੇ ਚਿੱਠੀ ਲਿਖੂ ਤੇ ਇੰਟਰਵਿਊ ਤੇ ਆ ਜੀ। ਫਿਰ ਜਾਣ ਕੇ ਉਹਨੇ ਤਰਨ ਵੇਲੇ ਪਾਸਾ ਚੱਲ, ਚਾਹ ਤਾਂ ਪੀ ਕੇ ਜਾਓ। ਉਹਨਾਂ ਨੇ ਕਿਹਾ ਚਾਹ ਪੀ ਲੈਂਦੇ ਆ। ਮੈਂ ਮਾਤਾ ਨੂੰ ਹਸਾਉਂਦਾ ਹੱਟੀ ਵਾਲੀ ਮੋਰੀ ਲੰਘ ਕੇ ਛੋਟੇ ਜਿਹੇ ਵਿਹੜੇ 'ਚ ਆ ਗਿਆ। ਉੱਥੇ ਪੁੰਨੋ ਨੇ ਲਾ ਕੇ ਆਖਿਆ ਤੇ ਜਦ ਆ ਕੇ ਬੈਠੇ ਹੀ ਚਾਹ ਫੜਾਉਣ ਲੱਗੀ। ਪੁੰਨੋ ਨੂੰ ਕਹਿੰਦਾ ਤੈਂ ਬਹੁਤ ਮਾੜਾ ਕੀਤਾ, ਯਾਦ ਹੈ ਮੈਨੂੰ, ਮਾਫ਼ ਕਰ ਦੇ, ਮਾਫ਼ ਕਰ ਦਿਓ ਸਰਦਾਰ ਜੀ। ਹਾਂ ਸ਼ਬਦ ਕਿਹੜਾ ਹੈ ਇਹ, ਕਿਹੜਾ ਕਰਤਾ ਤੁਸੀਂ? ਸ਼ਬਦ ਤਾਂ ਬਹੁਤ ਵੱਡਾ ਸ਼ਬਦ ਆ, ਤੈਨੂੰ ਪਤਾ ਇਹਦਾ ਮਤਲਬ? ਪਤਾ ਮੈਨੂੰ ਮਤਲਬ। ਮੈਨੂੰ ਝਾਈ ਜੀ ਮੇਰੀ ਮੇਰੇ ਬਾਪ ਨੂੰ ਸਦਾ ਸਰਦਾਰ ਜੀ ਕਹਿ ਕੇ ਬੁਲਾਓ। ਮੈਨੂੰ ਵੀ ਇਹ ਬਹੁਤ ਸ਼ਬਦ ਵਧੀਆ ਲੱਗਦਾ। ਮੇਰਾ ਮਨ ਕਰਦਾ ਤੈਨੂੰ ਮੈਂ ਸਰਦਾਰ ਜੀ ਕਹਿ ਕੇ ਬੁਲਾ ਤਾਂ ਲਈ, ਪਰ ਇਹ ਔਖਾ ਹੈ। ਕੋਟ ਪੈਂਟ ਪਾਏ ਤੇ ਵੇਖੀ ਨਾ ਕਿਤੇ ਇਹ ਗੱਲ ਕਹਿ ਦੇਵੀਂ ਕਿਤੇ ਇਹਦੇ ਨਾਲ ਸਰਦਾਰ ਬਣ ਗਿਆ। ਨਿਭਾਉਣੀਆਂ ਬੜੀਆਂ ਔਖੀਆਂ। ਬਹੁਤ ਡੂੰਘੀ ਗੱਲ ਜਦ ਵੀ ਅਜੀਤ ਕਰਦਾ ਉਹਨਾਂ ਨੂੰ ਪਸੰਦ ਨਾ। ਕਾਸ਼ ਮਰਦ ਜਨਾਨੀਆਂ ਦੀ ਮਜਬੂਰੀ ਜਾਣਦਾ ਹੁੰਦਾ। ਜੇ ਤੇਰੇ ਮਨ ਦੇ ਵਿੱਚ ਜਦ ਹੁੰਦਾ ਵੀ ਮੈਂ ਤੈਨੂੰ ਰੋਕਿਆ ਕਿਉਂ ਹੈ, ਮੈਂ ਖੰਭਾਂ ਦੀਆਂ ਡਾਰਾਂ ਤੋਂ ਡਰਦੀ ਸੀ ਸਰਦਾਰ ਜੀ। ਫਿਰ ਸਰਦਾਰ ਜੀ ਰੜਕਮਾ ਕਹਿ ਜੀਤਪਾਲ ਚਾਹ ਪੀ ਕੇ ਚਲੇ ਗਿਆ। ਅਗਲੇ 3 ਮਹੀਨੇ 'ਚ ਡਾਇਰੈਕਟਰ ਗੁਪਤਾ ਦੀ ਮੁੱਠੀ ਚਾਪੀ ਕਰਕੇ ਪੁੰਨੋ ਨੂੰ ਡਰਾਮਾ ਸਕੁਐਡ ਲਈ ਸਿਲੈਕਟ ਕਰਾ ਲਿਆ। ਗੁਪਤੇ ਨੇ ਉਹਦੀ ਮੰਨ ਕੇ ਕੇਵਲ ਇੰਟਰਵਿਊ ਕਾਰਡ ਭੇਜਿਆ। ਉਹਨੂੰ ਹੀ ਪੁੰਨਿਆਂ ਦੀ ਚੋਣ ਹੋ ਗਈ। ਪੁੰਨੋ ਦੀ ਉਸਨ ਤੇ ਬਣਦੀ ਫੱਬਦੀ ਡੀਲ ਡੌਲ ਨੇ ਕਰਵਾਤੀ। ਡਾਇਰੈਕਟਰ ਨੇ ਸੋਚਿਆ ਕੁੜੀ ਸਟੇਜ ਤੇ ਆਉਣ ਸਾਰ ਰੌਲਾ ਕਰਾ ਦੂ 5 ਸਾਲ। ਇਸ ਵਿੱਚੋਂ ਕਲਾ ਜਾਗ ਪਈ ਲੋੜਾ। ਪਹਿਲਾਂ 2-3 ਮਹੀਨਿਆਂ 'ਚ ਰਿਹਰਸਲਾਂ ਵਿੱਚ ਪੁੰਨੋ ਨੇ ਕਾਮਯਾਬੀ ਦੀਆਂ ਗੱਲਾਂ ਹੋਣ ਲੱਗੀਆਂ। ਕੁੜੀ ਗੁਪਤੇ ਦੇ ਮਨ ਤੇ ਚੜ੍ਹ, ਗੁਪਤੇ ਦੀਆਂ ਲਾਲਾਂ ਡਿੱਗਣ ਲੱਗੀ। ਉਹਦੀ ਪ੍ਰਸ਼ੰਸਾ ਨੂੰ ਕੁੜੀ ਦੇ ਪੈਰਾਂ ਦੀ ਭੋਵੇਂ ਖਿਸਕਣ ਲੱਗੀ। ਪੁੰਨਿਆ ਦਾ ਗੁਪਤੇ ਦੇ ਘਰ ਸਿੱਧਾ ਆਉਣਾ ਜਾਣਾ ਹੋਵੇ। ਜਿਹੜਾ ਅਜੀਤ ਨੇ ਕਈ ਵਾਰ ਤੂੰ ਪੁੰਨੋ ਗੱਲ ਸੁਣ ਮੇਰੀ, ਦੱਸ ਐ ਗੁਪਤੇ ਦੇ ਘਰੇ ਜਾਣਾ ਚੰਗਾ ਨਹੀਂ ਤੇਰੇ ਲਈ, ਤੂੰ ਆਪਣੇ ਤੇ ਉਹਦੇ 'ਚ ਵਿੱਥ ਰੱਖ। ਇਉਂ ਤਾਂ ਕੀ ਫਰਕ ਪੈਂਦਾ? ਉਹ ਡਾਇਰੈਕਟਰ ਆ, ਮੈਂ ਉਹਦੀ ਆਰਟਿਸਟ ਆ, ਮੈਂ ਉਹਦੇ ਘਰੇ ਨਹੀਂ ਜਾ ਸਕਦੀ, ਘਰ ਨਹੀਂ ਜਾ ਸਕਦੀ। ਡਾਇਰੈਕਟਰ ਤੇ ਆਰਟਿਸਟ ਦਾ ਜਿਹੜਾ ਰਿਸ਼ਤਾ ਹੈ ਉਹ ਸਿਰਫ ਤੇ ਸਿਰਫ ਥੀਏਟਰ ਦਾ ਹੈ। ਤੂੰ ਉਹਦੇ ਗੇੜਾ ਦੇ ਕੇ ਘਰੇ ਜਾ ਵੜਦੀ ਹੈ, ਇਹ ਕੀ ਗੱਲ ਹੈ ਤੇਰੀ?
ਕਿਤੇ ਸਾੜਾ ਤਾਂ ਨਹੀਂ ਹੋ ਗਿਆ ਮੇਰੀ ਤਰੱਕੀ ਤੋਂ? ਉਹਨਾਂ ਨੇ ਕਿਹਾ। ਜਦ ਉਹਨੇ ਕਿਹਾ ਅਜੀਤ ਨੂੰ ਉਹੀ ਗੱਲ ਫੇਰ ਦਲੀਪ ਵਾਲੀ ਯਾਦ ਆ ਗਈ ਵੀ ਫੇਰ ਕਿਹਾ ਸੀ ਨਾ ਤੈਨੂੰ ਵੀ ਫੇਰ ਵੱਢਵੀਂ ਕਰੇਂਗੀ, ਲਕਬ ਬਹੁਤ ਵੱਡੇ ਵੱਡੇ ਇਤਿਹਾਸ ਕੀ ਕਹਿੰਦੇ ਤੈਨੂੰ ਪਤਾ? ਆ ਗੱਲ ਜਿਹੜੀ ਕਹੀ ਆ ਤੂੰ ਮੈਨੂੰ, ਸਾੜਾ ਤੇ ਤੇਰੇ ਨਾਲ, ਕਦੇ ਤੈਨੂੰ ਪਤਾ ਇਹ ਲੱਗਿਆ ਤੂੰ ਕਿਹਨੂੰ ਇਹ ਗੱਲ ਕਹਿੰਦੀ ਹੈ? ਇੰਨੀ ਗੱਲ ਕਹੀ, ਪਿਆਰੀ ਬਹੁਤ ਸੀ, ਸ਼ਹਿਰ ਨੇ ਮਨ ਘੁਮਾਤਾ। 5-7 ਮਹੀਨਿਆਂ ਚ ਲੱਕ ਨੂੰ ਹਲਾਰਾ ਦੇ ਕੇ ਤੇ ਪੈਰ ਨੂੰ ਘੁਮਾ ਕੇ ਪੁੰਨੋਂ ਪਰਾਂ ਤੁਰ ਗਈ। ਮੁੰਡਾ ਪਛਤਾਉਂਦਾ, ਕਹਿੰਦਾ ਨੌਕਰੀ ਦੇ ਕੇ ਤਾਂ ਸਿਆਪਾ ਹੀ ਖੜਾ ਕਰ ਦਿੱਤਾ। ਮੋੜ ਵੇਗ ਨੇ ਮੁੰਡੇ ਨੇ ਤਰਲਿਆਂ ਨਾਲ ਕੀਤੀ ਪਰ ਗੱਲ ਨਾ ਬਣੀ। ਦੂਜੇ ਪਾਸੇ ਗੁਪਤੇ ਨੇ ਕੁੜੀ ਨੂੰ ਜੀਵਨ ਸਾਥਣ ਬਣਾਉਣ ਦੀ ਗੱਲ ਕਰ ਦਿੱਤੀ। ਮੇਰੇ ਘਰ ਵਾਲੀ ਤਾਂ ਛਿੱਤਲ ਹੈ, ਇਹਨੂੰ ਮੈਂ ਛੱਡ ਕੇ ਤੇਰੇ ਨਾਲ ਵਿਆਹ ਕਰਾ ਦਾਂ, ਤੂੰ ਬਸ ਲੱਗੀ ਰਹੋ ਇਸ ਤਰ੍ਹਾਂ ਤਰੱਕੀ ਕਰਦੇ, ਇਹਦਾ ਤਾਂ ਮੈਂ ਫਸਟਾ ਵੜ ਦੇਣਾ। ਗੁਪਤਾ ਨਿੱਤ ਕਹਿੰਦਾ ਤੇ ਕੁੜੀ ਪਿੰਡ ਦੀ ਸਿੱਧੀ ਭੋਲੀ ਕੁੜੀ ਜਦ ਡਾਇਰੈਕਟਰ ਗੁਪਤੇ ਦੇ ਹੱਥਾਂ ਤੇ ਚੜ੍ਹ ਹੁਣ ਬੇਘਰਾ ਅਜੀਤ ਉਹਨੂੰ ਮੈਲਾ ਲੱਗਦਾ। ਰੰਗਲੇ ਭਵਿੱਖ ਦੇ ਸੁਪਨਿਆਂ ਚ ਅਸਲੋਂ ਗਵਾਚ ਗਈ। ਅਜੀਤਪਾਲ ਦਾ ਕੱਦ ਬਹੁਤ ਛੋਟਾ ਲੱਗਦਾ, ਉਹ ਦਰਜਾ 4 ਤੇ ਹੁਣ ਕਲਰਕ, ਤੇ ਮੇਰੀ ਡਾਇਰੈਕਟਰ ਨਾਲ ਸਿੱਧੀ ਸੱਥਰੀ। ਮੁੰਡੇ ਦਾ ਬੁਰਾ ਹਾਲ। ਉਹ ਪੁੰਨੋ ਜਿਹਨੂੰ ਬਚਪਨ ਤੋਂ ਹੀ ਉਹਨੇ ਹੱਥੀਂ ਸਾਂਭਿਆ ਪਾਲਿਆ, ਪੈਸੇ ਦੇ ਪ੍ਰਸ਼ੰਸਾ ਦੇ ਚੱਕਮੇ ਚ ਆ ਗਈ ਝੱਲੀ ਕੁੜੀ ਨੇ ਪਿਆਰ ਦੇ ਫੂਸੜੇ ਉਡਾ ਦਿੱਤੇ। ਕਦੇ ਵੀ ਉਸਨੇ ਅਜੀਤਪਾਲ ਨੇ ਐ ਨਹੀਂ ਸੀ ਸੋਚਿਆ ਵੀ ਪੁੰਨੋ ਐ ਸੋਚ ਸਕਦੀ ਹੈ। ਪੁੰਨੋ ਛਪਟ ਜਾ ਰਹੀ ਸੀ, ਐਡਾ ਵੇਗ ਤੇਜ਼ ਹੋ ਗਿਆ। ਕਦੇ ਕਦੇ ਅਜੀਤਪਾਲ ਨੂੰ ਲੱਗਣਾ ਮੈਂ ਤਾਂ ਆਹ ਖੜਾ ਕਰ ਲਿਆ, ਇਹਨੂੰ ਸਿਖਾ ਕਾਹਦਾ, ਇਹਨੂੰ ਜੀਉਣ ਦਾ ਢੰਗ ਦੱਸਿਆ, ਕਿਵੇਂ ਇਹਨੂੰ ਪਹਿਣਾ ਵਰਨਾ ਉੱਠਣਾ ਦੱਸਿਆ, ਸਰੀਰ ਕਿਵੇਂ ਸਾਂਭਣਾ, ਕੀ ਗੱਲਾਂ ਕਰਨੀਆਂ, ਬੋਲਣਾ ਕਿਵੇਂ। ਮੈਂ ਤਾਂ ਫਾਹਾ ਪਾ ਲਿਆ। ਵਕੀਲਗੀ ਦੀ ਕੰਧ ਮੈਂ ਗੱਭੇ ਖੜੀ ਕੀਤੀ ਤੇ ਪਰਲੇ ਪਾਸਿਓਂ ਖੜ ਕੇ ਬਿਨਾਂ ਹੱਥ ਲਾਏ ਸਭ ਕੁਝ ਸਮਝਾਇਆ। ਇਹ ਤਾਂ ਸਾਰਾ ਕੁਛ ਗਵਾਚ ਗਿਆ। ਅਖੀਰ ਉਹਨੋਂ ਐਡੀ ਤੇਜ਼ ਹੋ ਗਈ ਉਧਰੋਂ ਗੁਪਤੇ ਤੋਂ, ਸਾਰੀਆਂ ਲਾਈਨਾਂ ਟੱਪ ਕੇ ਉਹਨਾਂ ਨੇ ਆਪਣੇ ਆਪ ਨੂੰ ਗੁਪਤੇ ਦੇ ਹਵਾਲੇ ਕਰ। ਇੱਕ ਦਿਨ ਕਿਉਂਕਿ ਗੁਪਤੇ ਨੇ ਆਪਣੇ ਡਾਇਰੈਕਟਰ ਦਾ ਦੋਸਤ ਨਾਲ ਬੰਬੇ ਬੈਠੇ ਨਾਲ ਗੱਲ ਕਰਤੇ ਸੀ, ਕੀ ਹਾਲ ਨੇ, ਠੀਕ ਠਾਕ ਹੋ? ਹਾਂ ਸਭ ਠੀਕ ਹੈ, ਬਸ ਡਾਇਰੈਕਟਰੀ ਕਰੀ ਜਾਂਦੇ ਆ, ਤੂੰ ਸੁਣਾ ਬੰਬੇ ਦਾ ਕੀ ਹਾਲ ਹੈ? ਬਸ ਇੱਥੇ ਵੀ ਬਹੁਤ ਹੈ। ਉਹ ਗੱਲ ਸੁਣ, ਮੇਰੇ ਕੋਲ ਬਹੁਤ ਵਧੀਆ ਹੀਰੋ ਹੈ ਕੁੜੀ, ਜਦ ਆਇਆ ਤੂੰ ਵੇਖ ਕੇ ਜਾਈ, ਇਹਦਾ ਆਡੀਸ਼ਨ ਕਰਾਈ ਬੰਬੇ। ਉਹਨੂੰ ਸੁਣਦੀ ਸੀ, ਉਹਨਾਂ ਨੂੰ ਐ ਲੱਗਿਆ ਵੀ ਬੰਬੇ ਤਾਂ ਪੈਰਾਂ 'ਚ। ਕੁਝ ਮਹੀਨੇ ਜਦ ਘਰ ਵੜ ਗਈ ਤਾਂ ਉਹਨਾਂ ਦਿਨਾਂ 'ਚ ਗੁਪਤੇ ਦੀ ਘਰ ਵਾਲੀ ਜਣੇਪਾ ਕੱਟਣ। 4 ਮਹੀਨੇ ਲੰਘੇ, ਕੁਝ ਮਹੀਨਿਆਂ ਪਿੱਛੋਂ ਕੋਠੀ ਤੇ ਰਸੋਈ ਦੀ ਅਸਲ ਮਾਲਕ ਆ ਗਈ। ਉਹਨੇ ਨਾਸਾਂ ਚਾੜਦਿਆਂ ਪੁੰਨਿਆਵਤੀ ਨੂੰ ਚੱਲਦਾ ਕਰ ਦਿੱਤਾ। ਬਹੁਤ ਕਲਪੀ ਖਿਜੀ ਹੁਸ਼ਿਆਰ ਗੁਪਤ ਨੇ ਮੁੜ ਪਲੋਚ, ਤੂੰ ਕਮਲੀ ਨਾ ਹੋ, ਇਹਦਾ ਮੈਂ ਫਾਸਾ ਵੜ ਦੇਣਾ, ਹਾਲੇ ਬੱਚਾ ਛੋਟਾ ਹੈ, ਤੂੰ ਨਾਲ ਦੇ ਕੁਆਟਰ ਦੇ ਵਿੱਚ ਆ ਸਾਫ਼ ਕਰਾ ਦਿੱਤਾ, ਇਹ ਕੁਆਟਰ 'ਚ ਰਿਹਾ ਕਰ। ਗੁਪਤੇ ਨੇ ਫੇਰ ਕਰ। ਕੁੜੀ ਨੂੰ ਮਹਿਸੂਸ ਹੋਇਆ ਵੀ ਗੱਲ ਗਈ ਆਈ ਹੋ। ਉਧਰ ਹੁਣ ਅਜੀਤਪਾਲ ਨੂੰ ਵੀ ਪਤਾ ਸੀ ਵੀ ਇੱਕ ਦਿਨ ਇਹ ਚਵਾਰਿਆਂ ਨੂੰ ਇਹ ਇੱਟਾਂ ਧਰਤ ਦੀਆਂ ਨਹੀਂ ਲੱਗਣੀਆਂ, ਪੰਗਾ ਪੈਣਾ। ਇੱਕ ਦਿਨ ਉਹ ਦਫ਼ਤਰ ਦੀ ਮੇਜ਼ ਤੇ ਗੁਪਤੇ ਅੱਗੇ ਲੀਕ ਖਿੱਚ ਕੇ ਕੁੜੀ ਬਹਿ ਗਈ। ਵਿਆਹ ਦੇ ਰੇੜਕੇ ਨੂੰ ਕੁੜੀ ਇੱਕ ਬੰਨੇ ਲਾਉਣਾ ਚਾਹੁੰਦੀ ਸੀ। ਸਾਹਿਬ ਇੱਧਰ ਹੋ ਜਾ ਜਾਂ ਉੱਧਰ, ਤੂੰ ਹਮੇਸ਼ਾ ਮੂਰਖਾਂ ਵਾਲੀ ਗੱਲ ਕਿਉਂ ਕਰਦੀ ਹੈ? ਗੁਪਤ ਨੇ ਗੱਲ ਟਾਲੀ। ਮੈਂ ਤੇਰੇ ਜਵਾਕ ਦੀ ਮਾਂ ਬਣਨ ਵਾਲੀ ਆ, ਇਹ ਡਾਇਲੌਗ ਨਹੀਂ ਕਿਸੇ ਫਿਲਮ ਦਾ ਜਾਂ ਡਰਾਮੇ ਦਾ, ਸੁਣਦਾ ਜਦ ਧੱਪ ਕਰਕੇ 2 ਵਾਰ ਹੱਥ ਮਾਰਿਆ ਪੁੰਨੋ ਨੇ ਤੇ ਖੇਤੀ ਡਾਇਰੈਕਟਰ ਦੇ ਪਲੱਤਣ ਚਿਹਰੇ ਤੇ ਐ ਫਿਰ ਗਈ ਜਿਵੇਂ ਹਰਦੀ ਮੂੰਹ ਤੇ ਭੁੱਕੀ ਹੋਵੇ। ਇਹ ਕੀ ਦੱਸਦੀ ਪਈ ਹੈ? ਉਹਨੇ ਹੈਰਾਨੀ ਆ, ਤੂੰ ਪਹਿਲਾਂ ਨਹੀਂ ਦੱਸਿਆ, ਕਿੰਨਾ ਚਿਰ? ਮੈਨੂੰ ਅੱਜ ਇਹ ਪਤਾ ਲੱਗਿਆ, ਗੱਲ ਸਿੱਧੀ ਕਰ, ਤੂੰ ਘਬਰਾ ਨਾ। ਮੇਰੀ ਇੱਕ ਲੇਡੀ ਡਾਕਟਰ ਦੋਸਤ ਹੈ, ਸਭ ਠੀਕ ਕਰ ਦੇਗੀ। ਲੇਡੀ ਡਾਕਟਰ ਨਹੀਂ, ਗੁਪਤਾ ਜੀ, ਵਿਆਹ ਦੀ ਗੱਲ ਨਵੇੜ ਤੇ ਨੀਅਤ ਕਰ। ਕੁੜੀ ਸੱਪਣੀ ਬਣੀ ਖੜੀ ਸੀ। ਵਿਆਹ ਲਈ ਅਸੀਂ ਦੋਨੇ ਸਰਕਾਰੀ ਨੌਕਰੀ ਤੋਂ ਕੱਢੇ ਜਾਵਾਂਗੇ, ਰੌਲਾ ਪੈ ਜੂ, ਕੱਖ ਨਹੀਂ ਰਹਿਣਾ। ਤੂੰ ਵੀ ਜਾਵੇਂਗੀ ਘਰ ਨੂੰ, ਮੈਂ ਵੀ ਜਾਵਾਂਗੀ, ਨਾਲ ਨੌਕਰੀ ਜਾਊ, ਨਾਲੇ ਤੂੰ ਜਵਾਕ ਲੈ ਕੇ ਕਿੱਥੇ ਫਿਰੇਂਗੀ, ਵਿਆਹ ਫੇਰ ਵੀ ਨਹੀਂ ਹੋਣਾ ਤੇਰਾ। ਤਾਂ ਕੀ ਹੋਇਆ? ਪੁੰਨੋ ਨੇ ਕਿਹਾ। ਸਾਹਿਬ ਦੀਆਂ ਸਾਰੀਆਂ ਚੁਸਤੀਆਂ ਖੂਚ ਪੈ ਗਈ। ਦੇਖ, ਮੈਂ ਇੰਨਾ ਛੇਤੀ ਵਿਆਹ ਨਹੀਂ ਕਰ ਸਕਦਾ, ਤੈਨੂੰ ਕੋਈ ਬੰਦੋਬਸਤ ਕਰਨਾ ਪੈਣਾ, ਪਰ ਇੱਕ ਤੂੰ ਲੇਡੀ ਡਾਕਟਰ ਪਰ ਜ਼ਰੂਰ ਚੱਲ। ਕਿਵੇਂ ਨਾ ਕਿਵੇਂ ਚਾਹੁੰਦਾ ਸੀ ਵੀ ਕਿਵੇਂ ਨਾ ਕਿਵੇਂ ਅੱਧੀ ਲੇਡੀ ਡਾਕਟਰ ਕੁੜੀ ਨੇ ਭਾਵਾਂ ਤੰਗੀਆਂ ਅੰਦਰਲਾ ਜ਼ਬਤ ਕਰ ਗਿਆ। ਉਹਨਾਂ ਗੁਪਤੇ ਨੂੰ ਆਖਰੀ ਵਾਰ ਟੋਲਿਆ, ਗੁੱਸੇ ਕੰਨ ਮੂੰਹ ਢਲੇ ਹੋਏ ਲੋਹੇ ਵਰਗੇ। ਗੁਪਤਾ, ਤੂੰ ਹਰਾਮ ਜ਼ਿਆਦਾ ਏਡਾ ਹੈ, ਤੂੰ ਵਿਆਹ ਵੀ ਨਹੀਂ ਕਰਾਉਣਾ। ਮੈਨੂੰ ਪਤਾ ਲੱਗ ਚੁੱਕਾ, ਤੂੰ ਪਹਿਲਾਂ ਵੀ ਆਹੀ ਕੁਛ ਕੁੜੀਆਂ ਨਾਲ ਖਰਾਬ ਕਰਦਾ ਰਿਹਾ,
ਹੁਣ ਮੈਂ ਤੇਰੇ ਹਿਸਾਬ ਮੈਂ ਕਰੂੰ ਬਰਾਬਰ ਤੋਂ ਫਿਕਰ ਰੱਖ। ਪਰਾਂ ਹੋ ਕੇ ਕੁਰਸੀ ਨੂੰ ਧੱਕਾ ਮਾਰਿਆ, ਗੁਪਤੇ ਦੇ ਮੇਜ਼ ਥਾ ਦੇ ਕੇ ਕੁਰਸੀ। ਉਹਨੂੰ ਗੱਲ ਸੁਣ, ਤੂੰ ਬੈਠ ਤਾਂ ਸਹੀ, ਮੈਂ ਕਿਹਾ ਗੱਲ ਤਾਂ ਸੁਣ। ਗੁਪਤੇ ਦੇ ਕਮਰੇ ਬਾਹਰ ਉਹਦੇ ਕੁੜੀ ਨੂੰ ਕਿਹੜਾ ਆ ਗਿਆ, ਉੱਚੀ ਜਦ ਬੋਲਦਾ ਕਲਰਕ ਦੇ ਟੇਬਲ ਤੋਂ ਉੱਠ ਕੇ ਉਹਨੂੰ ਇਹ ਬਾਹਰ ਨਿਕਲਣ ਤੋਂ ਪਹਿਲਾਂ ਅਜੀਤ ਦਫ਼ਤਰ ਦੇ ਵਿੱਚ ਗੁਪਤੇ ਦੇ ਬਾਹਰ ਖੜਾ। ਗੁਪਤੇ ਦੇ ਕਮਰੇ ਨਿਕਲਦੀ ਕੁੜੀ ਦੇ ਵਿੱਚ ਇੰਨਾ ਗੁੱਸਾ ਸੀ, ਪਤਾ ਨਹੀਂ ਸਰੀਰ ਨੇ ਕੀ ਗੇੜਾ ਦਿੱਤਾ, ਘੁੰਮ ਕੇ ਡਿੱਗਣ। ਸਮਾਜ ਦੇ ਦੈਂਤ ਨੇ ਉਹਨੂੰ ਘੇਰ ਲਿਆ। ਪਤਾ ਨਹੀਂ ਮੇਰੀ ਮਾਂ ਦਾ ਕੀ ਹਾਲ ਉਹ ਹੈ, ਜਿਹੜੀ ਭੁੱਖ ਨਿਕਲੀ ਉਹਨੂੰ ਪਤਾ ਹੀ ਨਾ ਲੱਗਾ। ਜਦ ਅੱਗੇ ਪਿੱਛੇ ਪੈਰੀ ਹੋ ਕੇ ਬੇਹੋਸ਼ ਹੋਣ ਤੋਂ ਪਹਿਲਾਂ ਜੀ ਉਹਨੂੰ ਬਾਹਾਂ ਵਿੱਚ ਦਬੋਚ ਉਹਨੇ ਹੋਸ਼ ਪਰਤਾ ਕੇ ਵੇਖਿਆ। ਹੌਕਾ ਲਿਆ, ਮੁੰਡਾ ਡੌਰ ਹੋਇਆ ਕੁੜੀ ਵੱਲ ਝਾਕ ਰਿਹਾ ਸੀ। ਠੰਡੇ ਪਾਣੀ ਦਾ ਗਲਾਸ ਉਹਨੇ ਅੱਗੇ ਕਰਕੇ ਕੁੜੀ ਨੂੰ ਆਪਣੇ ਦਫ਼ਤਰ 'ਚ ਲੈ ਗਿਆ। ਉਹਨਾਂ ਨੇ ਬਿਨਾਂ ਨਾ ਕੀਤੇ ਪੀ ਲਿਆ। ਉਹਨੇ ਨੀਵੀਆਂ ਨਜ਼ਰਾਂ ਜ਼ਹਿਰੀਲੇ ਫਰਸ਼ ਤੇ ਨਿੱਘਣ ਲਈ ਫਿਰਲ ਭਾਲਦੀਆਂ। ਅੱਜ ਹੁਣ ਇਹਨੂੰ ਮੈਂ ਅਜੀਤ ਦਾ ਮੱਥਾ ਕਿਵੇਂ ਲਾ? ਉਹਦਾ ਜੀ ਕਰੇ ਰੱਬਿਆ ਅਜੇ ਬੰਦਾ ਮੈਨੂੰ ਲੱਤਾਂ ਮੁੱਕੀਆਂ ਨਾਲ ਸਾਰੀ ਗਲਤ ਨੂੰ ਢਾ ਦੇ। ਚੁੱਪ ਉਹਨੂੰ ਜਿਵਾ ਕਰ ਰਹੀ। ਜਦ ਮੁੰਡੇ ਨੇ ਕੁਝ ਵੀ ਨਾ ਆਖਿਆ, ਹੌਕਾ ਪਰ ਖੜੀ ਹੋਈ। ਖਾਲੀ ਗਲਾਸ ਨੇ ਮੇਜ਼ ਦੇ ਪਰਲੇ ਪਾਸੇ ਰੱਖਤਾ। ਹੰਝੂ ਹਰੀ ਮੇਜ਼ ਪੋਸ਼ ਨੇ ਜੀਰ ਲੈ ਲੰਮਾ ਸਾਹ ਭਰ ਕੇ ਅਜੀਤ ਵੱਲ ਝਾਕਦਿਆਂ ਇੱਕ ਵਾਰ ਉੱਠੀ। ਦੋਨੇ ਹੱਥ ਜੋੜ ਕੇ ਹੋ ਸਕੇ ਤਾਂ ਮੈਨੂੰ ਮਾਫ ਕਰ। ਮੁੰਡੇ ਨੇ ਬਾਹਾਂ ਅੱਡ ਕੇ ਰਾਹ ਰੋਕ ਲਿਆ। ਜਾਨੀ ਕਿੱਥੇ ਨੂੰ ਹੈ? ਛੋਟੇ ਜਿਹੇ ਕਮਰੇ ਦਾ ਬਾਰ ਬੰਦ ਕਰ ਦਿੱਤਾ। ਮੂੰਹ ਅੱਡ ਕੇ ਪੁੱਛਣਾ ਚਾਹੁੰਦਾ ਤੇਰੇ ਨਾਲ ਕੀ ਹੋਇਆ? ਉਹਨੂੰ ਪਤਾ ਸੀ ਕੀ ਹੋਇਆ। ਮੈਂ ਤੇਰੇ ਲਾਇਕ ਨਹੀਂ ਰਹੀ, ਹੁਣ ਪਰਾਂ ਹਟ ਜਾ। ਸੁੱਤੀ ਧੌਣ ਤੇ ਕੁੜੀ ਨੇ ਕਿਹਾ। ਜੀਤ ਨੇ ਅਗਲੇ ਪਿਛਲੇ ਗਿਲੇ ਪੁੰਨਾਂ ਦੇ ਤੇ ਮੂਹਰੇ ਹੋ ਕੇ ਬਾਹਰ ਕਰ। ਜੇ ਹਾਲੇ ਵੀ ਮੈਂ ਤੇਰੀ ਕੁਝ ਲੱਗਦੀ ਆ ਫਿਰ ਨਰਕ ਚੋਂ ਕੱਢ ਇਹਨੂੰ। ਪਹਿਲਾਂ ਤਾਂ ਅਜੀਤਪਾਲ ਦੇ ਮਨ 'ਚ ਇਹ ਆਈ ਗੱਲ ਕਿ ਸਾਰਾ ਕੁਝ ਸੁਣਾਵੇ ਪਿਛਲਾ 8-10 ਸਾਲਾਂ ਦਾ, ਪਰ ਫਿਰ ਉਹਨੇ ਕਿਹਾ ਉਹਦੇ ਦਿਮਾਗ 'ਚ ਆ ਵੀ ਆਹ ਤਾਂ ਗੁਪਤੇ ਦਾ ਜਿਹੜਾ ਪੰਗੇ ਪਾਉਂਦਾ। ਖੜੀ ਮਾੜੀ ਜੀ ਇੱਕ ਮਿੰਟ ਖੜ, ਠੀਕ ਹੈ, ਨਰਕ ਦਾ ਹੀ ਫਸਤਾ ਵੜਦੇ। ਮੁੰਡਾ ਘੁੱਟਵੇਂ ਸਾਹਾਂ ਕਣ ਕੇ ਸੱਜਰੀ ਹਵਾ ਲਈ ਹਰਾਸਿਆ ਪਿਆ ਸੀ। ਪਰ ਇੱਥੋਂ ਨੱਠ ਕੇ ਜਾਵਾਂਗੇ ਕਿੱਥੇ? ਦੱਸ, ਨਰਕ ਹੈ ਕਿੱਥੇ? ਨਹੀਂ ਲੜੇ ਬਿਨਾਂ ਦੁਸ਼ਮਣ ਸਮਾਜ ਨੇ ਸਾਨੂੰ ਜ਼ਿੰਦਗੀ ਦੀ। ਪਹਿਲਾਂ ਇੱਥੇ ਖੜ ਤੂੰ ਮਾੜਾ ਜਿਹਾ ਇੱਕ ਮਿੰਟ। ਠਾਹ ਦੇ ਕੇ ਦਰਵਾਜ਼ਾ ਖੁੱਲਿਆ। ਅਜੀਤਪਾਲ ਅੱਗ ਵਾਂਗੂ ਗੁਪਤੇ ਦੇ ਦਫ਼ਤਰ 'ਚ ਜਾ ਵੜੇ। ਗੁਪਤਾ ਵੀ ਆਵਾਜ਼ ਸੁਣਦਾ ਸੀ ਗੁਆਂਢ 'ਚ ਕੀ ਹੋਇਆ। ਜਦ ਅਜੀਤਪਾਲ ਅੰਦਰ ਵੜਿਆ, ਗੁਪਤਾ ਉੱਠ ਕੇ ਬਾਹਰ ਨੂੰ ਨਿਕਲ ਗਿਆ। ਅਜੀਤਪਾਲ ਨੇ ਬੱਕਰੇ ਵਾਂਗੂ ਢਾਹ ਲਿਆ। ਤੇ ਕਸੁੰਨ ਤੇ ਕਸੁੰਨ ਰੌਲਾ ਪਵੇ, ਲੇਰਾਂ ਪੈਣ ਬੱਕਰੇ ਵਾਂਗੂ। ਉਹ ਮਰ ਗਿਆ ਓਏ, ਬਚਾ ਲਓ ਓਏ, ਖਾ ਗਿਆ ਓਏ। ਨਾ ਤਾਂ ਗੁਪਤਾ ਦੱਸਣ ਜੋਗਾ। ਆਲੇ ਦੁਆਲੇ ਚਪੜਾਸੀ ਖੜੇ, ਸਾਹਿਬ ਹੋਇਆ ਕੀ ਆ? ਹੋ ਇਹਨੂੰ ਤਾਂ ਪੁੱਛੋ, ਇਹਨੂੰ ਚੱਕੋ ਉੱਪਰੋਂ ਬੇਤੋ। ਅਜੀਤਪਾਲ ਨੇ ਮਾਰ ਮਾਰ ਕੇ ਹੂਰੇ ਬੱਖੀਆਂ ਅੰਦਰ ਗੁਪਤੇ ਦੀਆਂ ਕਰਤੀਆਂ। ਨਾਸਾਂ 'ਚੋਂ ਖੂਨ ਆ ਕੇ ਪੁੰਨਾਂ ਨੇ ਬਾਂਹ ਫੜ ਲਈ। ਸਰਦਾਰ ਜੀ ਛੱਡ ਦੇ ਇਹਨੂੰ। ਘੁੰਮ ਕੇ ਵੇਖਿਆ ਅਜੀਤਪਾਲ ਨੇ ਤਾਂ ਸਰਦਾਰ ਜੀ ਕਿਹਾ, ਛੇਣੀ ਦਾ ਰੂਪ ਧਾਰੇ ਬਿਨਾਂ ਤੈਨੂੰ ਗੁੱਦੜਾ ਨੇ ਬੁਰਕੀ ਬੁਰਕੀ ਖਾ ਜਾਣਾ। ਆਹ ਇੱਕ ਬਗਿਆੜ ਹੈ। ਮੈਂ ਹੁਣ ਹੱਥ ਤੇਰਾ ਫੜ ਲਿਆ ਨਾ ਸਰਦਾਰ ਜੀ, ਤੇਰੇ ਹੱਥ ਨੇ ਜਦ ਮੇਰਾ ਹੱਥ ਤੈਂ ਘੁਮਾ ਕੇ ਫੜ ਲਿਆ, ਫਿਰ ਇਹ ਕੌਣ ਨੇ? ਇਹ ਤਾਂ ਨੇੜੇ ਵੀ ਨਹੀਂ ਮੇਰੇ ਸਰਦਾਰ ਦੇ ਹੋਣੇ। ਇੰਨੀ ਗੱਲ ਕੀਤੀ, ਹੱਥ ਥੱਲੇ ਦੀ ਘੁਮਾ ਕੇ ਉੱਪਰੋਂ ਗੁੱਟ ਫੜ ਕੇ ਅਜੀਤਪਾਲ ਤੁਰਿਆ ਜਾ ਰਿਹਾ ਸੀ। ਇਕੱਠ ਦੇਖ ਰਿਹਾ ਸੀ। ਗੁਪਤੇ ਨੂੰ ਪਤਾ ਸੀ ਕੀ ਆਲੇ ਦੁਆਲਿਆਂ ਨੂੰ ਕੁਛ ਨਹੀਂ ਪਤਾ ਸੀ। ਉਸ ਦਿਨ ਬਾਅਦ ਤੋਂ ਉਸ ਦੁਨੀਆ ਨੂੰ ਪਿੱਠ ਦੇ ਕੇ ਅਜੀਤਪਾਲ ਪੁੰਨੋਂ ਨੂੰ ਲੈ ਕੇ ਕਿਸੇ ਨਵੀਂ ਮੰਜ਼ਿਲ ਵੱਲ ਵੱਧ ਰਹੀ ਸੀ। ਜੀ ਅੱਜ ਦੀ ਕਹਾਣੀ ਬਾਪੂ ਕਮਲ ਦੀ, ਬੜਾ ਵਧੀਆ ਲਿਖਿਆ। ਉਹਨਾਂ ਦੀਆਂ ਬੜੀਆਂ ਕਹਾਣੀਆਂ ਨੇ, ਕੋਈ ਛੋਟੀਆਂ ਕੋਈ ਬਹੁਤੀਆਂ ਵੱਡੀਆਂ, ਪਰ ਕੋਸ਼ਿਸ਼ ਕਰਕੇ ਤੁਹਾਨੂੰ ਸੁਣਾਈ। ਆਸ ਪਸੰਦ ਹੋਏਗੀ। ਅਖੀਰ 'ਚ ਮੁਹੰਮਦ ਸਦੀਕ। ਕੱਲ ਨੂੰ ਮੁੜਦੇ ਹਾਂ 12:30 ਵਜੇ ਫਿਰ।